ਹੁਣ ਸੁਣੋ ਸਿਗਨੇਚਰਸ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਮੈਨੂੰ ਹੁਣੇ ਪਤਾ ਚੱਲਿਆ ਕਿ ਤੁਸੀਂ ਪੱਤਰਕਾਰ ਵੀ ਰਹੇ ਹੋ। ਉਹਨਾਂ ਦਿਨਾਂ 'ਚ ਕੀ ਹੁੰਦਾ ਸੀ ਕਿ ਜਿਹੜੇ ਪੱਤਰਕਾਰ ਹੁੰਦੇ ਸੀ ਉਹ ਪਹਿਲਾਂ ਗਾਇਕ ਦੇ ਲਈ ਆਰਟੀਕਲ ਲਿਖਦੇ, ਬਾਅਦ 'ਚ ਉਹਨੂੰ ਕਹਿੰਦੇ ਕਿ ਮੈਂ ਗੀਤਕਾਰ ਵੀ ਹਾਂ, ਮੇਰਾ ਗੀਤ ਵੀ ਗਾ ਦੇ। ਸੁੱਤਾ ਨਾਗ ਦੀ ਗੱਲ ਕਰੀਏ, ਖੂਨ ਦੀ ਗੱਲ ਕਰੀਏ, ਜੋਰਾ ਜੋਰਾ 2 ਦੀ ਗੱਲ ਕਰੀਏ ਤੇ ਮਰ ਜਾਣੇ ਦੀ ਗੱਲ ਕਰੀਏ ਜੀ, ਤੁਹਾਡੀਆਂ ਜਿੰਨੀਆਂ ਵੀ ਫਿਲਮਾਂ ਆਈਆਂ ਨੇ, ਤੁਹਾਡੀਆਂ ਸਾਰੀਆਂ ਫਿਲਮਾਂ ਦੇ ਹੀ ਟਾਈਟਲ ਦਾ ਰੰਗ ਆ ਜਿਹੜਾ ਉਹ ਲਾਲ ਕਿਉਂ ਹੁੰਦਾ? ਤੁਰਦੇ ਆ ਤਾਂ ਹਾਈ ਸਪੀਡ ਸ਼ਾਟ ਬਹੁਤ ਯੂਜ਼ ਕਰਦੇ ਆ ਨਾ, ਬਹੁਤ ਜ਼ਿਆਦਾ ਵਰਤੇ ਜਾਂਦੇ ਆ ਮਿਊਜ਼ਿਕ ਦਾ। ਤੁਹਾਡੀਆਂ ਫਿਲਮਾਂ ਤੋਂ ਇਲਾਵਾ ਤੁਹਾਡੀ ਗੀਤਕਾਰੀ ਕਿਉਂ ਗੈਰ ਹਾਜ਼ਰ ਆ? ਅਮਰਿੰਦਰ ਵੀ ਉਵੇਂ ਸਰਗਰਮ ਨਹੀਂ ਗਾ, ਹੈ ਨਾ। ਬਾਕੀ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੇ ਕਦੇ ਮੇਰੇ ਨਾਲ ਸੰਪਰਕ ਹੀ ਨਹੀਂ ਕੀਤਾ, ਮੈਨੂੰ ਕਦੇ ਕਿਹਾ ਨਹੀਂ ਕਿ ਅਸੀਂ ਤੁਹਾਡਾ ਗੀਤ ਗਾਉਣਾ, ਹੈ ਨਾ। ਆਪਾਂ ਅਗਰ ਕਿਸੇ ਦਾ ਨਾਮ ਨਾ ਵੀ ਲੈਣਾ ਹੋਵੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ 'ਚ ਕਿੰਨੇ % ਗਲਤ ਗੀਤਕਾਰੀ ਹੋ ਰਹੀ ਹੈ? 90% ਹੋ ਰਹੀ ਹੈ ਜੀ ਗਲਤ। ਸਮਾਜ ਵੱਲੋਂ ਮਤਲਬ ਬਾਹਲੇ ਚੰਗੇ ਬੰਦੇ ਨਹੀਂ ਗਿਣੇ ਜਾਂਦੇ ਹੁੰਦੇ ਜਿਹੜੇ ਮੇਰੇ ਪਾਤਰਾਂ ਦੀ ਗੱਲ ਕਰ ਰਹੇ ਹਨ। ਸਾਡੇ ਸਿਨੇਮੇ ਦੇ ਵਿੱਚ, ਸਾਡੀਆਂ ਫਿਲਮਾਂ ਦੇ ਵਿੱਚ ਪੋਲਿਟਿਕਸ ਅਤੇ ਪੁਲਿਸ ਹਮੇਸ਼ਾ ਵਿਲਨ ਹੀ ਕਿਉਂ ਦਿਖਾਈ ਜਾਂਦੀ ਹੈ? ਹਿੰਦੀ 'ਚ ਦਬੰਗ ਹੀਰੋ ਹੋ ਸਕਦਾ, ਸਲਮਾਨ ਖਾਨ ਹੋ ਸਕਦਾ, ਸੂਰਿਆਵੰਸ਼ੀ ਪੁਲਿਸ ਆਫਿਸਰ ਹੋ ਸਕਦਾ, ਕਿਉਂਕਿ ਉਹ ਬੰਬੇ ਦੀ ਪੁਲਿਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਔਰ ਮੈਂ ਬੰਬੇ ਰਹਿਣਾ, ਬੰਬੇ ਦੀ ਪੁਲਿਸ ਹੋਰ ਤਰ੍ਹਾਂ ਦੀ ਹੈ। ਜਿਵੇਂ ਸਾਡੇ ਦਰਸ਼ਕ ਨੂੰ ਨਹੀਂ ਸਮਝ, ਉਵੇਂ ਮਾਫ ਕਰਨਾ ਸਾਡੇ ਫਿਲਮਕਾਰਾਂ ਨੂੰ ਵੀ ਨਹੀਂ ਇਹ ਸਮਝ ਕਿ ਕਿਹੜੀ ਗੱਲ ਆ ਜਿਹੜੀ ਉਹ ਫਿਲਮ ਦਾ ਸਬਜੈਕਟ ਬਣ ਸਕਦੀ ਹੈ। ਸਾਡੇ ਜਵਾਕ ਕੀ ਕਰਦੇ ਆ, ਵੀ ਕਿਸੇ ਕੋਲੇ ਹਥਿਆਰ ਆ, ਉਹਨਾਂ ਨੂੰ ਫੋਟੋ ਚਾਹੀਏ, ਬਾਈ ਫੋਟੋ ਖਿੱਚੀ, ਬਾਈ ਫੋਟੋ ਖਿਚਾਉਣ ਨੂੰ ਦੇ ਦੇ, ਉਹਦੇ ਨਾਲ ਫੋਟੋ ਖਿਚਾ ਲਈ। ਇਹ ਮਰ ਜਾਣੇ ਦਾ ਸੈਂਟਰਲ ਆਈਡੀਆ ਹੈ। ਮੈਂ ਗਾਇਕਾਂ ਨਾਲ ਅਸਲ 'ਚ ਇਸ ਕਰਕੇ ਕੰਮ ਨਹੀਂ ਕਰਦਾ ਹੁੰਦਾ ਜ਼ਿਆਦਾਤਰ ਕਿ ਉਹ ਨਾ ਫਿਲਮ ਦੀ ਸ਼ੂਟ ਦੇ ਵਿੱਚ ਆਖਣਗੇ ਜੀ ਸਾਡਾ ਪ੍ਰੋਗਰਾਮ ਹੈ। ਮੈਂ ਸਿੱਪੀ ਨੂੰ ਪਹਿਲਾਂ ਕਹਿਤਾ ਸੀਗਾ ਕਿ 30 ਦਿਨ ਸ਼ੂਟਿੰਗ ਹੋਣੀ ਹੈ ਤੇ 30 ਦਿਨ ਤੁਸੀਂ ਪ੍ਰੋਗਰਾਮ ਨਹੀਂ ਲਾ ਸਕਦੇ। ਬਾਬਾ ਕਹਿਣਾ ਵੀ ਬੁਰਾ ਨਹੀਂ ਲੱਗਦਾ, ਪਰ ਗਿੱਲ ਸਾਹਿਬ ਤੇ ਡਾਇਰੈਕਟਰ ਸਾਹਿਬ ਤੇ ਜਨਾਬ ਇਸ ਕਿਸਮ ਦੇ ਜਿਹੜੇ ਸੰਬੋਧਨ ਨੇ ਇਹ ਥੋੜ੍ਹੇ ਜਿਹੇ ਮੈਨੂੰ ਨਾ ਚਿੜਿਆਉਂਦੇ ਨੇ, ਮੈਨੂੰ ਚੰਗੇ ਨਹੀਂ ਲੱਗਦੇ। ਕੋਈ ਬੰਦੇ ਜਿਵੇਂ ਕੋਈ ਐਕਟਰ ਆ, ਉਹਨੂੰ ਪੁੱਛੋ ਤੁਹਾਡਾ ਪਸੰਦੀਦਾ ਡਾਇਰੈਕਟਰ ਕੌਣ? ਸਾਰੇ ਹੀ ਵਧੀਆ ਨੇ ਜੀ। ਐ ਨਹੀਂ ਹੁੰਦਾ, ਸਾਰੇ ਥੋੜ੍ਹੀ ਵਧੀਆ ਹੁੰਦੇ, ਹੈ ਨਾ। ਇਹੋ ਜਿਹੀਆਂ ਗੱਲਾਂ ਫਿਰ ਮੈਨੂੰ ਲੱਗਦਾ ਯਾਰ ਐਂ ਕਿਉਂ? ਮੈਂ ਤਾਂ ਨਹੀਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਵਧੀਆ ਨੇ, ਹੈ ਨਾ। ਮੇਰੇ ਲਈ ਤਾਂ ਉਹ ਵਧੀਆ ਲੋਕ ਨੇ ਜਿਹੜੇ ਮੇਰੇ ਨਾਲ ਵਰਤਦੇ ਨੇ। ਮੈਂ ਉਹਨੂੰ ਦੇਖਿਆ, ਮੈਂ ਉਹਨੂੰ ਦੇਖ ਕੇ ਪਛਾਣ ਗਿਆ, ਮਿਲੇ ਅਸੀਂ ਕਦੇ ਨਹੀਂ ਸੀ ਕਿ ਫਲਾਨਾ ਬੰਦਾ। ਉਹਨੇ ਵੀ ਮੈਨੂੰ ਦੇਖਿਆ, ਪਰ ਉਹ ਮੈਥੋਂ ਛੋਟਾ ਸੀ, ਉਹਨੂੰ ਚਾਹੀਦਾ ਸੀ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ, ਉਹਨੇ ਮੈਨੂੰ ਬੁਲਾਇਆ ਹੀ ਨਹੀਂ। ਬੀ ਸੋਸ਼ਲ ਤੇ ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਅਮਰਦੀਪ ਸਿੰਘ ਗਿੱਲ। ਅਮਰਦੀਪ ਸਿੰਘ ਗਿੱਲ ਕਵੀ ਨੇ, ਗੀਤਕਾਰ ਨੇ, ਫਿਲਮ ਲੇਖਕ ਨੇ, ਫਿਲਮ ਹਦਾਇਤਕਾਰ ਨੇ। ਤਕਰੀਬਨ ਪਿਛਲੇ 2.5 ਦਹਾਕਿਆਂ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਬਤੌਰ ਗੀਤਕਾਰ ਉਹਨਾਂ ਦੀ ਸ਼ੁਰੂਆਤ ਹੋਈ ਅਤੇ ਇਸ ਤੋਂ ਬਾਅਦ 2014 'ਚ ਆਈ ਫਿਲਮ ਯੋਧਾ ਦੇ ਉਹ ਲੇਖਕ ਨੇ, ਕੋ-ਰਾਈਟਰ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ। ਅਤੇ ਇਸ ਤੋਂ ਬਾਅਦ ਉਹਨਾਂ ਨੇ ਬਤੌਰ ਹਦਾਇਤਕਾਰ ਆਪਣੀ ਸ਼ੁਰੂਆਤ ਕੀਤੀ ਸੀ। ਉਹਨਾਂ ਦੀ ਇੱਕ ਛੋਟੀ ਫਿਲਮ ਆਈ ਸੀ ਸੁੱਤਾ ਨਾਗ, ਉਸ ਤੋਂ ਬਾਅਦ ਖੂਨ ਆਈ ਅਤੇ ਫਿਰ ਫੀਚਰ ਫਿਲਮ ਉਹਨਾਂ ਦੀ ਜੋਰਾ ਆਈ, 10 ਨੰਬਰੀਆ, ਜੋਰਾ 2 ਆਈ ਅਤੇ ਹੁਣ 10 ਦਸੰਬਰ ਨੂੰ ਉਹਨਾਂ ਦੀ ਫਿਲਮ ਆ ਰਹੀ ਆ ਮਰ ਜਾਣੇ। ਇਸ ਫਿਲਮ ਬਾਬਤ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਮਰਦੀਪ ਗਿੱਲ ਹੋਰਾਂ ਦਾ ਕੀ ਪਿਛੋਕੜ ਰਿਹਾ ਜਾਂ ਕਿਵੇਂ ਉਹਨਾਂ ਦੀ ਗੀਤਕਾਰੀ ਦੀ ਸ਼ੁਰੂਆਤ ਹੋਈ, ਕਿਹੜੇ ਗੀਤ ਉਹਨਾਂ ਨੇ ਲਿਖੇ ਨੇ, ਅਸੀਂ ਸਾਰੇ ਜਾਣਦੇ ਹਾਂ। ਬਹੁਤ ਸਾਰੀਆਂ ਇੰਟਰਵਿਊਜ਼ ਉਹਨਾਂ ਦੀਆਂ ਇਸ ਮੁੱਦੇ ਉੱਪਰ ਹੋ ਚੁੱਕੀਆਂ ਨੇ। ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਅਗਾਂਹ ਦੀ ਗੱਲ ਉਹਨਾਂ ਦੇ ਨਾਲ ਤੋਰ ਸਕੀਏ। ਅੱਜ ਕੱਲ੍ਹ ਆਪਣੀਆਂ ਫਿਲਮਾਂ ਨੂੰ ਲੈ ਕੇ ਅਤੇ ਆਪਣੀ ਹਦਾਇਤਕਾਰੀ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਨੇ ਅਤੇ ਉਹਨਾਂ ਦਾ ਕੀ ਸਿਨੇਮਾ ਹੈ, ਉਹਨਾਂ ਦਾ ਸਿਨੇਮਾ ਖਾਸ ਕੀ ਕਹਾਣੀਆਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਜੋ ਅੱਜ ਕੱਲ੍ਹ ਸਿਨੇਮਾ ਚੱਲ ਰਿਹਾ ਹੈ ਉਸ ਤੋਂ ਹਟ ਕੇ ਉਹ ਕੀ ਕਰਨਾ ਚਾਹੁੰਦੇ ਨੇ ਜਾਂ ਕੀ ਕੁਝ ਉਹ ਕਰ ਸਕੇ ਨੇ। ਇਹ ਸਾਰੀਆਂ ਗੱਲਾਂ 'ਤੇ ਆਪਾਂ ਉਹਨਾਂ ਦੇ ਨਾਲ ਸਵਾਲ ਜਵਾਬ ਕਰਾਂਗੇ। ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਗੱਲਬਾਤ ਨੂੰ ਪਸੰਦ ਕਰੋਗੇ। ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ।
ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੈਨੂੰ ਹੁਣੇ ਪਤਾ ਚੱਲਿਆ ਕਿ ਤੁਸੀਂ ਪੱਤਰਕਾਰ ਵੀ ਰਹੇ ਹੋ। ਮੈਂ ਕਿਸੇ ਹੋਰ ਸਵਾਲ ਤੋਂ ਸ਼ੁਰੂਆਤ ਕਰਨੀ ਸੀ, ਪਰ ਮੈਂ ਪਹਿਲਾਂ ਇਹੀ ਜਾਣਨਾ ਚਾਹੂੰਗੀ ਕਿ ਅੱਜ ਦੀ ਪੰਜਾਬੀ ਪੱਤਰਕਾਰੀ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਕੀ ਰਾਏ ਤੁਸੀਂ ਰੱਖਦੇ ਹੋ, ਜਾਂ ਜੋ ਪੱਤਰਕਾਰੀ ਤੁਸੀਂ ਅੱਜ ਤੋਂ ਤਕਰੀਬਨ 2 ਦਹਾਕੇ ਪਹਿਲਾਂ ਕੀਤੀ ਹੋਣੀ ਆ ਜਾਂ 3 ਦਹਾਕੇ ਪਹਿਲਾਂ ਕੀਤੀ ਹੋਣੀ ਆ, ਤਾਂ ਉਹ ਤੇ ਹੁਣ ਦੀ ਪੱਤਰਕਾਰੀ ਦੇ ਵਿੱਚ ਤੁਸੀਂ ਕੀ ਕੰਪੈਰੀਜ਼ਨ ਦੇਖਦੇ ਹੁੰਦੇ ਹੋ? ਸਾਡੇ ਵੇਲੇ ਭੈਣ ਜੀ ਜਿਹੜੀ ਪੱਤਰਕਾਰੀ ਮੈਂ ਕੀਤੀ ਉਹ ਸੰਗੀਤ ਨਾਲ ਤੇ ਫਿਲਮਾਂ ਨਾਲ ਸੰਬੰਧਿਤ ਸੀਗੀ। ਅੱਜ ਤਾਂ ਬਹੁਤ ਸਾਰੇ ਚੈਨਲ ਨੇ, YouTube ਤੇ ਬਹੁਤ ਸਾਰੇ ਚੈਨਲ ਨੇ ਜਿੱਥੇ ਖਬਰਾਂ ਮਿਲ ਜਾਂਦੀਆਂ ਨੇ, ਕਿਹੜੀ ਫਿਲਮ ਬਣ ਰਹੀ ਆ, ਕਿਹੜਾ ਗਾਇਕ, ਕਿਹੜੀ ਕੈਸਟ ਆ ਰਹੀ ਆ, ਕਿਹੜਾ ਗੀਤ ਆ ਰਿਹਾ। ਉਹਨਾਂ ਦਿਨਾਂ 'ਚ ਐਂ ਨਹੀਂ ਸੀ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਲੋਕ ਸੀ ਜਿਹੜੇ ਪੱਤਰਕਾਰੀ ਕਰਦੇ ਸੀਗੇ। ਪ੍ਰਿੰਟ ਮੀਡੀਆ ਦੀ ਪੱਤਰਕਾਰੀ, ਅਖਬਾਰਾਂ ਦੇ ਵਿੱਚ ਛਪਣ ਵਾਲੀ ਪੱਤਰਕਾਰੀ, ਇਸ ਖੇਤਰ ਨਾਲ, ਸੰਗੀਤ ਜਾਂ ਫਿਲਮਾਂ ਨਾਲ ਸੰਬੰਧਿਤ। ਜਿਵੇਂ ਕਿ ਪੁਰਾਣੇ ਲੋਕ ਜਾਣਦੇ ਨੇ ਕਿ ਜਗਬਾਣੀ ਦੇ ਵਿੱਚ ਕੁਲਦੀਪ ਸਿੰਘ ਬੇਦੀ ਭਾਜੀ ਹੁੰਦੇ ਸੀਗੇ, ਉਹ ਇੰਚਾਰਜ ਹੁੰਦੇ ਸੀ ਫਿਲਮ ਅੰਕ ਦੇ। ਅਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਸ਼ਮਸ਼ੇਰ ਸੰਧੂ ਭਾਜੀ ਹੁੰਦੇ ਸੀਗੇ, ਸੁਰਿੰਦਰ ਸਿੰਘ ਹੁੰਦੇ ਸੀਗੇ, ਹੈ ਨਾ। ਇਸੇ ਤਰ੍ਹਾਂ ਅਜੀਤ ਦਾ ਵੀ ਨਿਕਲਦਾ ਸੀ ਫਿਲਮ ਅੰਕ, ਔਰ ਗੀਤਕਾਰੀ ਗਾਇਕੀ ਬਾਰੇ ਵੀ ਹੁੰਦਾ ਸੀ। ਅਸ਼ੋਕ ਭੌਰਾ ਬਾਈ ਜੀ ਕੰਮ ਕਰਦੇ ਹੁੰਦੇ ਸੀ, ਹੈ ਨਾ। ਉਹਨਾਂ ਸਮਿਆਂ ਦੇ ਵਿੱਚ ਮੈਂ ਐਕਚੁਅਲੀ ਗੱਲ ਉਹੀ ਹੈ ਕਿ ਮੇਰਾ ਮਕਸਦ ਜਿਹੜਾ ਹੈਗਾ ਉਹ ਪੱਤਰਕਾਰ ਬਣਨਾ ਨਹੀਂ ਸੀਗਾ। ਮੈਂ ਰਾਈਟਰ ਸੀਗਾ, ਮੈਂ ਗੀਤਕਾਰ ਸੀਗਾ, ਮੈਂ ਸਾਹਿਤਕ ਤੌਰ 'ਤੇ ਕਵੀ ਦੇ ਤੌਰ 'ਤੇ ਵੀ ਮੇਰੀ ਪਛਾਣ ਸੀਗੀ। ਮੇਰਾ ਮਕਸਦ ਫਿਲਮ ਨਿਰਦੇਸ਼ਕ ਬਣਨਾ ਹੀ ਸੀ। ਪਰ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਫਿਲਮਾਂ ਜਿਹੜੀਆਂ ਬਣ ਰਹੀਆਂ ਨੇ ਪੰਜਾਬੀ 'ਚ, ਇੱਕ ਤਾਂ ਉਸ ਟਾਈਮ ਬਹੁਤ ਘੱਟ ਫਿਲਮਾਂ ਬਣਦੀਆਂ ਸੀ, ਅਤੇ ਮੈਂ ਉਹਨਾਂ ਲੋਕਾਂ ਨਾਲ ਜੁੜਾਂ ਕਿਵੇਂ, ਮੈਂ ਸੈੱਟ 'ਤੇ ਕਿਵੇਂ ਜਾਵਾਂ। ਤਾਂ ਫਿਰ ਮੈਂ ਇੱਕ ਇਹ ਮਾਧਿਅਮ ਲੱਭਿਆ ਕਿ ਫਿਲਮਾਂ ਬਾਰੇ ਲਿਖਦੇ ਹਾਂ, ਹੈ ਨਾ। ਫਿਲਮਾਂ ਦਾ ਜਿਹੜਾ PR ਹੁੰਦਾ, ਜੋ ਮਤਲਬ ਉਹਨਾਂ ਸਮਿਆਂ ਦੇ ਵਿੱਚ ਜਿੱਦਾਂ ਅੰਮ੍ਰਿਤ ਪਵਾਰ ਇੱਕ ਸਾਡਾ ਭਰਾ ਸੀ, ਤਸਵੀਰ ਮੈਗਜ਼ੀਨ ਆਉਂਦਾ ਹੁੰਦਾ ਸੀਗਾ, ਹੁਣ ਵੀ ਆਉਂਦਾ, ਉਹ ਲਿਖਦੇ ਸੀ ਉਹਨਾਂ ਦੇ ਵਿੱਚ। ਤਾਂ ਮੈਨੂੰ ਇੱਦਾਂ ਸੀ ਕਿ ਸੈੱਟ 'ਤੇ ਜਾ ਕੇ ਉਹਨਾਂ ਨੂੰ ਮਿਲਦੇ ਹਾਂ ਅਤੇ ਫਿਲਮਾਂ ਬਾਰੇ ਲਿਖਦੇ ਹਾਂ, ਫਿਲਮ ਬਣਦੀ ਦੇਖਦੇ ਹਾਂ, ਜੋ ਅਦਾਕਾਰ ਨੇ ਉਹਨਾਂ ਨੂੰ ਮਿਲਦੇ ਹਾਂ। ਅਤੇ ਇਸ ਲਈ ਮੈਂ ਉਹ ਕੰਮ ਜਿਹੜਾ ਸੀਗਾ ਉਦੋਂ ਕੀਤਾ। ਬਹੁਤ ਛੋਟੇ ਸੀ, ਮਤਲਬ ਮੈਂ 20-22 ਸਾਲ ਦੀ ਉਮਰ ਹੋਊਗੀ ਉਸ ਵਕਤ ਮੇਰੀ, ਹੈ ਨਾ। ਫਿਰ ਮੈਂ ਗਾਇਕਾਂ ਨੂੰ ਵੀ ਮਿਲਣ ਦਾ ਮੇਰੇ ਕੋਲ ਇਹੀ ਇੱਕ ਸਾਧਨ ਸੀਗਾ, ਹੈ ਨਾ, ਕਿ ਮੈਂ ਗਾਇਕਾਂ ਨੂੰ ਮਿਲਦਾ ਸੀ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਤੁਹਾਡੇ ਬਾਰੇ ਮੈਂ ਆਰਟੀਕਲ ਲਿਖਣੇ ਆ। ਮੇਰੇ ਆਰਟੀਕਲ ਥੋੜ੍ਹੇ ਜਿਹੇ ਸਾਹਿਤਕ ਹੁੰਦੇ ਸੀ, ਥੋੜ੍ਹੇ ਜਿਹੇ ਵੱਖਰੇ ਹੁੰਦੇ ਸੀਗੇ, ਬਾਹਲੇ ਮਤਲਬ ਬਾਜ਼ਾਰੂ ਨਹੀਂ ਸੀ ਹੁੰਦੇ ਜੀ। ਉਦੋਂ ਸਾਰੀ ਪੱਤਰਕਾਰੀ ਹੋਈ ਆ ਜਿਹੜੀ ਉਹ ਚੰਗੀ ਹੁੰਦੀ ਸੀ, ਬਾਜ਼ਾਰੂ ਨਹੀਂ ਸੀ ਹੁੰਦੀ, ਹੈ ਨਾ। ਜਿੱਦਾਂ ਹਰਭਜਨ ਮਾਨ ਬਾਈ ਜਦੋਂ ਬਾਹਰੋਂ ਆਏ ਆ ਕੈਨੇਡਾ ਤੋਂ, ਜਦੋਂ ਚਿੱਠੀਏ ਕੈਸੇਟ ਆਈ ਆ, ਤਾਂ ਮੈਂ ਉਹ ਮੈਨੂੰ ਮਿਲੇ। ਬਰਨਾਲੇ ਮੇਰਾ ਦੋਸਤ ਆ ਡਾਕਟਰ ਕ੍ਰਾਂਤੀਪਾਲ ਰਾਮ ਸਰੂਪ ਅਣਖੀ, ਜਿਹੜੇ ਬਹੁਤ ਵੱਡੇ ਰਾਈਟਰ ਹੋਏ, ਉਹਨਾਂ ਦਾ ਬੇਟਾ, ਉਹਦਾ ਵਿਆਹ ਸੀਗਾ। ਅਤੇ ਜੱਸੋਵਾਲ ਸਾਹਿਬ ਹਰਭਜਨ ਬਾਈ ਨੂੰ ਉੱਥੇ ਲੈ ਕੇ ਆਏ, ਹੈ ਨਾ। ਤਾਂ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਂ ਆਰਟੀਕਲ ਲਿਖਿਆ। ਉਹ ਮਤਲਬ ਸ਼ੁਰੂਆਤੀ ਦੌਰ ਦਾ ਉਹ ਸ਼ਾਇਦ ਪਹਿਲਾ ਆਰਟੀਕਲ ਹੀ ਸੀਗਾ ਜਿਹੜਾ ਹਰਭਜਨ ਮਾਨ ਹੋਰਾਂ 'ਤੇ ਪੰਜਾਬ ਦੇ ਵਿੱਚ ਕਿਸੇ ਨੇ ਲਿਖਿਆ ਸੀ। ਉਹ ਨਵਾਂ ਜਵਾਨਾਂ 'ਚ ਛਪਿਆ, ਜਗਬਾਣੀ 'ਚ ਵੀ ਲਿਖਿਆ। ਅੱਡ ਅਖਬਾਰਾਂ 'ਚ ਮੈਂ ਅੱਡ ਤਰ੍ਹਾਂ ਦੇ ਲਿਖਦਾ ਸੀ। ਇਹ ਨਹੀਂ ਸੀ ਕਿ ਇੱਕ ਲਿਖਿਆ ਅਤੇ ਉਹਨਾਂ ਨੂੰ ਸਾਰੇ ਕਿਤੇ ਭੇਜਤਾ। ਮੈਂ ਥੋੜ੍ਹਾ ਜਿਹਾ ਧਿਆਨ ਰੱਖਦਾ ਸੀ, ਥੋੜ੍ਹਾ ਜਿਹਾ ਕ੍ਰੀਏਟਿਵ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀ। ਫਿਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਰਿਪੋਰਟਿੰਗ ਕੀਤੀ। ਮੈਗਜ਼ੀਨ ਨਿਕਲਦਾ ਹੁੰਦਾ ਸੀਗਾ ਦਿੱਲੀ ਤੋਂ, ਇੱਕ ਸਾਹਿਤਕ ਮੈਗਜ਼ੀਨ ਸੀਗਾ, ਥੋੜ੍ਹਾ ਜਿਹਾ ਕਮਰਸ਼ੀਅਲ ਸੀ ਉਹ, ਅਕਸ। ਅਮਰਜੀਤ ਸਿੰਘ ਭਾਜੀ ਉਹਦੇ ਸੰਪਾਦਕ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਮੋਹਨ ਸਿੰਘ ਮੇਲੇ ਦੀ ਰਿਪੋਰਟਿੰਗ ਕਰੋ। ਉਹਨਾਂ ਟਾਈਮਾਂ ਦੇ ਵਿੱਚ ਹਿੰਦੀ ਦੇ ਮੈਗਜ਼ੀਨ ਇੱਦਾਂ ਦੀ ਕਵਰੇਜ ਕਰਦੇ ਹੁੰਦੇ ਸੀ, ਪੰਜਾਬੀ 'ਚ ਨਹੀਂ ਸੀ ਹੁੰਦਾ। ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਇੰਡੀਆ ਟੂਡੇ ਹੋ ਗਿਆ ਜਾਂ ਆਊਟਲੁੱਕ ਹੋ ਗਿਆ, ਉਹ ਕਵਰ ਸਟੋਰੀ ਕਰਦੇ ਸੀ। ਪੰਜਾਬੀ 'ਚ ਕਵਰ ਸਟੋਰੀ ਨਾਂ ਹੀ ਨਹੀਂ ਸੀ, ਮਤਲਬ ਇਹ ਸ਼ਬਦ ਹੀ ਨਹੀਂ ਸੀ ਬੋਲਿਆ ਜਾਂਦਾ। ਤਾਂ ਪਹਿਲੀ ਵਾਰੀ ਮੈਂ ਅਕਸ ਦੇ ਵਿੱਚ
ਕਵਰ ਸਟੋਰੀ ਕੀਤੀ ਮੋਹਨ ਸਿੰਘ ਮੇਲੇ ਦੀ, ਫੋਟੋਆਂ ਖਿੱਚੀਆਂ, ਉਹਦਾ ਟਾਈਟਲ ਖੁਦ ਡਿਜ਼ਾਈਨ ਕੀਤਾ 2 ਸਾਲ ਹੈ ਨਾ। ਮੈਂ ਉਹਦੇ ਬਾਰੇ ਬਹੁਤ ਵੱਡੇ ਵੱਡੇ ਉਹ ਆਰਟੀਕਲ ਨੇ, ਇੱਕਦਮ ਜਿਹਨੂੰ ਕਹਿੰਦੇ ਹੁੰਦੇ ਆ ਵੀ ਅੱਖੀਂ ਦੇਖਿਆ ਮੋਹਨ ਸਿੰਘ ਮੇਲਾ, ਉਹ ਮੈਂ ਪੰਜਾਬੀ ਭਵਨ ਦੇ ਉਹ ਕੀਤਾ। ਫਿਰ ਹੌਲੀ ਹੌਲੀ ਮੈਂ ਗੀਤਕਾਰੀ ਵੱਲ ਆਇਆ, ਗੀਤ ਲਿਖਣ ਲੱਗਿਆ। ਤਾਂ ਫਿਰ ਮੈਂ ਸੁਚੇਤ ਤੌਰ 'ਤੇ ਪੱਤਰਕਾਰੀ ਇਸ ਲਈ ਛੱਡਤੀ ਕਿ ਉਹਨਾਂ ਦਿਨਾਂ 'ਚ ਕੀ ਹੁੰਦਾ ਸੀ ਕਿ ਜਿਹੜੇ ਪੱਤਰਕਾਰ ਹੁੰਦੇ ਸੀ ਉਹ ਪਹਿਲਾਂ ਗਾਇਕ ਦੇ ਲਈ ਆਰਟੀਕਲ ਲਿਖਦੇ, ਬਾਅਦ 'ਚ ਉਹਨੂੰ ਕਹਿੰਦੇ ਕਿ ਮੈਂ ਗੀਤਕਾਰ ਵੀ ਹਾਂ, ਮੇਰਾ ਗੀਤ ਵੀ ਗਾ ਦੇ। ਬਹੁਤ ਸਾਰੇ ਗੀਤਕਾਰ ਬਣ ਗਏ ਹੈ ਨਾ। ਤਾਂ ਮੈਂ ਜਾਣ ਕੇ ਛੱਡਿਆ ਕਿ ਲੋਕ ਮੈਨੂੰ ਇਹ ਨਾ ਕਹਿਣ ਕਿ ਯਾਰ ਇਹਨੇ ਅਸਲ 'ਚ ਗੀਤ ਗਾਉਣੇ ਸੀ ਸਾਡੇ ਤੋਂ ਤਾਂ ਇਹ ਆਰਟੀਕਲ ਲਿਖਦਾ। ਅਤੇ ਮੈਂ ਜਦੋਂ ਫਿਰ ਮੇਰਾ ਗੀਤ ਰਿਕਾਰਡ ਹੋ ਗਿਆ ਜਾਂ ਮੇਰਾ ਗੀਤਕਾਰੀ 'ਚ ਸਫ਼ਰ ਸ਼ੁਰੂ ਹੋ ਗਿਆ ਜਾਂ ਮੈਂ ਕੰਮ ਕਰਨ ਲੱਗਿਆ ਫਿਲਮ ਜਾਂ ਗੀਤਕਾਰੀ ਦੇ ਸੰਗੀਤ ਦੇ ਖੇਤਰ 'ਚ, ਫਿਰ ਮੈਂ ਸੁਚੇਤ ਰੂਪ ਦੇ ਵਿੱਚ ਇਹ ਕੰਮ ਜਿਹੜਾ ਹੈਗਾ ਉਹ ਬੰਦ ਕਰਤਾ ਸੀ। ਜਿਵੇਂ ਹੁਣੇ ਤੁਸੀਂ ਗੱਲ ਕੀਤੀ ਆ ਕਿ ਮੇਰੀ ਜਿਹੜੀ ਪੱਤਰਕਾਰੀ ਸੀ ਉਹ ਬਾਜ਼ਾਰੂ ਨਹੀਂ ਸੀਗੀ, ਮੇਰੀ ਪੱਤਰਕਾਰੀ ਸਾਹਿਤਿਕ ਸੀਗੀ, ਜਾਂ ਉਸ ਤੋਂ ਬਾਅਦ ਜਦੋਂ ਤੁਸੀਂ ਯੋਧਾ ਵੀ ਲਿਖਦੇ ਹੋ ਜਾਂ ਜਿਹੜੇ ਤੁਹਾਡੇ ਗੀਤ ਵੀ ਨੇਗੇ ਹੈ ਨਾ, ਉਹ ਉਦੋਂ ਜਿਵੇਂ ਉਹ ਵੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ ਕਿ ਉਸ ਦੌਰ ਦੇ ਵਿੱਚ ਆਫ ਬੀਟ ਗੀਤਕਾਰੀ ਜਿਹੜੀ ਤੁਸੀਂ ਕੀਤੀ ਹੈ ਨਾ। ਜਿਵੇਂ ਹੁਣ ਤੁਹਾਡੀ ਜੋਰਾ ਵੀ ਆਉਂਦੀ ਆ, ਉਸ ਤੋਂ ਬਾਅਦ ਜਦੋਂ ਤੁਹਾਡੀਆਂ ਲਘੂ ਫਿਲਮਾਂ ਵੀ ਆਉਂਦੀਆਂ ਨੇ ਉਹ ਵੀ ਸਾਹਿਤਿਕ ਸੀਗੀਆਂ। ਰਾਮ ਸਰੂਪ ਅਣਖੀ ਹੋਰਾਂ ਦੇ ਨਾਵਲ 'ਤੇ ਤੁਸੀਂ ਪਹਿਲੀ ਫਿਲਮ ਕੀਤੀ ਹੈ ਨਾ। ਸੋ ਕਿਹੋ ਜਿਹਾ ਮਾਹੌਲ, ਆਪਾਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਤੁਸੀਂ ਦੱਸਦੇ ਵੀ ਹੋ ਕਿ ਤੁਸੀਂ ਕਿਸ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਹੈ ਨਾ, ਉਹਦਾ ਅਸਰ ਤੁਹਾਡੇ 'ਤੇ ਹੈ। ਕਿਤਾਬਾਂ ਨਾਲ ਵਾਹ ਵਾਸਤਾ ਸ਼ੁਰੂ ਤੋਂ ਹੀ ਸੀ, ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੀਆਂ ਚੀਜ਼ਾਂ ਸੀਗੀਆਂ ਜਾਂ ਕਿਹੋ ਜਿਹਾ ਮਾਹੌਲ ਸੀਗਾ ਜਿਹਨੇ ਤੁਹਾਨੂੰ ਇਹ ਸ਼ੇਪ ਦੇ ਦਿੱਤੀ? ਹਾਂਜੀ, ਇਹ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਹਾਡੇ ਕੋਲ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਤੁਹਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ। ਬਹੁਤ ਸਾਰੀਆਂ ਘਟਨਾਵਾਂ ਜਾਂ ਬਹੁਤ ਸਾਰੀਆਂ ਗੱਲਾਂ ਉਹ ਹੁੰਦੀਆਂ ਨੇ ਜਿਹੜੀਆਂ ਤੁਸੀਂ ਕਿਤਾਬਾਂ 'ਚੋਂ ਪੜ੍ਹਦੇ ਹੋ। ਬਹੁਤ ਸਾਰੀਆਂ ਕਹਾਣੀਆਂ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਰਾਈਟਰ ਦੇ ਦਿਮਾਗ 'ਚ ਆਉਂਦੀਆਂ ਨੇ। ਜੇ ਰਾਈਟਰ ਇਮਾਨਦਾਰ ਆ ਤਾਂ ਉਹਨੂੰ ਇਸ ਗੱਲ ਦਾ ਫੈਸਲਾ ਕਰਨ ਦੇ ਵਿੱਚ ਕੋਈ ਉਹਨੂੰ ਔਖਿਆਈ ਨਹੀਂ ਹੁੰਦੀ ਕਿ ਜਿਹੜੀ ਮੇਰੇ ਦਿਮਾਗ 'ਚ ਕਹਾਣੀ ਆਈ ਆ ਉਹ ਜ਼ਿਆਦਾ ਜ਼ਬਰਦਸਤ ਆ ਜਾਂ ਜਿਹੜੀ ਮੈਂ ਕਹਾਣੀ ਪੜ੍ਹੀ ਆ ਕਿਸੇ ਲੇਖਕ ਦੀ ਉਹ ਜ਼ਿਆਦਾ ਜ਼ਬਰਦਸਤ। ਮੈਨੂੰ ਜਿਹੜੀਆਂ ਮੈਂ ਸਾਹਿਤਕ ਕਿਰਤਾਂ 'ਤੇ ਕਹਾਣੀਆਂ ਅਤੇ ਫਿਲਮਾਂ ਬਣਾਈਆਂ ਉਹ ਮੈਨੂੰ ਜ਼ਿਆਦਾ ਜ਼ਬਰਦਸਤ ਕਹਾਣੀਆਂ ਲੱਗਦੀਆਂ ਨੇ, ਚਾਹੇ ਉਹ ਰਾਮ ਸਰੂਪ ਅਣਖੀ ਜੀ ਦੀ ਸੁੱਤਾ ਨਾਗ ਹੈ, ਚਾਹੇ ਉਹ ਗੁਰਬਚਨ ਸਿੰਘ ਭੁੱਲਰ ਦੀ ਖੂਨ ਹੈ ਨਾ। ਇਹ ਕਹਾਣੀਆਂ ਬਾਰੇ ਮੈਂ ਇੱਕ ਗੱਲ ਪਹਿਲਾਂ ਵੀ ਦੱਸੀ ਸੀ ਕਿ ਮੇਰੇ ਬਾਪੂ ਜੀ ਨੇ ਮੈਨੂੰ ਇਹ ਕਹਾਣੀਆਂ ਪੜ੍ਹਾਈਆਂ ਸੀ ਕਿ ਜਦੋਂ ਤੂੰ ਫਿਲਮ ਮੇਕਰ ਬਣੇਗਾ ਤਾਂ ਇਹਨਾਂ ਕਹਾਣੀਆਂ 'ਤੇ ਫਿਲਮਾਂ ਜ਼ਰੂਰ ਬਣਾਈ ਹੈ ਨਾ। ਸਾਹਿਤ ਆ ਜਿਹੜਾ ਉਹ ਤੁਹਾਡਾ ਸੋਚਣ ਦਾ ਢੰਗ ਬਦਲ ਦਿੰਦਾ, ਉਹ ਨਜ਼ਰੀਆ ਬਦਲ ਦਿੰਦਾ ਚੀਜ਼ਾਂ ਨੂੰ ਦੇਖਣ ਦਾ ਹੈ ਨਾ। ਅਸੀਂ ਕਿਸੇ ਘਟਨਾ ਨੂੰ, ਕਿਸੇ ਵਿਅਕਤੀ ਨੂੰ, ਕਿਸੇ ਗੱਲ ਨੂੰ, ਕਿਸੇ ਵਰਤਾਰੇ ਨੂੰ ਹੋਰ ਤਰੀਕੇ ਨਾਲ ਦੇਖਣ ਲੱਗ ਜਾਂਦੇ ਹਾਂ ਜਿਵੇਂ ਆਮ ਬੰਦਾ ਨਹੀਂ ਦੇਖਦਾ, ਜਿਹੜਾ ਕਿਤਾਬਾਂ ਨਹੀਂ ਪੜ੍ਹਦਾ। ਮੈਂ ਇਹ ਨਹੀਂ ਕਹਿੰਦਾ ਜਿਹੜਾ ਲੇਖਕ ਨਹੀਂ, ਜਿਹੜਾ ਚੰਗਾ ਪਾਠਕ ਨਹੀਂ ਗਾ ਉਹ ਹੋਰ ਤਰੀਕੇ ਨਾਲ ਦੇਖਦਾ, ਉਹਦੇ 'ਤੇ ਉਹ ਗੱਲਾਂ ਅਸਰ ਨਹੀਂ ਕਰਦੀਆਂ। ਪਰ ਜਿਹੜਾ ਸਾਹਿਤਕ ਤੌਰ 'ਤੇ ਇੱਕ ਜੁੜਿਆ ਹੋਇਆ ਕਿਤਾਬਾਂ ਨਾਲ ਚੰਗਾ ਪਾਠਕ ਆ ਉਹ ਘਟਨਾਵਾਂ ਨੂੰ ਹੋਰ ਤਰੀਕੇ ਨਾਲ ਦੇਖਦਾ। ਉਹਦੇ ਕੋਲੇ ਬਹੁਤ ਸਾਰੇ ਉਹ ਸ਼ਬਦ ਵੀ ਆ ਜਾਂਦੇ ਆ ਜਿਹੜੇ ਉਹਨੇ ਕਿਤਾਬਾਂ 'ਚੋਂ ਪੜ੍ਹੇ ਹੁੰਦੇ ਨੇ ਹੈ ਨਾ। ਉਹਦਾ ਇੱਕ ਜੀਵਨ ਜਾਂਚ ਆ ਜਿਹੜੀ ਉਹ ਬਦਲ ਜਾਂਦੀ ਹੈ, ਉਹ ਹੋਰ ਤਰੀਕੇ ਦੀਆਂ ਗੱਲਾਂ ਕਰਦਾ। ਉਹ ਆਪਣੇ ਪਹਿਰਾਵੇ ਬਾਰੇ, ਆਪਣੇ ਸੱਭਿਆਚਾਰ ਬਾਰੇ, ਆਪਣੀ ਬੋਲੀ ਬਾਰੇ ਉਹਨੂੰ ਬਹੁਤ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਨਾ। ਉਹ ਮੈਨੂੰ ਵੀ ਥੋੜ੍ਹੀ ਬਹੁਤ ਆ ਗਈ ਉਸ ਮਾਹੌਲ 'ਚ ਕਿਤਾਬਾਂ ਪੜ੍ਹਦੇ ਹੋਏ, ਇੱਕ ਸਾਹਿਤਕ ਮਾਹੌਲ 'ਚ। ਇੱਕ ਬਾਪੂ ਜੀ ਨਾਲ ਜਦੋਂ ਮੈਂ ਵਿਚਾਰ ਵਟਾਂਦਰਾ ਕਰਦਾ ਸੀ, ਅਸੀਂ ਬਹੁਤ ਲੰਮੀਆਂ ਗੱਲਾਂ ਕਰਦੇ ਹੁੰਦੇ ਸੀ ਵੀ ਰਾਤ ਹੋ ਜਾਂਦੀ, ਕਈ ਵਾਰੀ ਰੋਟੀ ਨਾ ਖਾਂਦੇ ਹੈ ਨਾ, ਤਾਂ ਉਹ ਬੇਬੇ ਨੇ ਕਹਿਣਾ ਵੀ ਤੁਸੀਂ ਫੇਰ ਕਰੀ ਜਾਇਓ ਗੱਲਾਂ, ਪਹਿਲਾਂ ਮੈਨੂੰ ਵਿਹਲਾ ਕਰੋ, ਰੋਟੀ ਖਾ ਲਓ ਹੈ ਨਾ। ਉਹ ਜਿਹੜੀਆਂ ਗੱਲਾਂ ਸੀ ਉਹ ਇੱਕ ਮਾਹੌਲ ਦਾ, ਉਹ ਸਾਰੇ ਕਾਸੇ ਦਾ ਅਸਰ ਤਾਂ ਹੈਗਾ ਹੀ ਆ। ਜੋ ਵੀ ਅੱਜ ਤੁਸੀਂ ਮੈਨੂੰ ਦੇਖ ਰਹੇ ਹੋ, ਚੰਗਾ ਜਾਂ ਮਾੜਾ ਜਾਂ ਕੁਛ ਵੱਖਰਾ, ਤਾਂ ਉਸ ਸਾਰੇ ਕਾਸੇ ਦਾ ਇੱਕ ਅਸਰ ਆ ਜਿਹਨੇ ਮੈਨੂੰ ਇੱਕ ਨਜ਼ਰੀਆ ਦਿੱਤਾ ਕਿ ਫਿਲਮਾਂ ਕਿਵੇਂ ਸੋਚਣੀਆਂ ਨੇ, ਗੀਤ ਕਿਵੇਂ ਸੋਚਣੇ ਨੇ,
ਕਿਹੜੀ ਚੀਜ਼ ਗੀਤ ਬਣ ਸਕਦੀ ਹੈ, ਕਿਹੜੀ ਚੀਜ਼ ਕਵਿਤਾ ਬਣ ਸਕਦੀ ਹੈ, ਕਿਹੜੀ ਗੱਲ ਸ਼ਾਰਟ ਫਿਲਮ ਬਣ ਸਕਦੀ ਹੈ, ਕਿਹੜੀ ਗੱਲ ਵੱਡੀ ਫਿਲਮ ਬਣ ਸਕਦੀ ਹੈ, ਕਿਹੜੀ ਗੱਲ ਨਾਟਕ ਬਣ ਸਕਦਾ, ਕਿਉਂਕਿ ਮੈਂ ਥੀਏਟਰ ਨਾਲ ਔਰ ਇਹਨਾਂ ਚੀਜ਼ਾਂ ਨਾਲ ਹੀ ਜੁੜਿਆ ਰਿਹਾ ਸਾਰੀ ਉਮਰ ਜੀ। ਜਿਵੇਂ ਇੱਕ ਫਿਲਮ ਦੇ ਵਿੱਚ ਅਲੱਗ-ਅਲੱਗ ਕਰੈਕਟਰ ਹੁੰਦੇ ਨੇ, ਤੁਹਾਡੀ ਖੁਦ ਦੀ ਪਰਸਨੈਲਿਟੀ ਦੇ ਵਿੱਚ ਵੀ ਇੱਕ ਅਲੱਗ-ਅਲੱਗ ਕਰੈਕਟਰ ਨੇ। ਤੁਸੀਂ ਗੀਤਕਾਰ ਵੀ ਹੋ, ਤੁਸੀਂ ਕਵੀ ਵੀ ਹੋ, ਇੱਕ ਚੰਗੇ ਪਾਠਕ ਵੀ ਹੋ, ਫਿਲਮ ਲੇਖਕ ਵੀ ਹੋ, ਹਦਾਇਤਕਾਰ ਵੀ ਹੋ। ਇਸ ਵੇਲੇ ਤੁਹਾਡੀ ਪਰਸਨੈਲਿਟੀ ਦਾ ਜਾਂ ਤੁਹਾਡੀ ਸ਼ਖਸੀਅਤ ਦਾ ਕਿਹੜਾ ਇੱਕ ਕਰੈਕਟਰ ਹੈ ਜਿਹੜਾ ਜ਼ਿਆਦਾ ਐਕਟਿਵ ਆ, ਤੁਸੀਂ ਲਿਖ ਰਹੇ ਹੋ, ਜ਼ਿਆਦਾ ਸੋਚ ਰਹੇ ਹੋ, ਜ਼ਿਆਦਾ ਓਬਜ਼ਰਵ ਕਰ ਰਹੇ ਹੋ? ਜੀ ਮੇਰਾ ਸਭ ਤੋਂ ਅੱਜ ਹੀ ਨਹੀਂ, ਹਮੇਸ਼ਾ ਤੋਂ ਹੀ ਮੇਰਾ ਫਿਲਮ ਨਿਰਦੇਸ਼ਕ ਜਿਹੜਾ ਉਹ ਸਭ ਤੋਂ ਵੱਧ ਐਕਟਿਵ ਰਹਿੰਦਾ। ਜਦੋਂ ਮੈਂ ਫਿਲਮ ਬਣਾਉਂਦਾ ਵੀ ਨਹੀਂ ਸੀ, ਜਦੋਂ ਮੈਂ ਪਾ ਨਹੀਂ ਸੀ ਰਿਹਾ ਫਿਲਮ, ਜਿਹਨੂੰ ਤੁਸੀਂ ਹਦਾਇਤਕਾਰ ਸ਼ਬਦ ਵਰਤ ਰਹੇ ਹੋ, ਫਿਲਮ ਡਾਇਰੈਕਟਰ, ਉਹ ਮੇਰਾ ਬਹੁਤ ਜ਼ਿਆਦਾ ਐਕਟਿਵ ਰਹਿੰਦਾ ਸ਼ੁਰੂ ਤੋਂ ਹੀ। ਬਚਪਨ 'ਚ ਮੈਂ ਹਮੇਸ਼ਾ ਹੀ ਇਹ ਗੱਲ ਬਹੁਤ ਵਾਰੀ ਦੱਸੀ ਹੈ ਕਿ ਮੈਂ ਜਦੋਂ ਸ਼ੋਲੇ ਦੇਖੀ ਸੀਗੀ 7 ਸਾਲ ਦੀ ਉਮਰ 'ਚ, ਤੇ ਮੈਂ ਸੋਚ ਲਿਆ ਸੀ ਕਿ ਮੈਂ ਫਿਲਮ ਮੇਕਰ ਹੀ ਬਣਨਾ, ਹੈ ਨਾ। ਉਦੋਂ ਤੋਂ ਹੀ ਮੈਨੂੰ ਹੌਲੀ ਹੌਲੀ ਵੱਡਾ ਹੁੰਦੇ 14-15 ਸਾਲ ਦੀ ਮੈਨੂੰ ਇਹ ਗੱਲ ਸੋਚਣੀ ਆ ਗਈ ਕਿ ਹਰ ਗੱਲ ਨੂੰ ਮੈਂ ਐਂ ਸੋਚਦਾ ਸੀ ਕਿ ਅਗਰ ਇਹ ਗੱਲ ਨੂੰ ਸ਼ੂਟ ਕੀਤਾ ਜਾਵੇ ਤਾਂ ਇਹ ਕਿਵੇਂ ਲੱਗੂਗੀ, ਹੈ ਨਾ। ਮੈਂ ਚਾਹੇ ਕੋਈ ਸਟਰੀਟ ਫਾਈਟ ਦੇਖਦਾ ਸੀ, ਲੜਾਈ ਹੋ ਗਈ, ਹੈ ਨਾ, ਚਾਹੇ ਮੈਂ ਪੁਲਿਸ ਨੂੰ ਦੇਖਦਾ ਸੀ, ਚਾਹੇ ਮੈਂ ਕਾਲਜ ਦੇ ਵਿੱਚ ਮੁੰਡਿਆਂ ਨੂੰ ਦੇਖਦਾ ਸੀ, ਹੈ ਨਾ, ਸਹਿਪਾਠੀ ਜਿਹੜੀਆਂ ਕੁੜੀਆਂ ਨੂੰ ਦੇਖਦਾ ਸੀ, ਚਾਹੇ ਮੈਂ ਥੀਏਟਰ ਕਰਦਾ ਸੀ ਜਾਂ ਕੁਛ ਵੀ, ਮੈਂ ਇੱਕ ਇਹ ਸੋਚਦਾ ਸੀ ਕਿ ਇੱਕ ਡਾਇਰੈਕਟਰ ਦੇ ਪੁਆਇੰਟ ਆਫ ਵਿਊ ਤੋਂ ਮੈਂ ਬਹੁਤ ਸੋਚਦਾ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਿਆਰ ਆਇਆ ਮੇਰਾ ਆਪ ਦਾ ਡਾਇਰੈਕਟਰ ਹੋਣਾ। ਮਤਲਬ ਮੈਨੂੰ ਸਭ ਤੋਂ ਵੱਧ ਪਿਆਰਾ ਮੇਰਾ ਫਿਲਮ ਡਾਇਰੈਕਟਰ ਹੋਣਾ ਹੈ। ਉਹਦੇ ਲਈ ਇਹ ਵੱਖਰੀ ਗੱਲ ਹੈ ਕਿ ਮੈਨੂੰ ਲਿਖਣਾ ਵੀ ਆਉਂਦਾ। ਮੈਂ ਜਿਹੜੀ ਫਿਲਮ ਬਣਾਉਣੀ ਹੁੰਦੀ ਆ ਉਹ ਮੈਂ ਆਪ ਲਿਖ ਲੈਂਦਾ। ਮੈਂ ਗੀਤਕਾਰ ਵੀ ਹਾਂ। ਜੇ ਮੇਰੀ ਫਿਲਮ 'ਚ 5-6 ਗਾਣੇ ਹੁੰਦੇ ਆ ਤਾਂ 1-2 ਮੈਂ ਲਿਖ ਲੈਂਦਾ। ਜਾਣ ਕੇ ਨਹੀਂ ਲਿਖਦਾ, ਨਾ ਹੀ ਕੋਈ ਧੱਕਾ ਕਰਦਾ, ਪਰ ਮੈਨੂੰ ਲੱਗਦਾ ਹੁੰਦਾ ਕਿ ਇਹ ਸਿਚੁਏਸ਼ਨ 'ਤੇ ਚਲੋ ਮੈਂ ਲਿਖ ਲੈਂਦਾ, ਦੂਜੀਆਂ ਸਿਚੁਏਸ਼ਨਾਂ ਮੈਂ ਹੋਰ ਗੀਤਕਾਰਾਂ ਨੂੰ ਕਹਿ ਦਿੰਦਾ। ਇਸ ਕਰਕੇ ਮੇਰਾ ਜਿਹੜਾ ਫਿਲਮ ਹਦਾਇਤਕਾਰ ਆ ਨਾ, ਉਹ ਬਹੁਤ ਐਕਟਿਵ ਰਹਿੰਦਾ ਹਰ ਵੇਲੇ। ਇੱਥੇ ਬੈਠੇ ਵੀ ਹਾਂ, ਗੱਡੀ 'ਚ ਵੀ ਆਏ, ਮੇਰੇ ਹੱਥ 'ਚ ਮੋਬਾਇਲ ਵੀ ਆ, ਮੈਂ ਜੇ ਉਹਦੇ ਨਾਲ ਫੋਟੋ ਵੀ ਖਿੱਚਦਾ ਤਾਂ ਇਹ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਹੈ। ਮਤਲਬ ਅੱਜ ਵੀ ਉਵੇਂ ਹੀ ਚੰਗੀ ਲੱਗਦੀ ਹੈ ਜਿਵੇਂ ਮੈਨੂੰ 18-20 ਸਾਲ ਦੀ ਉਮਰ 'ਚ। ਜਿੱਦਾਂ ਛੋਟੀ ਗੱਲ ਦੱਸਦਾ ਤੁਹਾਨੂੰ, ਕਈ ਵਾਰੀ ਟੈਕਨੀਕਲੀ ਉਹ ਗੱਲ ਦਾ ਪਤਾ ਨਹੀਂ ਹੁੰਦਾ। ਮੰਨ ਲਓ ਹਾਈ ਸਪੀਡ ਸ਼ਾਟ ਆ, ਅੱਜ ਵੀ ਤੁਸੀਂ ਦੇਖੋ ਸਾਡੀ ਜਿਹੜੀ ਯੰਗਸਟਰ ਪੀੜ੍ਹੀ ਆ, ਉਹ ਜਦੋਂ ਰੀਲ ਬਣਾਉਂਦੇ ਨੇ ਜਾਂ ਟਿਕਟੋਕ ਬਣਾਉਂਦੇ ਨੇ ਤਾਂ ਉਹ ਤੁਰਦੇ ਆ ਤਾਂ ਉਹ ਹਾਈ ਸਪੀਡ ਸ਼ਾਟ ਬਹੁਤ ਯੂਜ਼ ਕਰਦੇ ਨਾ, ਬਹੁਤ ਜ਼ਿਆਦਾ ਵਰਤੇ ਜਾਂਦੇ ਆ। ਮਿਊਜ਼ਿਕ ਡਨ ਡਨ ਡਨ, ਉਹ ਉਹਨਾਂ ਨੂੰ ਇੱਕ ਤਾਂ ਸਵਾਦ ਦੇ ਰਹੀ ਹੁੰਦੀ ਹੈ ਗੱਲ, ਕਿਉਂਕਿ ਉਹਨਾਂ ਨੇ ਉਹ ਦੇਖਿਆ ਹੁੰਦਾ ਵੱਡੇ ਪਰਦੇ 'ਤੇ ਵੱਡੇ ਹੀਰੋ ਦੀ ਐਂਟਰੀ ਨੂੰ ਦੇਖਿਆ ਹੁੰਦਾ। ਇਹ ਐਕਚੁਅਲੀ ਸਿਨੇਮਾ ਹੈ, ਇਹ ਪ੍ਰਭਾਵ ਆ ਸਿਨੇਮੇ ਦਾ ਕਿ ਤੁਹਾਨੂੰ ਇੱਕ ਫਿਲਮ ਮੇਕਰ ਦੇ ਤੌਰ 'ਤੇ ਤੁਹਾਨੂੰ ਸ਼ਾਟ ਵੀ ਤੁਹਾਨੂੰ ਦੇਖ ਰਿਹਾ, ਤੁਹਾਨੂੰ ਉਹਦਾ ਬੈਕਗਰਾਊਂਡ ਮਿਊਜ਼ਿਕ ਵੀ ਸੁਣ ਰਿਹਾ, ਤੁਹਾਨੂੰ ਲੋਕੇਸ਼ਨ ਵੀ ਸੁਣ ਰਹੀ ਹੈ, ਤੁਹਾਨੂੰ ਟੇਕਿੰਗ ਵੀ ਦਿਮਾਗ 'ਚ ਆ ਰਹੀ ਹੈ ਕਿ ਯਾਰ ਜੇ ਇਹ ਬੰਦੇ ਨੂੰ ਮੈਂ ਸ਼ੂਟ ਕਰਨਾ ਹੋਵੇ ਤਾਂ ਮੈਂ ਕਿਵੇਂ ਕਰੂੰਗਾ। ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਮੇਰਾ ਜਿਹੜਾ ਫਿਲਮ ਨਿਰਦੇਸ਼ਕ ਵਾਲਾ ਪੱਖ ਆ ਉਹ ਜ਼ਿਆਦਾ ਮਤਲਬ ਹਮੇਸ਼ਾ ਹੀ ਜਿਹੜਾ ਹੈਗਾ ਬਹੁਤ ਜ਼ਿਆਦਾ ਸਰਗਰਮ ਰਹਿੰਦਾ। ਤੁਹਾਡਾ ਨਾਂ ਪੰਜਾਬੀ ਦੇ ਬਿਹਤਰੀਨ ਗੀਤਕਾਰਾਂ ਦੇ ਵਿੱਚ ਸ਼ੁਮਾਰ ਹੈ। ਤੁਸੀਂ ਉਸ ਸਮੇਂ ਦੇ ਵਿੱਚ ਆਫ ਬੀਟ ਗੀਤਕਾਰੀ ਕੀਤੀ, ਜ਼ਰੂਰਤ ਕੀਤੀ ਆਫ ਬੀਟ ਗੀਤਕਾਰੀ ਕਰਨ ਦੀ, ਜਿਹੜੀ ਕਿ ਸਕਸੈਸਫੁਲ ਵੀ ਰਹੀ। ਜਦੋਂ ਦੁਗਾਣਾ ਗੀਤਾਂ ਦਾ ਬਹੁਤ ਜ਼ਿਆਦਾ ਦੌਰ ਸੀਗਾ, ਜਾਂ ਫਿਰ ਜਿਵੇਂ ਆਪਾਂ ਕਹਿੰਦੇ ਕਿ ਬਜ਼ਾਰੂ ਗਾਇਕੀ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਆ, ਤਾਂ ਉੱਥੇ ਤੁਹਾਡੀ ਇੱਕ ਸਿੱਲੀ ਹਵਾ ਜਾਂ ਕਹਿ ਦਿਓ ਠੰਡੇ ਬੁੱਲੇ ਵਾਲੀ ਗੀਤਕਾਰੀ ਤੁਹਾਡੀ ਆਉਂਦੀ ਹੈ, ਹੈ ਨਾ, ਤਾਂ ਉਹ ਗੀਤਕਾਰੀ ਚੱਲੀ। ਬਾਵਜੂਦ ਇਸ ਦੇ ਤੁਹਾਡੀਆਂ ਫਿਲਮਾਂ ਤੋਂ ਇਲਾਵਾ ਤੁਹਾਡੀ ਗੀਤਕਾਰੀ ਕਿਉਂ ਗੈਰ ਹਾਜ਼ਰ ਆ? ਹਾਂਜੀ, ਅਸਲ ਦੇ ਵਿੱਚ ਗੱਲ ਇਹ ਹੈ ਕਿ ਮੈਂ ਪਹਿਲਾਂ ਕਵੀ ਹਾਂ, ਹੈ ਨਾ, ਫਿਰ ਮੈਂ ਗੀਤਕਾਰ ਹੋਇਆ, ਫਿਰ ਮੈਂ ਫਿਲਮ ਰਾਈਟਰ ਹੋਇਆ, ਫਿਰ ਮੈਂ ਫਿਲਮ ਨਿਰਦੇਸ਼ਕ ਹੋਇਆ। ਮੈਨੂੰ ਜਿਵੇਂ ਮੈਂ ਪਹਿਲਾਂ ਹੀ ਕਹਿ ਹਟਿਆ ਕਿ ਮੈਨੂੰ ਮੇਰਾ ਫਿਲਮਕਾਰ ਹੋਣਾ, ਫਿਲਮ ਡਾਇਰੈਕਟਰ ਹੋਣਾ ਸਭ ਤੋਂ ਵੱਧ ਪਿਆਰਾ, ਔਰ ਇਹਨੂੰ ਮੈਂ ਸਭ ਤੋਂ ਵੱਧ ਟਾਈਮ ਦਿੰਦਾ। ਇਨ ਬਿਟਵੀਨ ਮੈਂ ਤੁਰਿਆ ਫਿਰਦਾ ਕਵਿਤਾ ਵੀ ਲਿਖਦਾ, ਤੁਰਿਆ ਫਿਰਦਾ ਮੈਂ ਗੀਤ ਵੀ ਲਿਖਦਾ, ਤੁਰਿਆ ਫਿਰਦਾ ਮੈਂ ਫਿਲਮ ਵੀ ਸੋਚਦਾ ਰਹਿਣਾ, ਹੈ ਨਾ। ਪਰ ਜਿਸ ਕਿਸਮ ਦੇ ਮੈਂ ਗੀਤ ਲਿਖਦਾ, ਅੱਜ ਵੀ ਲਿਖਦਾ ਮੈਂ, ਜਾਂ ਜਿਸ ਕਿਸਮ ਦੇ ਮੈਂ ਉਸ ਟਾਈਮ ਗੀਤ ਲਿਖਦਾ ਸੀ, ਉਦੋਂ ਮੇਰਾ ਸਿਰਫ ਗੀਤਕਾਰ ਹੀ ਸੀ। ਮੈਂ ਗੀਤ ਲਿਖਿਆ ਅਤੇ
ਗਾਇਕ ਨੇ ਮੇਰੇ ਨਾਲ ਗੱਲ ਕੀਤੀ ਜਾਂ ਮੈਂ ਗਾਇਕ ਨਾਲ ਗੱਲ ਕੀਤੀ ਤੇ ਗੀਤ ਰਿਕਾਰਡ ਹੋ ਗਿਆ। ਹੁਣ ਮੇਰਾ 24 ਘੰਟੇ ਇਹ ਹੈ ਕਿ ਮੈਂ ਫਿਲਮ ਲਿਖ ਰਿਹਾ ਤੇ ਮੈਂ ਪ੍ਰੋਡਿਊਸਰ ਨਾਲ ਗੱਲ ਕਰਦਾ, ਕਿਸੇ ਐਕਟਰ ਨਾਲ ਗੱਲ ਕਰਦਾ ਕਿ ਯਾਰ ਆਹ ਮੈਂ ਫਿਲਮ ਲਿਖ ਰਿਹਾ, ਮੈਂ ਚਾਹੁੰਦਾ ਕਿ ਆਪਾਂ ਇਹ ਫਿਲਮ ਬਣਾਈਏ, ਹੈ ਨਾ, ਕਿਉਂਕਿ ਧਿਆਨ ਉੱਧਰ ਆ, ਹੈ ਨਾ। ਨਾਲ ਦੀ ਨਾਲ ਜਿਹੜੀ ਇਹ ਗੱਲ ਇਕੱਲਾ ਇਹੀ ਨਹੀਂ, ਦੂਜੀ ਗੱਲ ਇਹ ਹੈ ਕਿ ਜਿਹੋ ਜਿਹੇ ਗਾਇਕ ਮੈਂ ਸੁਣਦਾ ਸੀ ਉਹ ਗਾਇਕ ਹੁਣ ਹੈ ਨਹੀਂ ਗੇ, ਸਰਗਰਮ ਨਹੀਂ ਗੇ, ਹੈ ਨਾ। ਹੰਸਰਾਜ ਹੰਸ ਜੀ ਹੋ ਗਏ ਜਾਂ ਸਰਦੂਲ ਸਿਕੰਦਰ ਭਾਜੀ ਤਾਂ ਚਲੋ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਵਾਸ ਦੇਣ। ਸਾਬਰ ਕੋਟੀ ਬਾਈ ਵੀ, ਹੈ ਨਾ, ਜਾਂ ਫਿਰੋਜ਼ ਖਾਨ ਜਾਂ ਇਸ ਤਰ੍ਹਾਂ ਦੇ ਜਿਹੜੇ ਸੁਰੀਲੇ ਸਿੰਗਰ ਨੇ, ਹੈ ਨਾ, ਉਹ ਹੁਣ ਉਹਨੇ ਹੈ ਨਹੀਂ ਗੇ, ਸਰਗਰਮ ਨਹੀਂ ਗੇ, ਹੈ ਨਾ। ਜਿਹੜੇ ਚੰਗੇ ਗਾਇਕ ਨੇ ਜਿਹੜੇ ਮੈਨੂੰ ਅੱਜ ਵੀ ਪਸੰਦ ਨੇ, ਜਿਵੇਂ ਸਤਿੰਦਰ ਸਰਤਾਜ ਆ, ਉਹ ਖੁਦ ਹੀ ਬਹੁਤ ਅੱਛੇ ਸ਼ਾਇਰ ਨੇ, ਉਹ ਆਪ ਲਿਖਦੇ ਨੇ, ਹੈ ਨਾ। ਅਮਰਿੰਦਰ ਵੀ ਉਵੇਂ ਸਰਗਰਮ ਨਹੀਂ ਗਾ, ਹੈ ਨਾ, ਵੀ ਜਿਸ ਤਰ੍ਹਾਂ, ਕਿਉਂਕਿ ਉਹ ਹੋਰ ਤਰ੍ਹਾਂ ਦਾ ਬੰਦਾ, ਹਾਂ, ਉਹ ਉਵੇਂ ਨਹੀਂ ਗਾ ਸੋਚਦਾ ਹੁਣ ਗਾਇਕੀ ਬਾਰੇ। ਬਾਕੀ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਨੇ ਕਦੇ ਮੇਰੇ ਨਾਲ ਸੰਪਰਕ ਹੀ ਨਹੀਂ ਕੀਤਾ, ਮੈਨੂੰ ਕਦੇ ਕਿਹਾ ਨਹੀਂ ਕਿ ਅਸੀਂ ਤੁਹਾਡਾ ਗੀਤ ਗਾਉਣਾ, ਹੈ ਨਾ। ਫਿਲਮ ਦੇ ਵਿੱਚ ਵੀ ਮੈਂ ਜਦੋਂ ਗੀਤ ਲਿਖਦਾ ਤਾਂ ਮੈਂ ਇਸ ਕਰਕੇ ਲਿਖਦਾ ਕਿ ਕਿਉਂਕਿ ਫਿਲਮ ਮੇਰੀ ਲਿਖੀ ਹੁੰਦੀ ਹੈ ਤਾਂ ਸਿਚੁਏਸ਼ਨ ਮੈਨੂੰ ਪਤਾ ਹੁੰਦੀ ਹੈ, ਤਾਂ ਮੈਨੂੰ ਲੱਗਦਾ ਹੁੰਦਾ ਕਿ ਆਹ ਜਿਹੜੀ ਸਿਚੁਏਸ਼ਨ 'ਤੇ ਹੈ ਨਾ, ਇਹਦੇ 'ਤੇ ਗੀਤ ਮੈਨੂੰ ਹੀ ਲਿਖਣਾ ਚਾਹੀਦਾ, ਹੈ ਨਾ। ਉਹ ਗੀਤ ਮੈਂ ਇਸ ਕਰਕੇ ਲਿਖਦਾ, ਇਸ ਕਰਕੇ ਨਹੀਂ ਲਿਖਦਾ ਕਿ ਮੈਂ ਫਿਲਮ ਦਾ ਰਾਈਟਰ ਡਾਇਰੈਕਟਰ ਹਾਂ, ਇਸ ਕਰਕੇ ਮੈਂ ਤਾਂ ਕੁਛ ਵੀ ਕਰ ਸਕਦਾ, ਉਹ ਨਹੀਂ ਕਰਦਾ ਮੈਂ ਕੰਮ। ਮੈਨੂੰ ਲੱਗਦਾ ਕਿ ਇਸ ਸਿਚੁਏਸ਼ਨ 'ਤੇ ਮੈਨੂੰ ਲਿਖਣਾ ਚਾਹੀਦਾ, ਕਿਸੇ ਹੋਰ ਸਿਚੁਏਸ਼ਨ ਮੈਂ ਹੋਰਾਂ ਸਿਚੁਏਸ਼ਨ 'ਤੇ ਵੀ ਸਕਦਾ, ਪਰ ਮੈਂ ਉਹ ਕੰਮ ਕਰਦਾ ਨਹੀਂ, ਇੱਕ ਅਧਿਕਾਰ ਨਹੀਂ ਜਮਾਉਂਦਾ ਆਪਦਾ, ਉਹ ਮੈਂ ਹੋਰ ਗੀਤਕਾਰਾਂ ਨੂੰ ਕਹਿ ਦਿੰਦਾ। ਜਿਵੇਂ ਹੁਣ ਸਿੱਪੀ ਮਰ ਜਾਣੇ ਆ ਤਾਂ ਮੈਂ ਸਿੱਪੀ ਨੂੰ ਕਹਿਤਾ ਕਿ ਸਿਚੁਏਸ਼ਨ ਆ ਹੈ, ਤੁਹਾਡੇ ਕਿਸੇ ਜਿਹੜਾ ਗੀਤਕਾਰ ਆ, ਜਿੱਦਾਂ ਸੁਲੱਖਣ ਚੀਮਾ ਤੋਂ ਲਿਖਵਾਏ ਉਹਨੇ, ਕੋਈ ਨਰਿੰਦਰ ਬਾਂਠ ਤੋਂ ਲਿਖਵਾਇਆ, ਮੈਂ ਵੀ ਲਿਖੇ, ਹੈ ਨਾ, ਤਾਂ ਮੈਂ ਡਿਸਕਸ ਕਰ ਲੈਂਦਾ, ਹੈ ਨਾ। ਇਸ ਕਰਕੇ ਗੀਤਕਾਰੀ ਮੇਰੀ ਬਦਸਤੂਰ ਕਾਇਮ ਆ, ਲਿਖਦਾ ਮੈਂ, ਪਰ ਸਿੰਗਰ ਗਾਉਂਦੇ ਨਹੀਂ ਗੇ ਮੇਰੇ ਗੀਤ, ਉਹ ਮੇਰੇ ਨਾਲ ਕੋਈ ਸੰਪਰਕ ਨਹੀਂ ਕਰਦੇ ਇਸ ਗੱਲ ਦੇ। ਪਰ ਅੱਜ ਦੀ ਚੱਲ ਰਹੀ ਗੀਤਕਾਰੀ ਦੇ ਵਿੱਚੋਂ ਜਾਂ ਫਿਰ ਕਿਹੋ ਜਿਹੀ ਗੀਤਕਾਰੀ ਨੂੰ ਜਾਂ ਕਿਸ ਗੀਤਕਾਰ ਨੂੰ ਤੁਸੀਂ ਸੈਲੀਬ੍ਰੇਟ ਕਰਦੇ ਹੋ? ਮੇਰੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਮੈਨੂੰ ਤਕਨੀਕੀ ਤੌਰ 'ਤੇ ਗਲਤ ਲਿਖਿਆ ਹੋਇਆ ਗੀਤ ਨਹੀਂ ਮੈਂ ਸੁਣ ਸਕਦਾ। ਗਲਤ ਹੁੰਦਾ ਕਿ ਤੋਲ ਤੁਕਾਂਤ, ਬਹਿਰ ਵਜਨ, ਹੈ ਨਾ, ਸ਼ਬਦਾਂ ਦਾ ਮਿਲਾਨ, ਕਾਫੀਆ, ਉਹ ਜਦੋਂ ਗਲਤ ਆ ਤਾਂ ਉਹ ਗੀਤ ਜਿੰਨਾ ਮਰਜ਼ੀ ਵੱਡਾ ਹਿੱਟ ਆ, ਮੈਂ ਨਹੀਂ ਸੁਣ ਸਕਦਾ, ਮੈਥੋਂ ਸੁਣਿਆ ਨਹੀਂ ਜਾਣਾ ਉਹ। ਮੈਂ ਪਹਿਲੀ ਲਾਈਨ ਸੁਣੀ, ਹੈ ਨਾ, ਅਤੇ ਦੂਜੀ ਲਾਈਨ 'ਤੇ ਜਦੋਂ ਉਹਨੇ ਮਿਲਾਨ ਸਹੀ ਨਹੀਂ ਕੀਤਾ ਤਾਂ ਮੈਂ ਟੁੱਟ ਜਾਂਦਾ ਗੀਤ ਨਾਲੋਂ, ਮੈਂ ਯਾਰ ਨਹੀਂ ਸੁਣਨਾ। ਦੂਜੇ ਪਾਸੇ ਜੇ ਕੋਈ ਗੀਤ ਬਹੁਤ ਅੱਛਾ ਲਿਖਿਆ ਹੋਇਆ, ਹੈ ਨਾ, ਉਹ ਬੇਸ਼ੱਕ ਇਹੋ ਜਿਹੇ ਗਾਇਕ ਦਾ ਹੋਵੇ, ਹੈ ਨਾ, ਜਿਹਨੂੰ ਲੋਕ ਇਹ ਆਖਦੇ ਹੋਣ ਕਿ ਯਾਰ ਇਹ ਕੀ ਗਾਉਂਦਾ, ਇਹ ਤਾਂ ਯਾਰ ਹਥਿਆਰਾਂ ਨੂੰ ਪ੍ਰਮੋਟ ਕਰਦਾ, ਜਿੱਦਾਂ ਸਿੱਧੂ ਮੂਸੇ ਵਾਲੇ ਦੀ ਗੱਲ ਲੈ ਲਓ, ਇਹ ਤਾਂ ਯਾਰ ਧੱਕਾ ਕਰਦਾ, ਇਹ ਤਾਂ ਯਾਰ ਸਾਰਾ ਦਿਨ ਫੁਕਰੀ ਮਾਰਦਾ ਗੀਤਾਂ 'ਚ, ਪਰ ਮੈਂ ਉਹਦੇ ਗੀਤ ਸੁਣ ਲੈਂਦਾ ਕਿਉਂਕਿ ਉਹ ਲਿਖਤੀ ਰੂਪ 'ਚ ਬਹੁਤ ਸਹੀ ਨੇ। ਹਾਂ, ਉਹ ਸਬਜੈਕਟ ਦੀ ਗੱਲ ਨਹੀਂ ਕਰ ਰਿਹਾ, ਰੂਪਕ ਪੱਖ ਦੀ ਗੱਲ ਕਰ ਰਿਹਾ ਮੈਂ ਗੀਤ ਦੀ। ਉਹ ਸ਼ਬਦ ਕਿਵੇਂ ਜੋੜਦਾ, ਉਹ ਸ਼ਬਦ ਜੜਤ ਆ ਜਿਹੜੀ, ਉਹ ਅਸਲ 'ਚ ਗੀਤਕਾਰੀ ਦੀ ਬੁਨਿਆਦ ਆ, ਹੈ ਨਾ। ਅੱਜ ਵੀ ਤੁਸੀਂ ਦੇਬੀ ਭਾਈ ਦੇ ਗਾਣੇ ਸੁਣੋ, ਹੈ ਨਾ, ਜਾਂ ਬਾਬੂ ਸਿੰਘ ਮਾਨ ਸਾਹਿਬ ਦੇ ਗੀਤ ਸੁਣੋ, ਜਾਂ ਨਵੇਂ ਸਾਡੇ ਭਰਾ ਜਿਨ੍ਹਾਂ ਨੂੰ ਲਿਖਣਾ ਆਉਂਦਾ, ਮਨਪ੍ਰੀਤ ਟਵਾਣਾ ਨੂੰ ਸੁਣੋ, ਜਾਂ ਗੁਰਵਿੰਦਰ ਬਰਾੜ ਨੂੰ ਸੁਣੋ। ਇਹ ਲੋਕ ਮੈਨੂੰ ਇਸ ਕਰਕੇ ਹੀ ਚੰਗੇ ਲੱਗਦੇ ਨੇ ਕਿ ਇਹਨਾਂ ਨੂੰ ਰੂਪਕ ਪੱਖ ਬਹੁਤ ਪਤਾ ਕਿ ਦੇਖੋ ਜੀ, ਹਰ ਚੀਜ਼ ਦਾ ਨਾ ਇੱਕ ਉਹ ਹੁੰਦਾ, ਇੱਕ ਉਹਦਾ ਕਾਇਦਾ ਹੁੰਦਾ, ਹੈ ਨਾ। ਤੁਹਾਨੂੰ ਗਾਉਣਾ ਨਹੀਂ ਆਉਂਦਾ, ਇਹ ਗੱਲ ਅਸੀਂ ਮੰਨ ਲਈ ਕਿ ਤੁਸੀਂ ਫਿਰ ਵੀ ਗਾਇਕ ਹੋ। ਤੁਹਾਨੂੰ ਹਾਰਮੋਨੀਅਮ ਨਹੀਂ ਵਜਾਉਣਾ ਆਉਂਦਾ, ਤੁਸੀਂ ਫਿਰ ਵੀ ਗਾ ਰਹੇ ਹੋ, ਅਸੀਂ ਇਹ ਗੱਲ ਵੀ ਮੰਨ ਲਈ। ਤੁਸੀਂ ਵੌਇਸ ਨੂੰ ਜਿਹੜਾ ਹੈਗਾ ਉਹ ਟਿਊਨਰ ਲਵਾ ਰਹੇ ਹੋ, ਜੋ ਵੀ ਕਰ ਰਹੇ ਹੋ, ਉਹ ਵੀ ਅਸੀਂ ਮੰਨ ਲਿਆ। ਅਸੀਂ ਸਾਰੀਆਂ ਚੀਜ਼ਾਂ ਮੰਨ ਲਈਆਂ ਤੁਹਾਡੀਆਂ, ਤੁਸੀਂ ਹਿੱਟ ਸਿੰਗਰ ਹੋ, ਸਟਾਰ ਹੋ, ਅਸੀਂ ਮੰਨਦੇ ਹਾਂ, ਪਰ ਯਾਰ ਗੀਤ ਗਲਤ ਲਿਖਿਆ ਹੋਇਆ ਨਹੀਂ ਅਸੀਂ ਮੰਨਦੇ।
ਇਹ ਗੱਲ ਮੈਂ ਨਹੀਂ ਸੁਣ ਸਕਦਾ। ਸਤਿੰਦਰ ਸਰਤਾਜ ਦਾ ਮੈਂ ਜ਼ਿਕਰ ਇਸ ਕਰਕੇ ਕੀਤਾ ਕਿ ਉਹ ਇਹ ਜਾਣਦੇ ਨੇ। ਸਤਿੰਦਰ ਸਰਤਾਜ ਜੀ ਨੂੰ ਪਤਾ ਹੈ ਕਿ ਸ਼ਾਇਰੀ ਕਿਵੇਂ ਲਿਖੀ ਜਾਂਦੀ ਹੈ, ਹੈ ਨਾ। ਉਹਨਾਂ ਨੇ ਪੜ੍ਹਿਆ, ਉਹ ਇੱਕ ਵਿਦਵਾਨ ਗਾਇਕ ਆ। ਉਹ ਮੈਨੂੰ ਪਸੰਦ ਇਸ ਕਰਕੇ ਨੇ ਕਿ ਜੇ 2-4 ਲਾਈਨਾਂ ਵੀ ਮੈਨੂੰ ਕਿਤੇ ਸੁਣਨ ਤਾਂ ਮੈਨੂੰ ਸਵਾਦ ਆ ਜਾਏ ਕਿ ਹਾਂ ਯਾਰ ਬਿਲਕੁਲ ਉਹੋ ਜਿਹਾ ਸਵਾਦ ਜਿਹੜਾ ਅਸੀਂ ਗਜ਼ਲ 'ਚੋਂ ਲੈਂਦੇ ਹਾਂ। ਸਮਝ ਗਏ ਨਾ। ਜਦੋਂ ਆਪਾਂ ਉਰਦੂ ਗਜ਼ਲ ਦਾ ਕੋਈ ਸ਼ੇਰ ਜਾਂ ਪਾਤਰ ਸਾਹਿਬ ਦੀ ਪੰਜਾਬੀ ਗਜ਼ਲ ਜਾਂ ਡਾਕਟਰ ਜਗਤਾਰ ਹੋਰਾਂ ਦੀ ਗਜ਼ਲ ਜਾਂ ਜਸਵਿੰਦਰ ਭਾਈ ਦੀ ਕੋਈ ਗਜ਼ਲ ਦੀ ਅਸੀਂ ਗੱਲ ਕਰਦੇ ਹਾਂ, ਜਾਂ ਰਾਹਤ ਅੰਦੌਰੀ ਹੋਰਾਂ ਦੀ ਕਿਸੇ ਗਜ਼ਲ ਦਾ ਸ਼ੇਰ ਬੋਲਦੇ ਹਾਂ, ਜਾਂ ਮੁਨੱਵਰ ਰਾਣਾ ਸਾਹਿਬ ਦਾ ਸ਼ੇਰ ਬੋਲਦੇ ਹਾਂ, ਤਾਂ ਉਹ ਲਿਖਤੀ ਰੂਪ 'ਚ ਬਹੁਤ ਸਹੀ ਨੇ। ਸਬਜੈਕਟ ਦੀ ਨਹੀਂ ਗੱਲ, ਰੂਪਕ ਪੱਖ ਦੀ ਗੱਲ ਹੈ ਕਿ ਸ਼ਬਦ ਜੜਤ ਕਿੰਨੀ ਸਹੀ ਹੈ। ਉਹੀ ਗੱਲ ਮੈਨੂੰ ਗੀਤਾਂ 'ਚ ਚਾਹੀਦੀ ਹੈ, ਕਿਉਂਕਿ ਮੈਂ ਬਹੁਤ ਇਸ ਗੱਲ ਦਾ ਧਿਆਨ ਰੱਖਦਾ। ਔਰ ਸਾਰੇ ਉਸਤਾਦ ਲੋਕ ਨੇ ਜਿਹੜੇ ਮੇਰੇ ਵੱਡੇ, ਉਹਨਾਂ ਨੇ ਇਹੀ ਸਿਖਾਇਆ ਤੇ ਅਸੀਂ ਉਹਨਾਂ ਤੋਂ ਇਹੀ ਸਿੱਖਿਆ। ਅਸੀਂ ਇਹ ਧੱਕਾ ਨਹੀਂ ਕਰ ਸਕਦੇ ਵੀ ਕਿਹੜੇ ਸ਼ਬਦ ਨਾਲ ਕਿਹੜਾ ਮਰਜ਼ੀ ਮਿਲਾਨ ਕਰੀ ਜਾਈਏ ਤੇ ਦੱਬੀ ਜਾਈਏ, ਮਤਲਬ ਉਹ ਕੰਮ ਨਹੀਂ ਹੁੰਦਾ। ਇਸ ਕਰਕੇ ਮੈਂ ਨਵਿਆਂ ਦੇ ਵਿੱਚੋਂ ਸਾਰਿਆਂ ਨੂੰ ਸੁਣਦਾ ਤਾਂ ਹਾਂ, ਪਰ ਮੈਂ ਪਸੰਦ ਨਹੀਂ ਕਰਦਾ ਉਹਨਾਂ ਨੂੰ। ਆਪਾਂ ਅਗਰ ਕਿਸੇ ਦਾ ਨਾਮ ਨਾ ਵੀ ਲੈਣਾ ਹੋਵੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਸਮੇਂ 'ਚ ਕਿੰਨੇ % ਗਲਤ ਗੀਤਕਾਰੀ ਹੋ ਰਹੀ ਹੈ? 90% ਹੋ ਰਹੀ ਹੈ ਜੀ ਗਲਤ। ਤੇ ਅਸੀਂ ਸੁਣ ਮੈਨੂੰ ਜਿਹੜੇ ਮਤਲਬ ਅੱਜ ਨਵੇਂ ਮੁੰਡਿਆਂ 'ਚੋਂ ਜੇ ਕੋਈ ਮੈਨੂੰ ਪਸੰਦ ਆ ਤਾਂ ਮੈਨੂੰ ਹਰਮਨਜੀਤ ਪਸੰਦ ਆ ਜੀ, ਕਿ ਉਹਨੂੰ ਲਿਖਣਾ ਆਉਂਦਾ ਹੈ ਗੀਤ, ਉਹਨੂੰ ਰੂਪਕ ਪੱਖ ਦਾ ਪਤਾ ਹੈ, ਬਹਿਰ ਵਜਨ ਕਾਫੀਆ ਮਲਾਨ ਸ਼ਬਦ ਚੋਣ ਉਹਨੂੰ ਪਤਾ ਹੈ ਇਸ ਗੱਲ ਦਾ, ਹੈ ਨਾ। ਹੋਰ ਵੀ ਹੋਣਗੇ ਜਿਹੜੇ ਇਸ ਟਾਈਮ ਮੇਰੇ ਦਿਮਾਗ 'ਚ ਨਹੀਂ ਆ ਰਹੇ, ਮੈਨੂੰ ਮਤਲਬ ਚੰਗੇ ਨੇ, ਪਰ 90% ਗੀਤ ਆ ਜਿਹੜੇ ਔਰ ਹਿੱਟ ਗੀਤ ਉਹ ਗਲਤ ਲਿਖੇ ਹੋਏ ਨੇ। ਤੁਹਾਡਾ ਸਿਨੇਮਾ ਜਿਹੜਾ ਜੋਰਾ ਤੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਜੋਰਾ 2 ਆਈ ਆ, ਜਾਂ ਹੁਣ ਫਿਰ ਮਰ ਜਾਣੇ ਆਉਂਦੀ ਹੈ, ਇਹ ਸਾਰਾ ਬਠਿੰਡਾ ਬੇਸਡ ਹੀ ਕਿਉਂ ਆ? ਤੁਹਾਡੀਆਂ ਫਿਲਮਾਂ ਦੇ ਕਿਰਦਾਰ ਬਠਿੰਡਾ ਬੇਸਡ ਹੀ ਕਿਉਂ ਨੇ? ਕੀ ਇਹਨੂੰ ਅਸੀਂ ਉਦਰੇਵਾਂ ਕਹਿ ਸਕਦੇ ਹਾਂ? ਨਹੀਂ, ਉਦਰੇਵਾਂ ਨਹੀਂ ਗਾ। ਮੈਨੂੰ ਐਕਚੁਅਲੀ ਦੇਸੀ ਪਾਤਰਾਂ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਆ। ਦੇਸੀ ਘਟਨਾਵਾਂ, ਮਿੱਟੀ ਨਾਲ ਜੁੜੇ ਹੋਏ ਲੋਕ, ਖਰਵੇ, ਹੈ ਨਾ, ਲੜਨ ਵਾਲੇ, ਗਾਲਾਂ ਕੱਢਣ ਵਾਲੇ, ਇੱਕ ਦੂਜੇ ਦੇ ਨਾਲ ਉਹਨਾਂ ਦਾ ਕੋਈ ਵੈਰ ਹੋ ਸਕਦਾ, ਹੈ ਨਾ, ਉਹ ਕੋਈ ਪੁਲਿਸ ਆਫਿਸਰ ਹੋ ਸਕਦਾ, ਕੋਈ ਵੈਲੀ ਹੋ ਸਕਦਾ, ਹੈ ਨਾ, ਕੋਈ ਰਾਜਨੇਤਾ ਹੋ ਸਕਦਾ, ਕੋਈ ਆਮ ਮਤਲਬ ਕੋਈ ਕਬੱਡੀ ਖਿਡਾਰੀ। ਇਹੋ ਜਿਹੇ ਲੋਕ, ਇਹੋ ਜਿਹੇ ਪਾਤਰ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ, ਹੈ ਨਾ, ਕਿਉਂਕਿ ਇਹਨਾਂ ਕੋਲੇ ਬਹੁਤ ਸਾਰੇ ਇਹ ਉਹ ਲੋਕ ਨੇ ਜਿਹੜੇ ਸਮਾਜ ਵੱਲੋਂ ਮਤਲਬ ਬੜੇ ਚੰਗੇ ਬੰਦੇ ਨਹੀਂ ਗਿਣੇ ਜਾਂਦੇ ਹੁੰਦੇ। ਜਿਹੜੇ ਮੇਰੇ ਪਾਤਰਾਂ ਦੀ ਗੱਲ ਕਰ ਰਿਹਾ ਮੈਂ, ਇਹ ਉਹ ਨਹੀਂ ਗੇ, ਮਤਲਬ ਨਾਨਕ ਸਿੰਘ ਦੇ ਨਾਵਲਾਂ ਦੇ ਪਾਤਰਾਂ ਵਰਗੇ ਪਾਤਰ ਨਹੀਂ ਗੇ ਇਹ, ਨਾ ਇਹ ਮਨਮੋਹਨ ਸਿੰਘ ਭਾਜੀ ਦੀਆਂ ਫਿਲਮਾਂ ਦੇ ਪਾਤਰਾਂ ਵਰਗੇ ਪਾਤਰ ਨੇ ਕਿ ਹੀਰੋ ਆਵੇ ਤੇ ਵੀ ਮੱਥਾ ਟੇਕਦਾ ਬੇਬੇ ਜੀ ਤੇ ਪੈਰੀਂ ਹੱਥ ਲਾਵੇ। ਇਹੋ ਜਿਹੇ ਪਾਤਰ ਨਹੀਂ ਗੇ, ਉਹ ਵਿਗੜੇ ਦੇ ਪਾਤਰ ਨੇ, ਹੈ ਨਾ। ਉਹ ਬਹੁਤ ਸਾਰੀਆਂ ਗੱਲਾਂ ਉਹਨਾਂ 'ਚ ਗਲਤ ਨੇ। ਮੈਨੂੰ ਸਿਨੇਮਾ ਇਸ ਤਰ੍ਹਾਂ ਦਾ ਪਸੰਦ ਆ, ਥੋੜ੍ਹਾ ਡਾਰਕ ਸਿਨੇਮਾ, ਹੈ ਨਾ, ਐਕਸ਼ਨ ਵੀ ਆ ਉਹਦੇ 'ਚ ਵਾਇਲੈਂਸ ਵੀ ਆ। ਉਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ, ਮੈਂ ਕਿਉਂਕਿ ਬਠਿੰਡੇ ਦਾ ਜੰਪ ਵਾਲਾ, ਉਸ ਇਲਾਕੇ ਦੇ ਲੋਕਾਂ ਨੂੰ ਜਾਣਦਾ। ਬਹੁਤ ਸਾਰੇ ਮੇਰੇ ਦੋਸਤ ਨੇ, ਹਰ ਵਰਗ ਦੇ ਵਿੱਚ ਹੀ ਮੇਰੇ ਦੋਸਤ ਨੇ, ਪੁਲਿਸ ਵਾਲੇ ਵੀ ਮੇਰੇ ਦੋਸਤ ਨੇ, ਪੋਲੀਟੀਸ਼ੀਅਨ ਵੀ ਮੈਨੂੰ ਜਾਣਦੇ ਨੇ, ਮੈਂ ਉਹਨਾਂ ਨੂੰ ਜਾਣਦਾ, ਹੈ ਨਾ। ਜਾਂ ਸੋ ਕਾਲਡ ਜਿਹਨੂੰ ਵੈਲੀ ਸ਼ਬਦ ਵਰਤੇ ਆ, ਜਿਹਨਾਂ ਨੂੰ ਹੁਣ ਹਿੰਦੀ ਮੀਡੀਆ ਦੇ ਪ੍ਰਭਾਵ ਹੇਠ ਅਸੀਂ ਗੈਂਗਸਟਰ ਕਹਿਣ ਲੱਗ ਗਏ, ਉਹ ਮੇਰੇ ਸਾਰੇ, ਮੈਂ ਉਹਨਾਂ ਨੂੰ ਜਾਣਦਾ। ਉਹ ਜਿਹੜੀਆਂ ਘਟਨਾਵਾਂ ਘਟਦੀਆਂ ਨੇ ਉਹ ਮੈਨੂੰ ਚੰਗੀਆਂ ਲੱਗਦੀਆਂ ਨੇ ਜੀ। ਉਹ ਮੈਂ ਹਾਲੀਵੁੱਡ ਦਾ ਸਿਨੇਮਾ ਦੇਖਾਂ, ਚਾਹੇ ਮੈਂ ਕਿਸੇ ਹੋਰ ਭਾਸ਼ਾ ਦਾ ਸਿਨੇਮਾ ਦੇਖਾਂ, ਤਾਂ ਮੈਂ ਉਹੋ ਜਿਹੀਆਂ ਫਿਲਮਾਂ ਮੇਰੀਆਂ ਪਸੰਦ ਦੀਆਂ ਫਿਲਮਾਂ ਨੇ। ਹਿੰਦੀ ਦੇ ਵਿੱਚ ਵੀ ਵਿਸ਼ਾਲ ਭਾਰਤਵਾਜ, ਰਾਮ ਗੋਪਾਲ ਵਰਮਾ, ਅਨੁਰਾਗ ਕਸ਼ਪ, ਇਹ ਲੋਕ, ਹੈ ਨਾ, ਦਿਵਾਕਰ ਬੈਨਰਜੀ, ਹੈ ਨਾ, ਇਹ ਲੋਕ ਮੈਨੂੰ ਪਸੰਦ ਨੇ, ਇਹਨਾਂ ਦਾ ਸਿਨੇਮਾ ਪਸੰਦ ਹੈ। ਮੇਰੇ ਕੋਲੇ ਵੀ ਉਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ। ਹੁਣ ਉਹਨਾਂ ਦੀ ਜਦੋਂ ਮੈਂ ਉਹਨਾਂ ਨੂੰ ਸ਼ੂਟ ਕਰੂੰਗਾ ਤਾਂ ਨੈਚੁਰਲੀ ਗੱਲ ਆ ਕਿ ਉਹ ਮੇਰੀ ਉਹਨਾਂ ਦੀ ਪਿੱਠ ਭੂਮੀ ਉਹੀ ਹੋਊਗੀ ਜਿਹੜੇ ਸ਼ਹਿਰ 'ਚ ਮੈਂ ਸਭ ਤੋਂ ਵੱਧ ਰਿਹਾ, ਜਿਹੜੇ ਸ਼ਹਿਰ 'ਚ ਮੇਰੀ ਸਭ ਤੋਂ ਵੱਧ ਜ਼ਿੰਦਗੀ ਦਾ ਹਿੱਸਾ, ਜਿੱਥੇ ਮੈਂ
ਬਿਤਾਇਆ, ਜਿੱਥੇ ਮੈਂ ਪੈਦਾ ਹੋਇਆ, ਜਿੱਥੋਂ ਦੇ ਮੈਂ ਕਣ ਨੂੰ ਜਾਣਦਾ, ਜਿੱਥੇ ਮਰਜ਼ੀ ਸ਼ੂਟ ਕਰ ਲੈਣਾ, ਜਿੱਥੇ ਮੈਂ ਜਿਹਨੂੰ ਮਰਜ਼ੀ ਕਹਿ ਦਿਆਂ ਕਿ ਬਾਈ ਜੀ ਆ ਤੁਸੀਂ ਘੰਟਾ ਨਾ ਇੱਧਰ ਦੀ ਲੰਘਿਓ ਨਾ, ਅਸੀਂ ਸ਼ੂਟ ਕਰਨਾ, ਤਾਂ ਉਹ ਕਹਿੰਦੇ ਵੀ ਠੀਕ ਹੈ। ਮੇਰਾ ਸ਼ਹਿਰ ਆ, ਮੈਨੂੰ ਬਹੁਤ ਪਿਆਰ ਕਰਦੇ ਆ, ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਬਠਿੰਡੇ ਨੂੰ। ਤਾਂ ਨੈਚੁਰਲੀ ਗੱਲ ਆ ਕਿ ਉਹ ਬਠਿੰਡੇ ਹੀ ਸ਼ੂਟ ਜਿਹੜੀ ਆ ਉਹ ਹੋ ਜਾਂਦੀ ਆ ਫਿਲਮ, ਕਿਉਂਕਿ ਉਹ ਕਹਾਣੀਆਂ ਉਹਨਾਂ ਹੀ ਪਾਤਰਾਂ ਦੀਆਂ ਨੇ, ਹੈ ਨਾ। ਮੇਰੀ ਕਹਾਣੀ ਦੇ ਵਿੱਚ ਤੁਸੀਂ ਦੇਖੋ ਕਿ ਕਿਤੇ ਰਾਜਸਥਾਨ ਦਾ ਜ਼ਿਕਰ ਆ, ਸੰਗਰੀਆ, ਡੱਬ ਵਾਲੀ, ਹੈ ਨਾ, ਜਾਂ ਇੱਧਰ ਮਲੋਟ, ਅਬੋਹਰ, ਤਾਂ ਬਠਿੰਡਾ ਸੈਂਟਰ ਪੈਂਦਾ। ਅਸੀਂ ਜੋ ਰਾਜਸਥਾਨ ਨੂੰ ਜਾਂਦੇ ਹਾਂ ਤਾਂ ਇਹ ਸ਼ਹਿਰ ਆਉਂਦੇ ਨੇ, ਹੈ ਨਾ। ਜੇ ਅਸੀਂ ਦੂਜੇ ਪਾਸੇ ਦੀ ਰਾਜਸਥਾਨ ਨੂੰ ਜਾਂਦੇ ਹਾਂ ਤਾਂ ਮਲੋਟ, ਅਬੋਹਰ, ਗੰਗਾ ਨਗਰ, ਉਹ ਸਾਰਾ ਇਲਾਕਾ ਜਿਹੜਾ ਬਠਿੰਡਾ, ਇਹ ਸਾਰਾ ਇਲਾਕਾ ਜਿਹੜਾ ਉਹ ਮੇਰੀ ਫਿਲਮਾਂ ਦੀ ਪਿੱਠ ਭੂਮੀ ਇਸੇ ਕਰਕੇ ਹੀ ਹੈ ਕਿ ਮੈਨੂੰ ਉਹਨਾਂ ਉੱਥੇ ਵਾਪਰੀਆਂ ਘਟਨਾਵਾਂ ਤੇ ਉੱਥੇ ਪੈਦਾ ਹੋਏ ਪਾਤਰ ਆ ਜਿਹੜੇ ਉਹ ਮੇਰੇ ਆਪਦੇ ਨੇ, ਉਹ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਜਾਣਦਾ ਜੀ। ਬਤੌਰ ਲੇਖਕ ਜੇ ਆਪਾਂ ਤੁਹਾਡੀ ਯੋਧਾ ਫਿਲਮ ਦੀ ਗੱਲ ਕਰੀਏ, ਸੁੱਤਾ ਨਾਗ ਦੀ ਗੱਲ ਕਰੀਏ, ਖੂਨ ਦੀ ਗੱਲ ਕਰੀਏ, ਜੋਰਾ ਜੋਰਾ 2 ਦੀ ਗੱਲ ਕਰੀਏ ਤੇ ਮਰ ਜਾਣੇ ਦੀ ਗੱਲ ਕਰੀਏ ਜੀ, ਤੁਹਾਡੀਆਂ ਜਿੰਨੀਆਂ ਵੀ ਫਿਲਮਾਂ ਆਈਆਂ ਨੇ, ਤੁਹਾਡੀਆਂ ਸਾਰੀਆਂ ਫਿਲਮਾਂ ਦੇ ਹੀ ਟਾਈਟਲ ਦਾ ਰੰਗ ਆ ਜਿਹੜਾ ਉਹ ਲਾਲ ਕਿਉਂ ਹੁੰਦਾ? ਉਹ ਇਸੇ ਕਰਕੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਤੁਹਾਨੂੰ, ਮੈਨੂੰ 2 ਰੰਗ ਬਹੁਤ ਜ਼ਿਆਦਾ ਪਸੰਦ ਨੇ, ਇੱਕ ਕਾਲਾ ਤੇ ਇੱਕ ਲਾਲ। ਲਾਲ ਰੰਗ ਆ ਜਿਹੜਾ ਉਹ ਲਹੂ ਦਾ ਰੰਗ ਆ, ਹੈ ਨਾ। ਉਹ ਇੱਕ ਜੋਸ਼ ਦਾ, ਗੁੱਸੇ ਦਾ, ਅਗਰੈਸ਼ਨ ਦਾ ਰੰਗ ਆ। ਦੂਸਰੇ ਪਾਸੇ ਜਿਹੜਾ ਕਾਲਾ ਰੰਗ ਆ ਉਹ ਇੱਕ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਕਿ ਉਹਦੇ 'ਚ ਇੱਕ ਗਹਿਰਾਈ ਆ, ਉਹਦੇ 'ਚ ਇੱਕ ਐਸੀ ਗੱਲ ਆ ਕਿ ਪਤਾ ਨਹੀਂ ਕੀ ਹੋਊਗਾ। ਇੱਕ ਇਹੋ ਜਿਹੀ ਗੱਲ ਆ ਕਿ ਜਿਹਦੇ ਬਾਰੇ ਸਾਨੂੰ ਪਹਿਲੀ ਨਜ਼ਰੇ ਦੇਖ ਕੇ ਕਲੀਅਰ ਨਹੀਂ ਹੁੰਦਾ, ਸਾਨੂੰ ਅੰਦਰ ਜਾਣਾ ਪਊਗਾ ਉਹਦੇ। ਉਹ ਇਸ ਕਿਸਮ ਦਾ ਇੱਕ ਮਾਹੌਲ ਸਿਰਜਦਾ, ਹੈ ਨਾ। ਜਿੱਦਾਂ ਆਪਾਂ ਹਨੇਰਾ, ਸਾਡਾ ਹੀ ਘਰ ਹੁੰਦਾ ਜੀ, ਉਸ ਘਰ 'ਚ ਅਸੀਂ ਸਾਰਾ ਦਿਨ ਫਿਰਦੇ ਹੁੰਦੇ ਹਾਂ, ਪਰ ਜਦੋਂ ਰਾਤ ਨੂੰ ਅਸੀਂ ਆਪਦੇ ਕਮਰੇ 'ਚ ਬਹਿ ਗਏ ਤੇ ਬਾਹਰ ਲਾਈਟਾਂ ਬੰਦ ਕਰਤੀਆਂ ਤਾਂ ਸਾਨੂੰ ਇਹ ਲੱਗਣ ਲੱਗ ਜੂਗਾ ਕਿ ਰਾਤ ਦੇ ਜਿਹੜਾ ਬਾਹਰ ਹਨੇਰਾ ਉਹਦੇ 'ਚ ਪਤਾ ਨਹੀਂ ਕੀ ਹੋਊਗਾ। ਹੈਗਾ ਤਾਂ ਉਹ ਸਾਡਾ ਹੀ ਵਿਹੜਾ, ਸਾਡਾ ਬਾਹਰਲਾ ਗੇਟ ਵੀ ਬੰਦ ਆ, ਪਰ ਇੱਕ ਮਾਹੌਲ ਕ੍ਰੀਏਟ ਕਰਦਾ ਉਹ, ਹੈ ਨਾ। ਉਸੇ ਤਰ੍ਹਾਂ ਨਾਲ ਜਿਹੜਾ ਰੈੱਡ ਰੰਗ ਆ ਉਹ ਇੱਕ ਜ਼ਿੰਦਗੀ ਦਾ ਜਿਹੜਾ ਸੰਘਰਸ਼ ਆ ਮੇਰੀਆਂ ਨਜ਼ਰਾਂ 'ਚ, ਹੈ ਨਾ। ਜੋਸ਼ ਆ ਜਿਹੜਾ ਗੁੱਸਾ ਹੈ ਨਾ, ਔਰ ਵਾਇਲੈਂਸ ਆ, ਉਹ ਸਾਰੀਆਂ ਗੱਲਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦਾ ਉਹ ਸਿੰਬਲਾਈਜ਼ ਕਰਦਾ। ਤੁਸੀਂ ਦੇਖੋ ਕਿ ਸੁੱਤਾ ਨਾਗ ਦੇ ਵਿੱਚ ਵੀ ਉਹ ਕਤਲ ਹੁੰਦਾ, ਖੂਨ 'ਚ ਵੀ ਕਤਲ ਹੁੰਦਾ, ਜੋਰਾ ਦੇ ਵਿੱਚ ਵੀ ਕਤਲ ਹੁੰਦੇ ਆ, ਮਰ ਜਾਣੇ 'ਚ ਵੀ ਕਤਲ ਹੁੰਦੇ ਆ। ਮਤਲਬ ਉਹ ਗੱਲ ਇਹ ਹੈ ਕਿ ਉਹ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਸਾਡੀਆਂ ਲੋਕ ਕਥਾਵਾਂ ਵਰਗੀਆਂ ਜਾਂ ਲੋਕ ਕਥਾਵਾਂ ਵਰਗੀਆਂ ਘਟਨਾਵਾਂ ਨੇ ਜਿਹੜੀਆਂ ਮੇਰੀਆਂ ਫਿਲਮਾਂ ਦਾ ਵਿਸ਼ਾ ਬਣਦੀਆਂ ਜੀ। ਪਰ ਕਿਤੇ ਕੋਈ ਇਹ ਰੀਜ਼ਨ ਤਾਂ ਨਹੀਂ ਹੈਗਾ ਕਿਉਂਕਿ ਤੁਹਾਡਾ ਪਿਛੋਕੜ ਕਮਿਊਨਿਸਟ ਫੈਮਿਲੀ ਤੋਂ ਆ ਜਾਂ ਉਹ ਪ੍ਰਭਾਵ? ਨਹੀਂ, ਕਮਿਊਨਿਸਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਉਹ ਜਿਹੜੀ ਇੱਕ ਵਿਚਾਰਧਾਰਾ ਵਾ ਉਹਨੂੰ ਆਪਣੀਆਂ ਫਿਲਮਾਂ ਦਾ ਜਾਂ ਆਪਣੇ ਕੰਮ ਦਾ ਕਿਸੇ ਇੱਕ ਰੂਪ ਦੇ ਵਿੱਚ ਹਿੱਸਾ ਰੱਖਣਾ ਚਾਹੁੰਦੇ ਹੋਵੋ? ਨਹੀਂ, ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਲਾਲ ਰੰਗ ਆ ਜਿਹੜਾ ਉਹ ਤਾਂ ਜਦੋਂ ਕਮਿਊਨਿਸਟ ਨਹੀਂ ਹੋਣਗੇ ਉਦੋਂ ਵੀ ਉਹ ਰੰਗ ਲਾਲ ਹੀ ਸੀਗਾ, ਲਹੂ ਉਦੋਂ ਵੀ ਲਾਲ ਹੀ ਸੀਗਾ। ਤੇ ਜਿਹੜੇ ਲੋਕ ਲਾਲ ਰੰਗ ਦੇ ਝੰਡੇ ਨੂੰ ਨਹੀਂ ਮੰਨਦੇ ਜਾਂ ਉਸ ਵਿਚਾਰਧਾਰਾ ਨੂੰ ਨਹੀਂ ਮੰਨਦੇ, ਉਹ ਵੀ ਲਾਲ ਰੰਗ ਨੂੰ ਮੰਨਦੇ ਨੇ, ਹੈ ਨਾ। ਮੈਂ ਤੁਹਾਡੀ ਗੱਲ ਸੁਣ ਕੇ ਮੈਨੂੰ ਲੱਗਿਆ, ਪਰ ਮੈਂ ਸੁਚੇਤ ਰੂਪ 'ਚ ਇੱਦਾਂ ਦਾ ਕੁਝ ਨਹੀਂ ਕਰਦਾ। ਸੁਚੇਤ ਰੂਪ ਦੇ ਵਿੱਚ ਉਹ ਮੇਰੇ ਲਈ ਇੱਕ ਮਤਲਬ ਉਹ ਇੱਕ ਉਸ ਕਲਰ ਦੀ ਇੱਕ ਮਤਲਬ ਅਲੱਗ ਲੈਵਲ 'ਤੇ ਮੈਨੂੰ ਉਹ ਜਿਹੜਾ ਉਹ ਖਿੱਚਦਾ ਆਪਣੇ ਵੱਲ ਜੀ। ਇਹ ਯਕੀਨਨ ਤੁਸੀਂ ਮਤਲਬ ਉਹਨਾਂ ਲੋਕਾਂ 'ਚ ਨਹੀਂ ਆਉਂਦੇ, ਉਹਨਾਂ ਫਿਲਮ ਮੇਕਰਸ ਦੇ ਵਿੱਚ ਨਹੀਂ ਆਉਂਦੇ ਜਿਹੜੇ ਕਿ ਟਰਾਈਡ ਐਂਡ ਟੈਸਟਡ ਫਾਰਮੂਲਾ ਦੇ ਉੱਪਰ ਚੱਲਦੇ ਹੋਣ, ਪਰ ਕਿਤੇ ਨਾ ਕਿਤੇ ਸਾਡੇ ਬਹੁਤ ਸਾਰੇ ਡਾਇਰੈਕਟਰਸ ਇੱਦਾਂ ਦੇ ਨੇ। ਮੰਨ ਲਓ ਜੇ ਅਸੀਂ ਜਤਿੰਦਰ ਮੌੜ ਬਾਈ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਜਿਹੜਾ ਇੱਕ ਸਿਨੇਮਾ ਵਾ ਉਹਦੇ 'ਚ ਇੱਕੋ ਹੀ ਤਰ੍ਹਾਂ ਦੀ ਖੁਸ਼ਬੂ ਆਉਂਦੀ ਆ। ਸਮੀਪ ਕੰਗ ਉਹਨਾਂ ਦੇ ਸਿਨੇਮੇ ਦੇ ਵਿੱਚੋਂ ਇੱਕੋ ਹੀ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ। ਜਗਦੀਪ ਸਿੱਧੂ ਦਾ ਸਿਨੇਮਾ ਜਿਹੜਾ ਉਹ ਵੀ ਇੱਕੋ ਤਰ੍ਹਾਂ ਦੀਆਂ ਫਿਲਮਾਂ ਬਾਹਰ ਲੈ ਕੇ ਆ ਰਿਹਾ ਨਾ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਸਿਨੇਮਾ ਵੀ ਇੱਕੋ ਹੀ ਤਰ੍ਹਾਂ ਦੀਆਂ ਫਿਲਮਾਂ ਬਾਹਰ ਲੈ ਕੇ ਆ ਰਿਹਾ ਕਿ ਇੱਕ ਬੰਦਾ ਹੈ ਉਹਨੂੰ ਅਸੀਂ ਦਿਖਾ ਰਹੇ ਹਾਂ ਕਿ ਉਹ ਕਿੱਦਾਂ ਜੁਰਮ ਪੇਸ਼ਾ ਦੁਨੀਆ ਦੇ ਨਾਲ ਜੁੜਿਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਉਸ ਕਰੈਕਟਰ ਨੂੰ ਗਲੋਰੀਫਾਈ ਵੀ ਕਰਦੇ ਹਾਂ, ਅਸੀਂ ਫਿਰ
ਗਲੋਰੀਫਾਈ ਕਰਕੇ ਉਹਨੂੰ ਹੀਰੋ ਬਣਾ ਕੇ ਅਸੀਂ ਫਿਰ ਉਹਨੂੰ ਐਂਡ ਤੇ ਕਹਿੰਦੇ ਨੇ ਕਿ ਇਹਨਾਂ ਵਰਗੇ ਬੰਦੇ ਮਾਰੀ ਜਾਂਦੇ ਹੁੰਦੇ ਨੇ। ਬਿਲਕੁਲ ਬਿਲਕੁਲ ਜੀ। ਅਸਲ 'ਚ ਗੱਲ ਇਹ ਹੈ ਕਿ ਦੋਨੇ ਹੀ ਗੱਲਾਂ ਨੇ। ਇਸ ਗੱਲ ਦਾ ਇੱਕ ਹਾਂ ਪੱਖੀ ਪੱਖ ਇਹ ਆ ਕਿ ਜੇ ਉਹ ਡਾਇਰੈਕਟਰ ਆਪਦੇ ਵਰਗੀਆਂ ਫਿਲਮਾਂ ਬਣਾ ਕੇ ਆਪਦੀ ਪਛਾਣ ਬਣਾ ਰਹੇ ਨੇ ਤਾਂ ਮੈਂ ਆਪਦੇ ਵਰਗੀਆਂ ਫਿਲਮਾਂ ਬਣਾ ਕੇ ਆਪਦੀ ਪਛਾਣ ਬਣਾ ਰਿਹਾ। ਮੇਰੀ ਫਿਲਮ ਦਾ ਟ੍ਰੇਲਰ ਦੇਖ ਕੇ ਜਾਂ ਮੇਰੀ ਫਿਲਮ ਦਾ ਸੀਨ ਦੇਖ ਕੇ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਅਮਰਦੀਪ ਦੀ ਫਿਲਮ ਹੋਊਗੀ। ਮੇਰਾ ਡਾਇਲੌਗ ਸੁਣ ਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਅਮਰਦੀਪ ਦੀ ਫਿਲਮ ਹੋਊਗੀ। ਮੇਰੀ ਟੇਕਿੰਗ, ਮੇਰੇ ਸ਼ਾਟ, ਮੇਰੀ ਫੋਟੋ ਵੀ ਹੋਵੇ ਮੇਰੀ ਫਿਲਮ ਦੀ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਅਮਰਦੀਪ ਦੀ ਫਿਲਮ ਦੀ ਫੋਟੋ ਹੋਊਗੀ। ਇਹ ਪਛਾਣ ਬਣਾਉਣੀ ਬਹੁਤ ਔਖੀ ਹੈ, ਪਰ ਚੰਗੀ ਗੱਲ ਇਹ ਹੈ ਕਿ ਪਛਾਣ ਬਣ ਗਈ ਹੈ ਨਾ। ਮੈਂ ਤਾਂ ਬਹੁਤ ਥੋੜ੍ਹੀਆਂ ਫਿਲਮਾਂ ਬਣਾਈਆਂ ਨੇ, ਸਮੀਪ ਕੰਗ ਹੋਰਾਂ ਨੇ ਬਹੁਤ ਫਿਲਮਾਂ ਬਣਾਈਆਂ ਨੇ ਹੈ ਨਾ। ਉਹਨਾਂ ਨੂੰ ਸਾਨੂੰ ਪਤਾ ਕਿ ਉਹ ਕਮੇਡੀ ਫਿਲਮਾਂ ਬਣਾਉਂਦੇ ਨੇ ਹੈ ਨਾ। ਜਿੱਦਾਂ ਹਿੰਦੀ ਦੇ ਵਿੱਚ ਡੇਵਿਡ ਧਵਨ ਨੇ ਬਣਾਈਆਂ ਹੈ ਨਾ, ਬਿਲਕੁਲ ਉਹ ਉਸ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਨੇ। ਦੂਸਰੇ ਜਿਹੜੇ ਡਾਇਰੈਕਟਰ ਨੇ ਉਹ ਆਪਣੇ ਤਰ੍ਹਾਂ ਦਾ ਸਿਨੇਮਾ ਬਣਾ ਰਹੇ ਨੇ। ਪਿੱਛੇ ਜੇ ਇੱਕ ਵਾਰ ਗੱਲ ਕੀ ਹੋਈ ਕਿ ਮੈਨੂੰ ਜਿਹੜੀ ਤੁਹਾਡੀ ਗੱਲ ਦਾ ਉਸੇ 'ਚ ਜਵਾਬ ਆ ਕਿ ਕਿਸੇ ਹੋਰ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵਾਲੇ ਕਿਸੇ ਬਹੁਤ ਵੱਡੇ ਡਾਇਰੈਕਟਰ ਨੂੰ ਕਿਸੇ ਮੁੰਡੇ ਨੇ ਬਾਹਰੋਂ ਫੋਨ ਕੀਤਾ ਕਿ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ ਅਤੇ ਮੈਂ ਚਾਹੁੰਦਾ ਕਿ ਤੁਸੀਂ ਇਹ ਸੁਣੋ ਅਤੇ ਇਹਦੇ 'ਤੇ ਫਿਲਮ ਬਣਾਓ। ਦੁਬਈ ਸੀਗਾ ਉਹ ਮੁੰਡਾ। ਅੱਛਾ। ਅਤੇ ਦੁਬਈ ਤੋਂ ਉਹਨੇ ਫੋਨ ਕੀਤਾ, ਜਦੋਂ ਉਸ ਡਾਇਰੈਕਟਰ ਨਾਲ ਗੱਲ ਕੀਤੀ ਅਤੇ ਉਹਨੇ ਉਹ ਗੱਲ ਸੁਣ ਕੇ ਡਾਇਰੈਕਟਰ ਨੇ ਉਹਨੂੰ ਕਿਹਾ ਕਿ ਯਾਰ ਤੇਰੀ ਕਹਾਣੀ ਵਧੀਆ, ਪਰ ਤੂੰ ਨਾ ਅਮਰਦੀਪ ਨੂੰ ਸੁਣਾ ਇਹ ਕਹਾਣੀ। ਅੱਛਾ। ਹਾਂ। ਅਤੇ ਉਹ ਫਿਰ ਮੁੰਡੇ ਨੇ ਮੈਨੂੰ ਫੋਨ ਕੀਤਾ ਅਤੇ ਉਹਨੇ ਮੈਨੂੰ ਗੱਲ ਦੱਸੀ ਕਿ ਆਹ ਗੱਲ ਐਂ ਸੀ, ਇਸ ਕਰਕੇ ਬਾਈ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਕਹਾਣੀ ਸੁਣਾਵਾਂ ਹੈ ਨਾ। ਤੁਹਾਡਾ ਮੇਰੇ ਕੋਲ ਨੰਬਰ ਨਹੀਂ ਸੀ, ਉਹਨਾਂ ਦਾ ਮੇਰੇ ਕੋਲ ਨੰਬਰ ਸੀ, ਮੈਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ। ਇਹ ਗੱਲ ਮੇਰੇ ਲਈ ਬਹੁਤ ਖੁਸ਼ੀ ਵਾਲੀ ਸੀਗੀ ਕਿ ਮੇਰੇ ਬਾਰੇ ਹੈ ਨਾ। ਉਸ ਟਾਈਮ ਸਿਰਫ ਇੱਕ ਹੀ ਫਿਲਮ ਬਣਾਈ ਸੀ ਮੈਂ, ਜੋਰਾ 10 ਨੰਬਰੀਆ, ਕਿ ਲੋਕ ਇਹ ਤਾਂ ਸੋਚਣ ਲੱਗ ਗਏ ਕਿ ਇੱਦਾਂ ਦੀ ਫਿਲਮ ਆ ਜਿਹੜੀ ਉਹ ਅਮਰਦੀਪ ਬਣਾ ਸਕਦਾ। ਬਾਹਰ ਵੀ ਬੈਠੇ ਆ ਜਿਹੜੇ NRI ਵੀਰ, ਉਹ ਮੈਨੂੰ ਜਦੋਂ ਵੀ ਇਕੱਲੇ ਇਸ ਸਿਨੇਮੇ ਦੀ ਹੀ ਨਹੀਂ ਗੱਲ, ਉਹ ਮੇਰੀ ਸਿਨੇਮੇ ਬਣਾਉਣ ਦੀ ਜੋ ਮੇਰੀ ਕਪੈਸਿਟੀ ਆ ਜਾਂ ਜਿਵੇਂ ਮੈਂ ਸੋਚਦਾ, ਉਹਨਾਂ ਨੂੰ ਇਹ ਗੱਲ ਵੀ ਸਪਸ਼ਟ ਆ। ਉਹ ਜਦੋਂ ਵੀ ਕਿਸੇ ਧਾਰਮਿਕ ਜਾਂ ਸਿੱਖ ਇਤਿਹਾਸ ਦੀ ਫਿਲਮ ਦੀ ਜਾਂ 84 ਦਾ ਜਿਹੜਾ ਖਾੜਕੂਵਾਦ ਆ ਉਹਦੀ ਫਿਲਮ ਦੀ ਉਹ ਗੱਲ ਕਰਦੇ ਨੇ ਤਾਂ ਉਹ ਮੇਰੇ ਨਾਲ ਗੱਲ ਕਰਦੇ ਨੇ ਕਿ ਬਾਈ ਤੂੰ ਬਣਾ ਸਕਦਾ ਇਹ ਫਿਲਮ। ਇਸ ਕਰਕੇ ਇਹ ਬਹੁਤ ਚੰਗੀ ਗੱਲ ਆ ਕਿ ਮੈਂ ਇਸ ਕਿਸਮ ਦੀ ਆਪਦੀ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਹੈ ਨਾ, 2-3 ਸਾਲਾਂ ਦੇ ਵਿੱਚ ਹੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇਸ ਕਿਸਮ ਦੇ ਪਾਤਰਾਂ ਨੂੰ ਗਲੋਰੀਫਾਈ ਕਰਨਾ ਉਹ ਹਮੇਸ਼ਾ ਤੋਂ ਚੱਲਦਾ ਆ ਰਿਹਾ ਹੈਗਾ। ਇਹ ਕਿਸੇ ਵੀ ਭਾਸ਼ਾ ਦੇ ਵਿੱਚ ਕਿਸੇ ਟਾਈਮ ਵੀ ਜਦੋਂ ਬਣੀਆਂ ਫਿਲਮਾਂ, ਕੱਲ੍ਹ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਹਿੰਦੀ ਦੀਆਂ ਫਿਲਮਾਂ ਬਾਰੇ ਨਾ, ਉਹ ਹਿਸਟੋਰੀਕਲ ਫੈਕਟ ਦੱਸਦੇ ਨੇ। ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਲੋਕਾਂ ਨੇ ਵੀਡੀਓ YouTube ਚੈਨਲ ਬਣਾਏ ਹੋਏ ਨੇ, ਤਾਂ ਮੈਂ ਉਹਨਾਂ ਦੀ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੇ ਮੈਂ ਉਹ ਵੀਡੀਓ ਜ਼ਰੂਰ ਦੇਖਦਾ ਇਤਿਹਾਸ ਨੂੰ ਜਾਣਨ ਲਈ। ਤਾਂ ਉਹ ਇਤਿਹਾਸ ਦੇ ਵਿੱਚ ਇੱਕ ਮਤਲਬ ਉਹ ਗੱਲ ਸੀਗੀ, ਉਹਨਾਂ ਨੇ ਦੱਸੀ ਕਿ ਇੱਕ ਵਾਰੀ ਕੀ ਹੋਇਆ ਕਿ ਅਸ਼ੋਕ ਕੁਮਾਰ ਹੋਰਾਂ ਦੀ ਇੱਕ ਫਿਲਮ ਰਿਲੀਜ਼ ਹੋਈ, 1950 ਦੇ ਕਰੀਬ ਦੀ ਗੱਲ ਆ। ਅਤੇ ਉਹ ਚਾਕੂ ਲੈ ਕੇ ਮਤਲਬ ਪੋਸਟਰ 'ਤੇ ਉਹਨਾਂ ਦੀ ਫੋਟੋ ਸੀਗੀ। ਉਹਨਾਂ ਨੇ ਇੱਕ ਗ੍ਰੇ ਸ਼ੇਡ ਕਰੈਕਟਰ ਕੀਤਾ ਸੀ ਉਸ ਫਿਲਮ ਦੇ ਵਿੱਚ। ਅਤੇ ਉਹ ਫਿਲਮ ਜਦੋਂ ਰਿਲੀਜ਼ ਹੋਈ ਤਾਂ ਉਹਦਾ ਉਸ ਟਾਈਮ ਉਹੇ ਜਿਹੇ ਨਾਇਕ ਨਹੀਂ ਹੁੰਦੇ ਸੀ ਫਿਲਮਾਂ 'ਚ। ਉਦੋਂ ਇਸ ਕਿਸਮ ਦੀਆਂ ਫਿਲਮਾਂ ਨਹੀਂ ਸੀ ਬਣਦੀਆਂ ਜਿਹਦੇ 'ਚ ਨਾਇਕ ਆ ਜਿਹੜਾ ਉਹ ਗ੍ਰੇ ਸ਼ੇਡ ਪਾਤਰ ਹੋਵੇ, ਨੈਗੇਟਿਵ ਪਾਤਰ ਹੋਵੇ, ਨੈਗੇਟਿਵ ਸੋਚ ਦਾ ਜਾਂ ਇਸ ਕਿਸਮ ਦੇ ਕੰਮ ਕਰਨ ਵਾਲਾ ਕੋਈ ਮਤਲਬ ਜੁਰਮ ਨਾਲ ਜੁੜਿਆ ਹੋਇਆ ਜਿਹੜਾ ਪਾਤਰ ਆ ਉਹ ਨਹੀਂ। ਤਾਂ ਹੋਇਆ ਕਿ ਉਹਨਾਂ ਟਾਈਮ ਦੇ ਵਿੱਚ ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਇਹ ਆਦੇਸ਼ ਦੇ ਦਿੱਤਾ ਕਿ ਇਹ ਫਿਲਮ ਬੈਨ ਕਰ ਦਿੱਤੀ ਜਾਵੇ। ਤਾਂ ਉਹ ਫਿਲਮ ਬੈਨ ਕਰ ਦਿੱਤੀ ਗਈ। ਉਹ ਚੱਲ ਰਹੀ ਸੀ ਔਰ ਬਹੁਤ ਹਿੱਟ ਚੱਲ ਰਹੀ ਸੀ, ਤਾਂ ਉਹ ਫਿਲਮ ਬੈਨ ਕਰਤੀ ਗਈ ਹੈ ਨਾ। ਉਹ 4-5-10 ਹਫ਼ਤੇ ਉਹ ਫਿਲਮ ਬੈਨ ਰਹੀ। ਅਤੇ ਬਾਅਦ ਦੇ ਵਿੱਚ ਉਹਨਾਂ ਨੇ ਕੇਸ ਆਪਦਾ ਜੋ ਵੀ ਕੀਤਾ ਤਾਂ
ਉਹਨਾਂ ਨੇ ਇਹ ਕੀਤਾ ਕਿ ਇਹ ਜਿਹੜਾ ਕਰੈਕਟਰ ਆ ਨਾ ਇਹਦੀ ਸਮਾਜ ਤੇ ਨਾ ਅਸਰ ਇਹਦਾ ਬੁਰਾ ਹੋ ਰਿਹਾ। ਪਰ ਇਹ ਗੱਲ 1950 ਦੀ ਆ ਨਾ। ਉਸ ਤੋਂ ਬਾਅਦ ਸਿਨੇਮਾ ਬਹੁਤ ਕੁਛ ਇਸ ਕਿਸਮ ਦੀਆਂ ਗੱਲਾਂ ਕਰਦਾ ਰਿਹਾ, ਬਹੁਤ ਕੁਛ ਦਿਖਾਉਂਦਾ ਰਿਹਾ। ਹੁਣ ਤਾਂ ਬਹੁਤ ਹੀ ਅੱਗੇ ਲੰਘ ਗਈ ਗੱਲ, ਹੈ ਨਾ। ਬਹੁਤ ਵਾਇਲੈਂਸ ਆ ਫਿਲਮਾਂ ਦੇ ਵਿੱਚ, ਸਾਰਾ ਕੁਛ ਆ। ਉਹ ਜਿਹੜਾ ਸਾਰਾ ਕੁਛ ਹੈਗਾ ਉਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਅਸਲ ਦੇ ਵਿੱਚ ਆ ਜਿਹੜਾ ਉਹ ਇਹ ਹੈ ਕਿ ਉਹ ਤੁਹਾਨੂੰ ਚੀਜ਼ਾਂ ਐਂਟਰਟੇਨ ਕਰ ਰਹੀਆਂ ਹੁੰਦੀਆਂ ਉਹ ਨੈਗੇਟਿਵ ਨੇ, ਪਰ ਉਹ ਕਰ ਐਂਟਰਟੇਨ ਰਹੀਆਂ ਹੁੰਦੀਆਂ ਨੇ। ਕਿਉਂਕਿ ਮਨੁੱਖ ਦੇ ਅੰਦਰ ਨਾ ਇੱਕ ਇਸ ਕਿਸਮ ਦੀ ਪ੍ਰਵਿਰਤੀ ਹੈਗੀ ਆ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਯਾਰ ਫਲਾਣੇ ਥਾਂ ਐਕਸੀਡੈਂਟ ਹੋ ਗਿਆ, ਉਹਦਾ ਵੀਡੀਓ ਕਲਿੱਪ ਆਇਆ, ਹਰ ਬੰਦਾ ਦੇਖੂਗਾ। ਉਹ ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹੂਗਾ ਕਿ ਨਹੀਂ ਯਾਰ ਇਹ ਤਾਂ ਬੜੀ ਬੁਰੀ ਦੁਰਘਟਨਾ ਹੈ, ਗੱਡੀ ਉਹਦੇ 'ਚ ਵੱਜੀ, ਉਹ ਬੰਦਾ ਮਿੱਧਿਆ ਗਿਆ ਅਤੇ ਮੈਂ ਨਹੀਂ ਦੇਖਦਾ, ਜਾਂ ਉਹ ਬੰਦਾ ਸਕੂਟਰ ਤੋਂ ਡਿੱਗ ਗਿਆ ਅਤੇ ਸੜਕ 'ਤੇ ਡਿੱਗ ਗਿਆ ਅਤੇ ਉਹਦੇ ਉੱਤੋਂ ਦੀ ਟਰੱਕ ਲੰਘ ਗਿਆ। ਹਰ ਬੰਦਾ ਉਹਨੂੰ ਦੇਖੂਗਾ, ਉਹਨੂੰ ਦਿਲਚਸਪੀ ਹੋਊਗੀ ਇਸ ਗੱਲ 'ਚ। ਕਿਸੇ ਦਾ ਪਾਣੀ 'ਚ ਡੁੱਬਦੇ ਦਾ ਵੀਡੀਓ ਆ ਗਿਆ, ਉਹ ਜਿਹੜੀ ਤੁਹਾਡੇ ਅੰਦਰ ਇੱਕ ਇਸ ਕਿਸਮ ਦੀ ਪ੍ਰਵਿਰਤੀ ਪਈ ਹੈ ਨਾ, ਜਿਹੜੀ ਵਾਇਲੈਂਸ ਨੂੰ ਵੀ ਸੈਲੀਬ੍ਰੇਟ ਕਰਦੀ ਹੈ। ਇਹ ਸਾਰੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਤਾਂ ਉਹਦੇ ਹੀ ਤਹਿਤ ਨੇ। ਮੈਂ ਇਹ ਕਹਿ ਦਿਆਂ ਕਿ ਮੈਂ ਬਹੁਤ ਸਿੱਖਿਆ ਵਾਲੀਆਂ ਫਿਲਮਾਂ ਬਣਾਉਣਾ, ਇਹ ਨਹੀਂ ਗੀ ਗੱਲ। ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਹਾਡੇ ਅੰਦਰ ਹੱਸਣ ਦੀ ਵੀ ਪ੍ਰਵਿਰਤੀ ਪਈ ਆ ਤਾਂ ਤੁਹਾਨੂੰ ਕਮੇਡੀ ਫਿਲਮਾਂ ਵਾਲੇ ਹਸਾ ਰਹੇ ਨੇ। ਤੁਹਾਨੂੰ ਰੋਮਾਂਟਿਕ ਫਿਲਮ ਦੇਖਣ ਨੂੰ ਜੀ ਕਰ ਰਿਹਾ ਤਾਂ ਤੁਹਾਨੂੰ ਰੋਮਾਂਟਿਕ ਫਿਲਮ ਦਿਖਾਈ ਜਾ ਰਹੀ ਹੈ। ਤੁਸੀਂ ਅੱਛਾ ਮਿਊਜ਼ਿਕ ਸੁਣ ਰਹੇ ਹੋ, ਮਿਊਜ਼ੀਕਲ ਕੋਈ ਫਿਲਮ ਦੇਖ ਰਹੇ ਹੋ ਤਾਂ ਤੁਹਾਡੇ ਖਾਤਰ ਉਹ ਵੀ ਹੈਗੀ। ਅਤੇ ਬਹੁਤ ਸਾਰੇ ਲੋਕ ਉਹ ਨੇ, ਜਿੱਦਾਂ ਮੈਨੂੰ ਹੌਰਰ ਫਿਲਮ ਬਹੁਤ ਪਸੰਦ ਆ। ਹੁਣ ਹੌਰਰ ਫਿਲਮ ਇਹ ਪਤਾ ਨਾ ਕਿ ਭੂਤ ਨਹੀਂ ਹੁੰਦੇ, ਘੱਟੋ ਘੱਟ ਮੈਂ ਤਾਂ ਮੰਨਦਾ, ਦੇਖਣ ਵਾਲਿਆਂ 'ਚੋਂ ਵੀ ਬਹੁਤ ਸਾਰੇ ਲੋਕ ਮੰਨਦੇ ਹੋਣਗੇ ਕਿ ਭੂਤ ਨਹੀਂ ਹੁੰਦੇ, ਪਰ ਹੌਰਰ ਫਿਲਮਾਂ ਚੱਲਦੀਆਂ ਨੇ ਔਰ ਉਹਨਾਂ ਦੇਸ਼ਾਂ 'ਚ ਚੱਲਦੀਆਂ ਨੇ ਜਿਹੜੇ ਸਾਡੇ ਤੋਂ 100 ਸਾਲ ਲੱਗੇ ਨੇ। ਯੂਰਪ ਦੇ ਵਿੱਚ ਹਾਲੀਵੁੱਡ ਦੀਆਂ ਫਿਲਮਾਂ, ਉਹ ਹੌਰਰ ਫਿਲਮਾਂ ਚੱਲਦੀਆਂ ਨੇ। ਉਹ ਭੂਤ ਆਉਂਦਾ, ਬਾਅਦ ਦੇ ਵਿੱਚ ਉਹ ਬਾਈਬਲ ਪੜ੍ਹਦੇ ਨੇ, ਫਿਰ ਉਹ ਭੂਤ ਭੱਜ ਜਾਂਦਾ। ਉਹ ਐਂਟਰਟੇਨਮੈਂਟ ਖਾਤਰ ਦੇਖੀਆਂ ਜਾਂਦੀਆਂ ਨੇ। ਉਸੇ ਤਰ੍ਹਾਂ ਹੀ ਜਿਹੜੀਆਂ ਇਹ ਫਿਲਮਾਂ ਨੇ ਜਿਹਦੇ 'ਚ ਐਂਟੀ ਹੀਰੋ ਇਮੇਜ ਹੁੰਦੀ ਹੈ, ਚਾਹੇ ਉਹ ਜ਼ੋਰਾ 10 ਨੰਬਰੀਆ ਹੈ, ਚਾਹੇ ਕੋਈ ਪੰਜਾਬੀ 'ਚ ਹੋਰ ਫਿਲਮ ਹੈ, ਚਾਹੇ ਉਹ ਹਿੰਦੀ ਦੇ ਵਿੱਚ ਸ਼ਿਵਾ ਸੀਗੀ, ਚਾਹੇ ਉਹ ਸੱਤਿਆ ਸੀਗੀ, ਇਹ ਸਾਰੀਆਂ, ਜਾਂ ਗੈਂਗ ਆਫ ਵਾਸੇਪੁਰਾ, ਇਹ ਉਸ ਗੱਲ ਨੂੰ ਸੈਲੀਬ੍ਰੇਟ ਕਰਦੀਆਂ ਨੇ, ਕੋਈ ਸ਼ੱਕ ਨਹੀਂ। ਪਰ ਉਹ ਦਰਸ਼ਕ ਨੂੰ ਇੱਕ ਉਹ ਚੀਜ਼ ਦੇਖਣੀ ਚੰਗੀ ਲੱਗਦੀ, ਉਹ ਇਸ ਕਰਕੇ ਬਣਦੀਆਂ ਨੇ ਫਿਲਮਾਂ। ਔਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਫਿਲਮ ਆ ਜਿਹੜੀ ਉਹ ਤੁਹਾਨੂੰ ਕੋਈ ਪ੍ਰਭਾਵਿਤ ਇਸ ਲੈਵਲ 'ਤੇ ਕਰ ਸਕਦੀ ਹੈ, ਹੈ ਨਾ। ਕਿਉਂਕਿ ਫਿਲਮ ਆ ਜਿਹੜੀ ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਾਲੇ ਸਿਰਫ ਇੰਟਰਟੇਨਮੈਂਟ ਦਾ ਹੀ ਸਾਧਨ ਹੈ ਨਾ। ਉਹ ਅਗਰ ਫਿਲਮ ਕੋਈ ਸਮਾਜ ਵਿਰੋਧੀ ਗੱਲ ਆ, ਉਹ ਤਾਂ ਸਾਡੀ ਸੈਂਸਰ ਹੀ ਪਾਸ ਨਹੀਂ ਕਰੂਗਾ, ਹੈ ਨਾ। ਜਾਂ ਅਗਰ ਉਹਦੇ 'ਚ ਕੋਈ ਇਹੋ ਜਿਹੀ ਗੱਲ ਆ ਜਿਹੜੀ ਮਤਲਬ ਸਾਡੀ ਯੰਗਸਟਰ 'ਤੇ ਕੋਈ ਗਲਤ ਪ੍ਰਭਾਵ ਪਾਵੇ ਤਾਂ ਉਹ ਵੈਸੇ ਨਹੀਂ ਚੱਲੂਗੀ, ਉਹ ਬੈਨ ਕਰ ਦਿੱਤੀ ਜਾਂਦੀ ਹੈ। ਬਹੁਤ ਸਾਰੀਆਂ ਫਿਲਮਾਂ ਸਾਡੇ 'ਚ ਬੈਨ ਹੋ ਜਾਂਦੀਆਂ ਨੇ। ਇਸ ਕਰਕੇ ਜੇ ਸੈਂਸਰ ਕੋਈ ਫਿਲਮ ਪਾਸ ਕਰਦਾ ਜਾਂ ਉਹ ਲੋਕ ਦੇਖਣ ਜਾਂਦੇ ਨੇ ਤਾਂ ਉਹ ਇਸ ਕਰਕੇ ਦੇਖਣ ਜਾਂਦੇ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਸਾਰਾ ਕੁਝ ਚੰਗਾ ਲੱਗ ਰਿਹਾ ਹੁੰਦਾ। ਸ਼ਾਇਦ ਤੁਹਾਨੂੰ ਦੁਹਰਾ ਲੱਗੇ ਮੇਰਾ ਸਵਾਲ ਇਹ, ਪਰ ਜਦੋਂ ਆਪਾਂ 3 ਸਾਲ ਪਹਿਲਾਂ ਇੰਟਰਵਿਊ ਕੀਤੀ ਸੀ, ਤੁਸੀਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਫਿਲਮ ਮੇਕਿੰਗ ਆ ਜਿਹੜੀ ਇੱਕ ਲਹਿਰ ਬਣਨੀ ਚਾਹੀਦੀ ਆ। ਤੁਹਾਨੂੰ ਨਹੀਂ ਲੱਗਦਾ ਕਿ ਉਹ ਲਹਿਰ ਉਦੋਂ ਹੀ ਬਣਨੀ ਚਾਹੀਦੀ ਹੈ ਜਦੋਂ ਮੇਕਰਸ ਆਪਣੇ ਦਾਇਰੇ ਤੋੜਨਗੇ? ਕਿਉਂਕਿ ਤੁਹਾਡੀਆਂ 3 ਫਿਲਮਾਂ ਅਸੀਂ ਬਠਿੰਡੇ ਤੋਂ ਬਾਹਰ ਨਹੀਂ ਲੈ ਕੇ ਆ ਸਕੇ। ਉਹ ਸ਼ੂਟ ਵੀ ਉੱਥੇ ਹੋ ਰਹੀਆਂ ਨੇ, ਉਹਨਾਂ ਦੇ ਕਰੈਕਟਰ, ਉਹਨਾਂ ਦੀਆਂ ਕਹਾਣੀਆਂ ਉਹ ਬਠਿੰਡੇ ਦੇ ਵਿੱਚ ਹੀ ਨੇਗੀਆਂ। ਕਿ ਸਾਨੂੰ ਹੋਰ ਚੀਜ਼ਾਂ ਨੂੰ ਐਕਸਪਲੋਰ ਕਰਨਾ ਚਾਹੀਦਾ, ਹੋਰ ਵਿਸ਼ੇ ਸਾਨੂੰ ਐਕਸਪਲੋਰ ਕਰਨੇ ਚਾਹੀਦੇ ਨੇ। ਜੀ ਨਹੀਂ, ਉਹ ਇਹ ਨਹੀਂ ਗੀ ਗੱਲ ਕਿ ਮੈਂ ਬਠਿੰਡੇ 'ਚ ਬਣਾ ਰਿਹਾ ਤਾਂ ਮੈਂ ਇੱਕੋ ਜਿਹੀਆਂ ਫਿਲਮਾਂ ਬਣਾ ਰਿਹਾ, ਇਹ ਨਹੀਂ ਗੀ ਗੱਲ। ਜੋਰਾ ਤਾਂ ਇੱਕੋ ਜਿਹੀ ਹੋਊਗੀ ਕਿਉਂਕਿ ਜੋਰਾ ਤਾਂ ਸੀਕੁਅਲ ਆ। ਜੋਰਾ 10 ਨੰਬਰੀਆ ਦਾ ਸੀਕੁਅਲ ਆ, ਜੋਰਾ ਸੈਕੰਡ ਪਾਰਟ। ਮਰ ਜਾਣੇ ਇੱਕ ਹੋਰ ਫਿਲਮ ਆ, ਮਰ ਜਾਣੇ ਦੀ ਕਹਾਣੀ ਵੀ ਹੋਰ ਆ, ਉਹਦੇ ਪਾਤਰ ਵੀ ਹੋਰ ਨੇ, ਉਹਦੇ 'ਚ ਬਠਿੰਡਾ ਵੀ ਹੋਰ ਦਿਖਾਇਆ ਹੋਇਆ, ਹੋਰ ਤਰੀਕੇ ਨਾਲ ਸ਼ੂਟ ਕੀਤੀ ਆ। ਉਹਦੇ 'ਚ ਬਹੁਤ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਅਨਐਕਸਪੈਕਟਡ ਨੇ, ਤੁਸੀਂ ਸੋਚ ਨਹੀਂ ਸਕਦੇ ਕਿ ਫਿਲਮ ਕਿਸ ਲੈਵਲ ਤੱਕ ਚਲੀ ਜਾਊਗੀ। ਇਮੋਸ਼ਨਲ ਬਹੁਤ ਜ਼ਿਆਦਾ ਰਿਲੇਸ਼ਨ, ਹਿਊਮਨ, ਮਾਂ ਬੇਟੇ ਦਾ ਰਿਲੇਸ਼ਨ, ਭਰਾ ਭੈਣ ਦਾ ਰਿਲੇਸ਼ਨ, ਬਹੁਤ ਸਾਰੀਆਂ ਗੱਲਾਂ ਨੇ ਉਹਦੇ 'ਚ। ਉਹ ਫੈਮਿਲੀ ਦੀ ਫਿਲਮ ਆ। ਦੂਸਰੀ ਗੱਲ ਇਹ ਹੈ ਕਿ ਫਿਲਮ ਮੇਕਿੰਗ ਆ ਜਿਹੜੀ ਉਹ ਟੂਰਿਜ਼ਮ ਨੂੰ ਪ੍ਰਮੋਟ ਕਰਨ ਖਾਤਰ ਨਹੀਂ ਬਣਾਈ ਜਾਂਦੀ,
ਉਹ ਸਬਜੈਕਟ ਵੱਖਰੇ ਵੱਖਰੇ ਹੋ ਸਕਦੇ। ਉਹ ਸਬਜੈਕਟ ਹੋ ਸਕਦਾ ਮੈਂ 20 ਸਬਜੈਕਟ ਆ ਜਿਹੜੇ ਉਹ ਬਠਿੰਡੇ 'ਚ ਹੀ ਬਣਾਵਾਂ। ਫਿਲਮ ਜਿਹੜੀ ਆ ਉਹ ਇਸ ਲਈ ਨਹੀਂ ਬਣਾਈ ਜਾਂਦੀ ਕਿ ਚਲੋ ਇਹਦੇ 'ਚ ਬਠਿੰਡਾ ਵੀ ਦਿਖਾ ਦਿਓ, ਇਹਦੇ 'ਚ ਅੰਮ੍ਰਿਤਸਰ ਵੀ ਦਿਖਾ ਦਿਓ, ਇਹਦੇ 'ਚ ਚੰਡੀਗੜ੍ਹ ਵੀ ਦਿਖਾ ਦਿਓ। ਇਹ ਨਹੀਂ, ਮੈਨੂੰ ਇੱਕ ਕਹਾਣੀ ਤੇ ਮੈਂ ਬਣਾਉਣੀ ਹੈ। ਉਸ ਕਹਾਣੀ ਖਾਤਰ ਮੈਨੂੰ ਜਿੰਨਾ ਕੁ ਮੁਹਾਲੀ ਚਾਹੀਦਾ ਮੈਂ ਉਹ ਸ਼ੂਟ ਕਰੂੰਗਾ, ਜਿੰਨਾ ਬਠਿੰਡਾ ਚਾਹੀਦਾ ਉਹ ਸ਼ੂਟ ਕਰੂੰਗਾ, ਜਿੰਨਾ ਮੈਂ ਜਿੱਦਾਂ ਹੁਣ ਮਰ ਜਾਣੇ ਆ ਉਹ ਮੈਂ ਰਾਜਸਥਾਨ 'ਚ ਵੀ ਸ਼ੂਟ ਕੀਤੀ ਆ 10 ਦਿਨ, ਹੈ ਨਾ। ਤਾਂ ਜਦੋਂ ਫਿਲਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਤੁਸੀਂ ਸ਼ਬਦ ਵਰਤਿਆ ਕਿ ਆਪਾਂ ਨੂੰ ਹੋਰ ਵੀ ਬਹੁਤ ਕੁਝ ਐਕਸਪਲੋਰ ਕਰਨਾ ਚਾਹੀਦਾ, ਤਾਂ ਐਕਸਪਲੋਰ ਸਬਜੈਕਟ ਦੇ ਲੈਵਲ 'ਤੇ ਕਰਨਾ ਚਾਹੀਦਾ। ਲੋਕੇਸ਼ਨ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਉਹ ਇੱਕ ਲੋਕੇਸ਼ਨ 'ਤੇ ਬਣੀਆਂ ਫਿਲਮਾਂ ਨੇ ਤਾਂ ਉਹ ਇੱਕ ਹੀ ਤਰ੍ਹਾਂ ਦੀਆਂ ਫਿਲਮਾਂ ਨੇ। ਉਹਨਾਂ ਦੇ ਸਬਜੈਕਟ ਅਲੱਗ ਨੇ, ਉਹਨਾਂ 'ਚ ਗੱਲਾਂ ਅਲੱਗ ਨੇ। ਜੋਰਾ 'ਚ ਮੈਂ ਕੋਈ ਹੋਰ ਗੱਲ ਕਹਿਣੀ ਸੀ, ਉਹ ਮੈਂ ਤਾਂ ਬਣਾਈ। ਜੋਰਾ ਸੈਕੰਡ ਚੈਪਟਰ 'ਚ ਮੈਂ ਉਹ ਗੱਲ ਨੂੰ ਹੋਰ ਅੱਗੇ ਲੈ ਕੇ ਗਿਆ। ਜੋਰਾ ਥਰਡ ਪਾਰਟ ਦੇ ਵਿੱਚ ਉਹ ਗੱਲ ਨੂੰ ਮੈਂ ਕਿਤੇ ਹੋਰ ਲੈ ਕੇ ਜਾਊਂਗਾ। ਮਰ ਜਾਣੇ 'ਚ ਮੈਂ ਕੋਈ ਹੋਰ ਗੱਲ ਕਹਿਣੀ ਹੈ ਜਿਹੜੀ ਜੋਰਾ ਦੇ ਵਿੱਚ ਨਹੀਂ ਕਹੀ ਗਈ। ਮਰ ਜਾਣੇ ਦੇ ਪਾਤਰ ਜਿਹੜੇ ਨਾਇਕ ਆ, ਉਹਦੀ ਏਜ ਗਰੁੱਪ ਉਹਦਾ ਹੋਰ ਆ, ਉਹ ਹੋਰ ਤਰ੍ਹਾਂ ਦੇ ਪਾਤਰ ਨੇ, ਹਨ। ਇਸ ਕਰਕੇ ਆਪਣੇ ਹਿਸਾਬ ਨਾਲ ਮੈਂ ਇੱਕ ਉਹ ਗੱਲ ਐਕਸਪਲੋਰ ਕਰ ਰਿਹਾ ਜਿਹੜੀ ਮੈਨੂੰ ਬਹੁਤ ਦੇਰ ਦੀ ਤੰਗ ਕਰ ਰਹੀ ਸੀ ਕਿ ਯਾਰ ਆਹ ਵਿਸ਼ਾ ਜਿਹੜਾ ਇਹ ਜੋਰਾ 'ਚ ਟੱਚ ਨਹੀਂ ਹੋਇਆ, ਪਰ ਇਹ ਵਿਸ਼ੇ 'ਤੇ ਫਿਲਮ ਹੋਣੀ ਚਾਹੀਦੀ ਹੈ। ਜੀ, ਅਸੀਂ ਵੀ ਫਿਲਮ ਦੇਖ ਕੇ ਜ਼ਰੂਰ ਇਹ ਮਤਲਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਬਠਿੰਡੇ ਹੀ ਕਿਉਂ ਸ਼ੂਟ ਕੀਤੀ ਗਈ। ਕੁਲ ਸਿੱਧੂ ਹੋਰਾਂ ਦੇ ਨਾਲ ਤੁਹਾਡਾ ਬਹੁਤ ਸਨੇਹ ਹੈ, ਬਹੁਤ ਟਾਈਮ ਤੋਂ ਤੁਸੀਂ ਇਕੱਠੇ ਕੰਮ ਵੀ ਕਰਦੇ ਆ ਰਹੇ ਹੋ ਜਾਂ ਤੁਹਾਡੀ ਪਰਿਵਾਰਿਕ ਸਾਂਝ ਵੀ ਹੈ ਉਹਨਾਂ ਦੇ ਨਾਲ, ਪਰ ਤੁਹਾਡੀ ਹਰ ਫਿਲਮ ਦਾ ਉਹ ਹਿੱਸਾ ਹੋਣਗੇ ਇਹ ਵੀ ਜ਼ਰੂਰ ਹੁੰਦਾ ਆ ਕਿ ਜੋ ਕੁਲ ਹੋਰਾਂ ਦਾ ਕਿਰਦਾਰ ਹੁੰਦਾ ਉਹ ਵਾਕਈ ਢੁਕਵੇਂ ਹੁੰਦੇ ਨੇ ਉਸ ਚੀਜ਼ ਦੇ ਲਈ, ਉਸ ਕਿਰਦਾਰ ਦੇ ਲਈ। ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਉਹ ਹਰ ਫਿਲਮ ਦਾ ਹਿੱਸਾ ਹੋਣਗੇ ਨਹੀਂ। ਇਹ ਗੱਲ ਜਿੱਥੇ ਕੁੱਲ ਨਹੀਂ ਆਉਂਦੀ, ਫਿੱਟ ਨਹੀਂ ਜਾਂ ਉਹਦੇ ਰੋਲ ਦੇ ਹਿਸਾਬ ਨਾਲ ਨਹੀਂ ਗੇ, ਉੱਥੇ ਉਹ ਨਹੀਂ ਗੀ। ਪਿਛਲੇ ਦਿਨਾਂ ਦੇ ਵਿੱਚ ਮੈਂ PTC ਬਾਕਸ ਆਫਿਸ ਦੇ ਲਈ ਇੱਕ ਖੜਕੂਵਾਦ 'ਤੇ ਫਿਲਮ ਬਣਾਈ ਸੀਗੀ, ਉਹਦਾ ਨਾਂ ਸੀ ਰਾਤ। ਬਹੁਤ ਐਪਰੀਸ਼ੀਏਟ ਕੀਤੀ ਗਈ। ਉਹਦੇ 'ਚ ਕੁੱਲ ਨਹੀਂ ਸੀ ਕਿਉਂਕਿ ਉਹਦੇ 'ਚ ਕੁੱਲ ਦੇ ਕਰਨ ਵਾਲਾ ਕੋਈ ਕਰੈਕਟਰ ਨਹੀਂ ਸੀ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਵੈੱਬ ਸੀਰੀਜ਼ ਆ ਜਿਹੜੀ ਹਿੰਦੀ ਦੇ ਵਿੱਚ ਉਹਦੇ 10 ਕਹਾਣੀਆਂ ਨੇ, ਉਹਦੇ 'ਚ ਇੱਕ ਕਹਾਣੀ ਮੈਂ ਕਰ ਰਿਹਾ। 30-30 ਮਿੰਟ ਦੀਆਂ ਕਹਾਣੀਆਂ ਨੇ। ਉਸ ਕਹਾਣੀ ਦੇ ਵਿੱਚ ਵੀ ਕੁੱਲ ਸਿੱਧੂ ਨਹੀਂ ਆ। ਕੁੱਲ ਉਸੇ ਵੈੱਬ ਸੀਰੀਜ਼ 'ਚ ਕਿਸੇ ਹੋਰ ਡਾਇਰੈਕਟਰ ਦੀ ਕਹਾਣੀ ਕਰ ਰਹੀ ਹੈ। ਜਿਹੜੀ ਜੋਰਾ ਦੀ ਗੱਲ ਆ, ਜਿਸ ਟਾਈਮ ਮੈਂ ਜੋਰਾ ਲਿਖੀ ਸੀਗੀ ਉਸ ਵਕਤ ਮੈਂ ਕੁੱਲ ਨੂੰ ਨਹੀਂ ਸੀ ਜਾਣਦਾ। ਹਾਂ, ਉਹ ਜਿਸ ਇਲਾਕੇ ਦਾ ਉਹ ਪਾਤਰ ਅਮਰਪੁਰਾ ਬਸਤੀ ਆ ਸਾਡੇ ਬਠਿੰਡੇ ਦੇ ਵਿੱਚ ਜਿੱਥੇ ਦਾ ਜੋਰਾ ਦਿਖਾਇਆ, ਉਹ ਅਮਰਪੁਰਾ ਬਸਤੀ ਦੇ ਵਿੱਚ ਸੱਚਮੁੱਚ ਹੀ ਉਸ ਤਰ੍ਹਾਂ ਦੇ ਕਰੈਕਟਰ ਨੇ। ਔਰ ਉਹ ਜਿਹੜੇ ਕਰੈਕਟਰ ਤੋਂ ਪ੍ਰਭਾਵਿਤ, ਉਹ ਉਸ ਕਰੈਕਟਰ ਦਾ ਨਾਂ ਸੱਚਮੁੱਚ ਹੀ ਕਾਲੀ ਹੈ। ਹਾਂਜੀ, ਉਹ ਫਿਰ ਕਰੈਕਟਰ ਆ ਜਿਹੜਾ ਉਹ ਅੱਗੇ ਤੁਰਿਆ। ਮਰ ਜਾਣੇ ਦੇ ਵਿੱਚ ਉਹ ਕਰੈਕਟਰ ਹੈਗਾ। ਗੱਲ ਇਹ ਹੈ ਕਿ ਕੁੱਲ ਇੰਨੀ ਮਤਲਬ ਦਲੇਰ ਐਕਟਰਸ ਆ ਕਿ ਉਹਦੇ 'ਤੇ ਮੈਂ ਕੋਈ ਵੀ ਤਜਰਬਾ ਕਰ ਸਕਦਾ, ਹੈ ਨਾ। ਉਹਨੂੰ ਮੈਂ ਕਹਿ ਦਿਆਂ ਕਿ ਤੁਸੀਂ ਤੁਹਾਡਾ ਮੈਂ ਮੇਕਅਪ ਨਹੀਂ ਕਰਨਾ ਤਾਂ ਉਹ ਕਹੂਗੀ ਠੀਕ ਹੈ। ਉਹਨੂੰ ਮੈਂ ਕਹਿ ਦਿਆਂ ਕਿ ਤੁਹਾਨੂੰ ਮੈਂ ਇਹੋ ਜਿਹੇ ਮਤਲਬ ਇਹੋ ਜਿਹੇ ਕੋਈ ਰੀਅਲ ਕਰੈਕਟਰ ਆ ਜਿਹੜਾ ਉਹਦੇ 'ਚ ਮੈਂ ਤੁਹਾਨੂੰ ਇਹੋ ਜਿਹਾ ਕੋਈ ਕੰਮ ਕਰਦੇ ਦਿਖਾਉਣਾ, ਮਤਲਬ ਮੰਨ ਲਓ ਤੁਸੀਂ ਸੜਕ 'ਤੇ ਕਾਗਜ਼ ਚੁੱਕਦੇ ਦਿਖਾਉਣਾ ਤੁਹਾਨੂੰ, ਜਾਂ ਮੈਂ ਤੁਹਾਨੂੰ ਪਾਗਲ ਦਿਖਾਉਣਾ, ਤਾਂ ਉਹ ਆਖੂਗੀ ਵੀ ਠੀਕ ਹੈ। ਸਾਡੇ ਪੰਜਾਬੀ ਦੇ ਵਿੱਚ ਇਸ ਕਿਸਮ ਦੀਆਂ ਐਕਟਰਸ ਕੁੜੀਆਂ ਦੀ ਬਹੁਤ ਘਾਟ ਆ। ਸਾਡੇ ਹੈ ਹੀ ਨਹੀਂ। ਪਹਿਲੀ ਗੱਲ, ਸਾਡੇ ਸਿਰਫ ਹੀਰੋਇਨਾਂ ਨੇ। ਸਾਡੀਆਂ ਹੀਰੋਇਨਾਂ ਇਹੋ ਜਿਹੀਆਂ ਨੇ ਕਿ ਮੇਰਾ ਦੋਸਤ ਆ ਇੱਕ, ਉਹਨੇ ਫਿਲਮ ਬਣਾਈ ਅਤੇ ਉਹਦੇ ਵਿੱਚ ਉਹਨੇ ਦੱਸਿਆ ਕਿ ਮੈਂ ਫਲਾਨੀ ਐਕਟਰਸ ਨੂੰ ਫਿਲਮ ਸੁਣਾਈ ਅਤੇ ਮੈਂ ਉਹਨੂੰ ਕਿਹਾ ਵੀ ਜਦੋਂ ਆਹ ਫਲਾਨੀ ਗੱਲ ਹੁੰਦੀ ਆ ਤਾਂ ਉਹ ਸਾਈਕਲ 'ਤੇ ਆਉਂਦੀ ਹੈ। ਤਾਂ ਉਹ ਐਕਟਰਸ ਆ ਇਸ ਗੱਲ 'ਤੇ ਨਾਰਾਜ਼ ਹੋ ਗਈ, ਕਹਿੰਦੀ ਵੀ ਉਹ ਘੱਟ ਤੋਂ ਘੱਟ ਆ ਨਾ ਜਿਹੜੀ ਉਹ ਸਕੂਟੀ 'ਤੇ ਆਊਗੀ, ਉਹ ਸਾਈਕਲ 'ਤੇ ਨਹੀਂ ਆਊਗੀ। ਅਤੇ ਇਸ ਕਰਕੇ ਉਹ ਨਾ ਤਾਂ ਸਾਡੀ ਰੇਂਜ ਦੀਆਂ ਐਕਟਰਸ ਨੇ, ਹੈ ਨਾ ਉਹ ਮੇਰੇ ਬਜਟ 'ਚ ਆ ਸਕਦੀਆਂ ਨੇ, ਨਾ ਉਹਨਾਂ ਦਾ ਇੰਨਾ ਡੇਅਰ ਆ ਉਹਨਾਂ ਦੀ ਕਿ ਉਹਨਾਂ ਤੋਂ ਕੁਛ ਵੀ ਕਰਾ ਲਈਏ। ਸਾਡੇ ਐਕਟਰਸਿਸ ਖਾਸ ਕਰਕੇ ਜਿਹੜਾ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਮੈਂ ਇੱਕ ਫਿਲਮ ਦੇ ਵਿੱਚ ਇੱਕ ਐਕਟਰਸ ਨੂੰ ਕਿਹਾ ਕਿ ਤੁਸੀਂ ਜੀ ਮੇਕਅਪ ਨਹੀਂ ਕਰਨਾ ਬਿਲਕੁਲ ਵੀ। ਉਹ ਕਹਿੰਦੇ ਠੀਕ ਆ ਜੀ। ਉਹ ਅੰਦਰ ਵੈਨਿਟੀ ਦੇ ਵਿੱਚ ਜਾ ਕੇ ਉਹ ਆਪ ਹੀ ਬੇਸ ਲਾ ਕੇ ਆ ਗਈ ਕੁੜੀ। ਮੈਂ ਉਹਨੂੰ ਕਿਹਾ, ਮੈਂ ਭੈਣ ਜੀ ਮੈਂ ਤੁਹਾਨੂੰ ਕਿਹਾ ਸੀ ਨਾ
ਨਹੀਂ ਬਾਈ ਜੀ ਉਹ ਇੰਨਾ ਕੁ ਤਾਂ ਮੈਂ ਕਿਹਾ ਨਾ ਐ ਨਹੀਂ ਹੁੰਦਾ। ਜਿਹੜੀ ਇਹ ਡੈਡੀਕੇਸ਼ਨ ਮੁੰਡੇ ਹੈਗੇ ਸਾਡੇ ਕੋਲੇ ਇਸ ਕਿਸਮ ਦੇ ਐਕਟਰ ਮੁੰਡੇ ਹੈਗੇ ਆ ਹੈ ਨਾ, ਜਿਹੜੇ ਇਸ ਕਿਸਮ ਦਾ ਕੰਮ ਕਰਦੇ ਆ, ਜਿਨ੍ਹਾਂ ਨੂੰ ਮੈਂ ਕੁਛ ਵੀ ਕਰਾ ਸਕਦਾ। ਜਿੱਦਾਂ ਮਰ ਜਾਣੇ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਐਕਟਰ ਨੇ ਜਿਨ੍ਹਾਂ ਨੂੰ ਮੈਂ ਕੁਛ ਵੀ ਕਰਾਇਆ। ਸੋਨਪ੍ਰੀਤ ਜਵੰਦਾ ਇੱਕ ਪੱਗ ਵਾਲਾ ਜਿਹੜਾ ਹੈਗਾ ਸਰਦਾਰ ਮੁੰਡਾ ਆ ਉਹ ਜੋ ਜੋਰਾ ਸੈਕੰਡ ਪਾਰਟ ਦੇ ਵਿੱਚ ਉਹਨੇ ਇੱਕ ਪੋਲੀਟੀਸ਼ੀਅਨ ਦਾ ਕਰੈਕਟਰ ਕੀਤਾ। ਅਤੇ ਮਰ ਜਾਣੇ 'ਚ ਮੈਂ ਉਹਨੂੰ ਕਿਹਾ ਮੈਂ ਯਾਰ ਤੂੰ ਪੱਗ ਲਾ ਸਕਦਾ, ਤੂੰ ਦਾੜੀ ਕਲੀਨ ਸ਼ੇਵ ਕਰ ਸਕਦਾ, ਕੱਲੀਆਂ ਮੁੱਛਾਂ, ਮੈਂ ਇੱਕ SSP ਹਿੰਦੂ SSP ਦਾ ਕਰੈਕਟਰ ਆ ਉਹ ਤੂੰ ਕਰ ਸਕਦਾ? ਉਹ ਕਹਿੰਦਾ ਜੀ ਕਰ ਸਕਦਾ। ਮੁੰਡੇ ਸਾਡੇ ਕੋਲ ਹੈਗੇ ਨੇ ਇੱਦਾਂ ਦੇ, ਸਾਡੇ ਕੋਲ ਹੋਰ ਵੀ ਬਹੁਤ ਸਾਰੇ ਮੁੰਡੇ ਆ, ਉਹਨਾਂ ਨੂੰ ਬਹੁਤ ਵਧੀਆ ਐਕਟਰ ਨੇ ਥੀਏਟਰ ਨਾਲ ਜੁੜੇ ਹੋਏ। ਪਰ ਸਾਡੇ ਕੋਲ ਕੁੜੀਆਂ ਦੀ ਬਹੁਤ ਵੱਡੀ ਘਾਟ ਆ ਜਿਹੜੀਆਂ ਆਪਣੇ ਜਿਹੜਾ ਕੰਫਰਟ ਜ਼ੋਨ 'ਚੋਂ ਨਿਕਲ ਕੇ ਕਿ ਕੁਛ ਵੀ ਕੀਤਾ ਜਾ ਸਕਦਾ ਉਹ ਕਰਨ। ਇਸ ਕਰਕੇ ਕੋਲਾ ਜਿਹੜੀ ਉਹ ਉਹਨਾਂ ਐਕਟਰਸ 'ਚੋਂ ਆ ਕਿ ਜਿਹਨੂੰ ਕੁਛ ਵੀ ਕਰਵਾਇਆ ਜਾ ਸਕਦਾ, ਜਿਹਨੂੰ ਮੈਂ ਇੱਕ ਫਿਲਮ ਦੇ ਵਿੱਚ ਰਕਸ਼ਾ ਵੀ ਚਲਵਾਇਆ ਕਿ ਇੱਕ ਕੁੜੀ ਦਾ ਕਰੈਕਟਰ ਆ ਕਿ ਉਹ ਰਕਸ਼ਾ ਚਲਾਉਂਦੀ ਆ, ਸਵਾਰੀਆਂ ਢੋਂਦੀ ਆ, ਉਹ ਮੈਂ ਉਹ ਤੋਂ ਕਰਾਇਆ। ਹੁਣ ਤੁਸੀਂ ਮੈਨੂੰ ਆਪ ਦੱਸ ਦਿਓ ਵੀ ਜੋ ਕੁੱਲ ਨਾ ਕਰਦੀ ਤਾਂ ਉਹ ਪੰਜਾਬੀ 'ਚ ਫਿਰ ਕੌਣ ਕਰਦਾ? ਬਿਲਕੁਲ ਮੈਨੂੰ ਚਾਹੀਦਾ, ਮੈਂ ਚਾਹੁੰਦਾ ਇਹ ਆ ਕਿ ਪੰਜਾਬੀ ਦੇ ਵਿੱਚ 10-15 ਕੁੱਲ ਸਿੱਧੂ ਹੋਣੀਆਂ ਚਾਹੀਦੀਆਂ ਨੇ। ਸਾਡੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ, ਉਹ ਬਹੁਤ ਚੰਗੇ ਇਸ ਕਿਸਮ ਦੇ ਕਰੈਕਟਰ ਕਰਨ ਦੇ ਲਈ ਤਿਆਰ ਨੇ, ਪਰ ਸਾਡੀਆਂ ਜਿਹੜੀਆਂ ਸੋ ਕਾਲਡ ਹੀਰੋਇਨਸ ਨੇ ਉਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ ਗੀ। ਪੋਲੀਟੀਕਲ ਸਿਨੇਮਾ ਬਣਨਾ ਸਾਡੇ ਲਈ ਬਹੁਤ ਚੰਗੀ ਗੱਲ ਆ, ਪਰ ਜਿਵੇਂ ਤੁਸੀਂ ਜੋਰਾ 2 ਦੀ ਜਦੋਂ ਅਸੀਂ ਤੁਹਾਡੀ ਦੀ ਫਿਲਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਜਿਹੜੇ ਅਸੀਂ ਕਰੈਕਟਰ ਦੇਖਦੇ ਹਾਂ ਤਾਂ ਇੱਕ ਆਮ ਦਰਸ਼ਕ ਵੀ ਦੇਖ ਕੇ ਹੂਬਹੂ ਅੰਦਾਜ਼ਾ ਲਾ ਸਕਦਾ ਹੈ ਕਿ ਕਿਸ ਪਾਰਟੀ ਦਾ ਕਿਹੜਾ ਫਲਾਣਾ ਲੀਡਰ ਹੈ ਜੀ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ ਫਿਲਮ ਜਾਂ ਤੁਹਾਡੀਆਂ ਫਿਲਮਾਂ ਇੱਕ ਪੰਜਾਬ ਦੀ ਇੱਕੋ ਹੀ ਪੋਲੀਟੀਕਲ ਪਾਰਟੀ ਨੂੰ ਟਾਰਗੇਟ ਕਰ ਰਹੀਆਂ ਨੇ? ਲੂਪਹੋਲਸ ਤਾਂ ਹੋਰ ਬਾਕੀ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਹੋ ਸਕਦੇ ਨੇ ਜੀ। ਇਹ ਸਾਡਾ ਨਜ਼ਰੀਆ, ਬਾਕੀ ਤੁਸੀਂ ਦੱਸ ਸਕਦੇ ਹੋ। ਨਹੀਂ, ਉਹ ਕਹਾਣੀ ਮੇਰੇ ਸ਼ਹਿਰ ਦੀ ਆ। ਮੇਰੇ ਸ਼ਹਿਰ ਦੇ ਵਿੱਚ ਜਿਹੜੇ ਉਹ ਮਤਲਬ ਜੋਰਾ ਦੇ ਵਿੱਚ ਜਿਹੜੇ ਪਾਤਰ ਸੀਗੇ, ਉਹ ਜਿਸ ਕਿਸਮ ਦੇ ਜਿਹੜੇ ਕਰੈਕਟਰ ਉੱਥੇ ਜੋ ਕੁਛ ਅਸੀਂ ਦੇਖਿਆ ਉਸ ਪਾਰਟੀ ਨਾਲ ਹੀ ਸੰਬੰਧਿਤ ਕਰੈਕਟਰ ਅਸੀਂ ਦੇਖੇ ਉੱਥੇ। ਅਸੀਂ ਬਹੁਤ ਕੁਛ ਇਹੋ ਜਿਹਾ ਕੁਛ ਦੇਖਿਆ ਹੈ ਨਾ। ਇਸ ਕਰਕੇ ਜਦੋਂ ਅਸੀਂ ਕਿਸੇ ਨੂੰ ਪਾਤਰ ਨੂੰ ਵਰਤਦੇ ਹਾਂ ਤਾਂ ਅਸੀਂ ਉੱਦਾਂ ਦੇ ਕਰੈਕਟਰ ਬਣਾਉਂਦੇ ਹਾਂ। ਇਸ ਗੱਲ ਲਈ ਤਾਂ ਤੁਹਾਨੂੰ ਮੇਰੀ ਹਿੰਮਤ ਦੀ ਦਾਤ ਦੇਣੀ ਚਾਹੀਦੀ ਹੈ ਕਿ ਅਸੀਂ ਉਹ ਕੰਮ ਕਰ ਰਹੇ ਹਾਂ। ਮਰ ਜਾਣੇ ਦੇ ਵਿੱਚ ਮੈਂ ਕਿ ਦੂਸਰੀ ਕਿਸੇ ਹੋਰ ਪੋਲੀਟੀਕਲ ਜਿਹੜੀ ਪਾਰਟੀ ਆ ਉਹਦੀ ਗੱਲ ਕੀਤੀ ਹੈ, ਕਿਉਂਕਿ ਉਹ ਵੀ ਮੈਂ ਦੇਖਿਆ ਸਾਰਾ ਕੁਛ ਹੈ ਨਾ। ਮੈਂ ਕੋਈ ਇਸ ਕਿਸਮ ਦਾ ਪ੍ਰਚਾਰ ਨਹੀਂ ਕਰ ਰਿਹਾ ਕਿ ਮੈਂ ਉਸ ਪਾਰਟੀ ਦੇ ਖਿਲਾਫ ਹਾਂ ਅਤੇ ਦੂਜੀਆਂ ਪਾਰਟੀਆਂ ਦੇ ਹੱਕ 'ਚ ਹਾਂ। ਉਹ ਕਹਾਣੀ ਦੇ ਵਿੱਚ ਜਿਹੜੇ ਪਾਤਰ ਨੈਗੇਟਿਵ ਨੇ ਉਹ ਪਤਾ ਨਹੀਂ ਕਿਹੜੀ ਪਾਰਟੀ ਦੇ ਹੋਣਗੇ। ਮੰਨ ਲਓ ਕੋਈ ਇਹੋ ਜਿਹੀ ਪਾਰਟੀ ਹੋਵੇ, ਰਾਜਨੀਤਿਕ ਪਾਰਟੀ, ਜਿਹਦੀ ਅਸੀਂ ਗੱਲ ਮੰਨਦੇ ਹੋਈਏ, ਜਿਹਦੀ ਅਸੀਂ ਵਿਚਾਰਧਾਰਾ ਨੂੰ ਮੰਨਦੇ ਹੋਈਏ, ਜਿਹਦੀ ਅਸੀਂ ਪੋਲੀਟੀਕਲ ਜਿਹੜੀ ਸੋਚ ਆ, ਪੋਲੀਟੀਕਲ ਲਾਈਨ ਆ, ਉਹਨੂੰ ਵੀ ਮੰਨਦੇ ਹੋਈਏ, ਅਸੀਂ ਵੋਟਾਂ ਵੀ ਪਾਈਆਂ ਹੋਣ ਉਹਨੂੰ, ਪਰ ਜਿਹੜੀ ਕਹਾਣੀ ਅਸੀਂ ਲਿਖ ਰਹੇ ਹਾਂ ਉਹਦੇ ਵਿੱਚ ਉਸ ਪਾਰਟੀ ਦਾ ਕੋਈ ਨੇਤਾ, ਕੋਈ MLA ਜਾਂ ਕੋਈ ਸਰਪੰਚ ਜਾਂ ਕੋਈ ਬਲਾਕ ਸੰਮਤੀ ਮੈਂਬਰ ਹੋ ਸਕਦਾ ਨੈਗੇਟਿਵ ਗੱਲ ਕੀਤੀ ਹੋਵੇ ਉਹਨੇ, ਤਾਂ ਉਹ ਸਾਡੀ ਕਹਾਣੀ ਦਾ ਉਹ ਪਾਤਰ ਬਣੂਗਾ ਤਾਂ ਉਹਦਾ ਇਸ਼ਾਰਾ ਜਿਹੜਾ ਉਹ ਲੋਕ ਸਮਝ ਜਾਣਗੇ ਕਿ ਅਸੀਂ ਕਿਸ ਪਾਰਟੀ ਦੀ ਗੱਲ ਕਰ ਰਹੇ ਹਾਂ। ਅਦਰਵਾਈਜ਼ ਕਿਸੇ ਪਾਰਟੀ ਦੇ ਹੱਕ 'ਚ ਜਾਂ ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਅਸੀਂ ਸਿਨੇਮਾ ਨਹੀਂ ਬਣਾਉਂਦੇ ਜੀ। ਤੁਹਾਡੀਆਂ ਵੀ ਫਿਲਮਾਂ ਅਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ, ਜਿਵੇਂ ਜੋਰਾ ਦਾ ਮੈਨੂੰ ਇੱਕ ਤੁਹਾਡਾ ਸੰਵਾਦ ਯਾਦ ਹੈ ਕਿ ਗੁੰਡਿਆਂ ਦੀ ਆਖਰੀ ਪਨਾਹ ਉਹ ਰਾਜਨੀਤੀ ਹੁੰਦੀ ਹੈ। ਸਾਡੇ ਸਿਨੇਮੇ ਦੇ ਵਿੱਚ, ਸਾਡੀਆਂ ਫਿਲਮਾਂ ਦੇ ਵਿੱਚ ਪੋਲੀਟਿਕਸ ਅਤੇ ਪੁਲਿਸ ਹਮੇਸ਼ਾ ਵਿਲਨ ਹੀ ਕਿਉਂ ਦਿਖਾਈ ਜਾਂਦੀ ਹੈ? ਜਾਂ ਫਿਰ ਅਗਰ ਅਸੀਂ ਪੁਲਿਸ ਨੂੰ ਜਾਂ ਪੋਲੀਟੀਸ਼ੀਅਨ ਨੂੰ ਕਿਤੇ ਵਰਤ ਰਹੇ ਹਾਂ ਤਾਂ ਅਸੀਂ ਉਹਨਾਂ ਨੂੰ ਇੱਕ ਕਾਮਿਕ ਦੇ ਰੂਪ ਦੇ ਵਿੱਚ ਵਰਤਾਂਗੇ ਜੀ। ਨਹੀਂ ਜੀ, ਉਹ ਵਿਲਨ ਹੈਗੇ ਨੇ। ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਪਤਾ ਹੈ ਕਿ ਪੰਜਾਬ ਦੀ ਜਿਹੜੀ ਪੋਲੀਟਿਕਸ ਆ ਉਹਦੇ ਬੰਦੇ ਆ ਜਿਹੜੇ ਉਹਨਾਂ ਨੇ ਪੰਜਾਬ ਨਾਲ ਕੀ ਕੀਤਾ। ਘੱਟੋ ਘੱਟ ਹੁਣ ਤਾਂ ਪਤਾ ਲੱਗ ਹੀ ਗਿਆ ਨਾ। ਕਿਸਾਨ ਅੰਦੋਲਨ, ਉਹੀ ਪੋਲੀਟੀਸ਼ੀਅਨ ਜਿਹੜੇ ਸੈਂਟਰ ਦੇ ਵਿੱਚ ਜਾ ਕੇ ਇਹ ਕਹਿ ਰਹੇ ਨੇ ਕਿ ਕਾਨੂੰਨ ਬੜੇ ਚੰਗੇ ਨੇ ਜੀ, ਇਹ ਲਾਗੂ ਕਰਨੇ ਚਾਹੀਦੇ ਨੇ। ਜਦੋਂ ਜੁੱਤੀਆਂ ਪੈਣ ਲੱਗ ਗਈਆਂ ਲੋਕਾਂ ਵੱਲੋਂ ਤਾਂ ਉਹ ਬਦਲ ਗਏ ਕਿ ਨਹੀਂ ਜੀ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ।
ਹੁਣ ਇਹ ਨੈਗੇਟਿਵ ਬੰਦਿਆਂ ਦੀ ਗੱਲ ਹੈ ਨਾ, ਇਹ ਖਲਨਾਇਕ ਪਾਤਰ ਹੋ ਗਏ ਨਾ ਉਹ ਇੱਥੇ। ਉਹ ਸਾਡੀ ਫਿਲਮ ਦੇ ਵਿੱਚ ਨਾਇਕ ਪਾਤਰ ਨਹੀਂ ਹੋ ਸਕਦੇ, ਜਾਂ ਉਹ ਕੋਈ ਹਾਂ ਪੱਖੀ ਵਿਚਾਰਧਾਰਾ ਦੇ ਪਾਤਰ ਨਹੀਂ ਹੋ ਸਕਦੇ। ਪਿਛਲਾ ਜਿਹੜਾ 30-40 ਸਾਲ ਦਾ ਟਾਈਮ ਆ, ਪਹਿਲਾਂ ਨਕਸਲਾਈਟ ਮੂਵਮੈਂਟ ਸੀਗੀ, ਫਿਰ ਖਾੜਕੂ ਮੂਵਮੈਂਟ ਸੀਗੀ, ਫਿਰ ਬਾਅਦ ਦੇ ਵਿੱਚ ਜਿਹੜੀਆਂ ਹੈਗੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਅਸੀਂ ਦੇਖੇ ਹੈ ਨਾ, PSU ਦਾ ਦੇਖਿਆ, ਬਾਅਦ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ, ਹਰ ਕਿਤੇ ਅਸੀਂ ਦੇਖਿਆ। ਔਰ ਆਮ ਲੋਕਾਂ ਦੇ ਬਾਰੇ ਵੀ ਅਸੀਂ ਦੇਖਿਆ ਕਿ ਪੁਲਿਸ ਕਿਸ ਕਿਸਮ ਦਾ ਵਰਤਾਓ ਕਰਦੀ ਹੈ ਉਹਨਾਂ ਨਾਲ। ਪੁਲਿਸ ਦੇ ਵਿੱਚ ਬੰਦੇ ਚੰਗੇ ਹੋ ਸਕਦੇ ਨੇ, ਮੈਂ ਵੀ ਬਹੁਤ ਸਾਰੇ ਚੰਗੇ ਬੰਦਿਆਂ ਨੂੰ ਜਾਣਦਾ, ਵੱਡੇ ਆਫੀਸਰ ਨੇ, SSP ਲੈਵਲ ਦਾ, DSP ਲੈਵਲ ਦਾ, ਥਾਣੇਦਾਰ, ਚੰਗੇ ਬੰਦੇ ਹੈਗੇ ਆ। ਪਰ ਅਸੀਂ ਮਹਿਕਮੇ ਦੀ ਗੱਲ ਕਰ ਰਹੇ ਹਾਂ। ਉਸ ਮਹਿਕਮੇ ਦੀ ਜਿਹੜੀ ਸੋਚ ਆ ਔਰ ਲੋਕਾਂ ਦੇ ਪ੍ਰਤੀ ਉਹਦਾ ਵਿਵਹਾਰ ਆ ਜਿਹੜਾ, ਉਹ ਹਮੇਸ਼ਾ ਮਾੜਾ ਰਿਹਾ। ਇਸ ਕਰਕੇ ਮੈਂ ਇਹ ਗੱਲ ਇਹ ਵੀ ਕਹਿਣਾ ਹੁੰਦਾ, ਤੁਸੀਂ ਦੇਖ ਲਿਓ ਵੈਸੇ ਕਦੇ ਵੀ, ਕਿ ਪੰਜਾਬੀ ਫਿਲਮ ਦਾ ਹੀਰੋ ਆ ਜਿਹੜਾ ਉਹ ਪੁਲਿਸ ਵਾਲਾ ਨਹੀਂ ਹੋ ਸਕਦਾ। ਜਦੋਂ ਤੁਸੀਂ ਪੰਜਾਬੀ ਫਿਲਮ ਦਾ ਹੀਰੋ, ਹਿੰਦੀ 'ਚ ਹੋ ਸਕਦਾ, ਹਿੰਦੀ 'ਚ ਦਬੰਗ ਹੀਰੋ ਹੋ ਸਕਦਾ, ਸਲਮਾਨ ਖਾਨ ਹੋ ਸਕਦਾ, ਸੂਰਿਆਵੰਸ਼ੀ ਪੁਲਿਸ ਆਫੀਸਰ ਹੋ ਸਕਦਾ, ਕਿਉਂਕਿ ਉਹ ਬੰਬੇ ਦੀ ਪੁਲਿਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਔਰ ਮੈਂ ਬੰਬੇ ਰਹਿਣਾ, ਬੰਬੇ ਦੀ ਪੁਲਿਸ ਹੋਰ ਤਰ੍ਹਾਂ ਦੀ ਆ, ਉਹਦਾ ਲੋਕਾਂ ਨਾਲ ਵਿਵਹਾਰ ਹੋਰ ਤਰ੍ਹਾਂ ਦਾ, ਉੱਥੇ ਉਹ ਹੀਰੋ ਹੋ ਸਕਦਾ। ਪਰ ਜਦੋਂ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਪੁਲਿਸ ਵਾਲਾ ਹੀਰੋ ਬਣਾਓਗੇ ਤਾਂ ਲੋਕ ਜੁੜ ਨਹੀਂ ਪਾਉਂਦੇ। ਉਹ ਚਾਹੇ ਕਿਸੇ ਵੀ ਐਕਟਰ ਨੇ ਕਦੋਂ ਵੀ ਹੀਰੋ ਜਿਹੜਾ ਹੈਗਾ ਉਹ ਪੁਲਿਸ ਵਾਲਾ ਹੋਊਗਾ ਤਾਂ ਲੋਕ ਉਹਨੂੰ ਕਦੇ ਆਪਦਾ ਨਾਇਕ ਨਹੀਂ ਮੰਨਦੇ। ਪੰਜਾਬੀ ਹੈ ਨਾ ਜਿਹੜੇ, ਇਹ ਥੋੜ੍ਹੇ ਜਿਹੇ, ਖਾਸ ਕਰਕੇ ਸਾਡੀ ਯੰਗ ਜਨਰੇਸ਼ਨ ਵੀ, ਇਹ ਥੋੜ੍ਹੇ ਜਿਹੇ ਵਿਗੜੇ ਲੋਕਾਂ ਨੂੰ ਪਸੰਦ ਕਰਦੇ ਨੇ ਹੈ ਨਾ। ਇੱਥੇ ਉਹ ਆਦਰਸ਼ਵਾਦੀ ਆ ਜਿਹੜਾ ਪਾਤਰ ਆ ਜਿਹੜੇ, ਉਹ ਸਾਡੇ ਨਹੀਂ ਚੱਲਦੇ ਹੈ ਨਾ। ਜੇ ਅਸੀਂ ਕਹਿ ਦਈਏ ਕਿ ਉਹ ਪੁਲਿਸ ਵਾਲਾ ਬੜਾ ਚੰਗਾ ਜੀ, ਉਹ ਜੀ ਗਰੀਬਾਂ ਦੀ ਬੜੀ ਮਦਦ ਕਰਦਾ, ਪਰ ਇੱਦਾਂ ਹੁੰਦਾ ਨਹੀਂ ਗਾ। ਅਸੀਂ ਦੇਖਿਆ ਲੋਕਾਂ ਨੂੰ ਕੁੱਟਦੀ ਪੁਲਿਸ ਦੇਖੀ ਆ, ਅਸੀਂ ਦੇਖਿਆ ਉਹ ਪਿੱਛੇ ਜੇ ਕਿਸੇ ਦੀਆਂ ਸਬਜ਼ੀਆਂ ਲਾਈਆਂ ਉਹਦੇ 'ਤੇ ਲੱਤ ਮਾਰ ਕੇ, ਉਹ ਪੁਲਿਸ ਉਹੋ ਜਿਹੇ ਕੰਮ ਕਰਦੀ ਹੈ। ਪੋਲੀਟੀਸ਼ੀਅਨ ਦਾ ਤਾਂ ਪਤਾ ਹੀ ਆ ਸਾਰਿਆਂ ਨੂੰ, ਹੁਣ ਵੀ ਜੋ ਹੋ ਰਿਹਾ ਇਸ ਟਾਈਮ, ਸਾਰੀਆਂ ਪਾਰਟੀਆਂ ਕੀ ਖਿੱਚਾਤੂਈ ਕਰ ਰਹੀਆਂ, ਵੋਟਾਂ ਦਾ ਟਾਈਮ ਆ। ਇਸ ਕਰਕੇ ਸਾਡਾ ਕੋਈ ਕਸੂਰ ਨਹੀਂ, ਉਹਨਾਂ ਮਹਿਕਮਿਆਂ ਨੇ ਔਰ ਉਹਨਾਂ ਪਾਤਰਾਂ ਨੇ ਖੁਦ ਆਪਣੀ ਇਮੇਜ ਜਿਹੜੀ ਬਣਾਈ ਆ, ਅਸੀਂ ਤਾਂ ਉਹਨੂੰ ਯੂਜ਼ ਕਰਦੇ। ਜੋ ਇਮੇਜ ਚੰਗੀ ਬਣਾਉਂਦੇ ਤਾਂ ਉਹਨਾਂ ਨੂੰ ਅਸੀਂ ਵੀ ਚੰਗਾ ਦਿਖਾਉਂਦੇ। ਲੋਕਾਂ 'ਤੇ ਉਹਨਾਂ ਦਾ ਪ੍ਰਭਾਵ ਉਹੀ ਆ ਜਿਹੜਾ ਅਸੀਂ ਫਿਲਮਾਂ 'ਚ ਦਿਖਾ ਰਹੇ ਹਾਂ, ਪਰ ਉਹ ਪਹਿਲਾਂ ਉਹਨਾਂ ਨੇ ਬਣਾਇਆ ਨਾ। ਫਿਲਮਾਂ ਨੂੰ ਦੇਖ ਕੇ ਨਹੀਂ ਉਹ ਮਾੜੇ ਬਣੇ, ਨਾ ਫਿਲਮਾਂ ਨੂੰ ਦੇਖ ਕੇ ਪੋਲੀਟੀਸ਼ੀਅਨ ਮਾੜੇ ਹੋਏ ਆ, ਨਾ ਫਿਲਮਾਂ ਨੂੰ ਦੇਖ ਕੇ ਪੁਲਿਸ ਵਾਲੇ ਮਾੜੇ ਹੋਏ। ਉਹ ਆਲਰੇਡੀ ਉਹਨਾਂ 'ਚ ਉਹ ਗਲਤੀਆਂ ਸੀਗੀਆਂ, ਤਾਂ ਕਰਕੇ ਉਹ ਫਿਲਮਾਂ ਦੇ ਵਿੱਚ ਜਿਹੜੇ ਆ ਉਹ ਖਲ ਪਾਤਰ ਬਣੇ। ਅਸੀਂ ਆਪਣੀਆਂ ਫਿਲਮਾਂ ਦੇ ਕਿਰਦਾਰਾਂ ਦੇ ਵਿੱਚ ਜਦੋਂ ਕੁਝ ਨਵਾਂ ਜੋੜਿਆ ਤਾਂ ਉਹ ਸੀਗਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਬਿਹਾਰੀ ਕਿਰਦਾਰ ਅਸੀਂ ਇੰਟਰੋਡਿਊਸ ਕੀਤੇ। ਪਰ ਸਟਿਲ ਸਾਡੇ ਕੋਲੇ ਜਿਵੇਂ ਬਾਲੀਵੁੱਡ ਇਹ ਜ਼ਰੂਰਤ ਕਰਦਾ ਹੈ ਕਿ ਦਲਿਤ ਭਾਈਚਾਰੇ ਨੂੰ ਜਾਂ ਦਲਿਤ ਸਮਾਜ ਦੀ ਫਿਲਮ ਲੈ ਕੇ ਆਈਏ, ਤੇ ਪੰਜਾਬੀ ਫਿਲਮਾਂ ਦੇ ਵਿੱਚ ਦਲਿਤ ਕਿਰਦਾਰ ਕਿਉਂ ਨਹੀਂ ਹੁੰਦੇ? ਅਸੀਂ ਬਿਹਾਰੀ ਕਿਰਦਾਰ ਇੰਟਰੋਡਿਊਸ ਕਰ ਦਿੱਤੇ ਨੇ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿੱਦਾਂ ਹੁਣ ਤੁਸੀਂ ਜਿਹੜਾ ਸ਼ਬਦ ਵਰਤਿਆ, ਇਹ ਸ਼ਬਦ ਵੀ ਵਿਵਰਜਿਤ ਆ। ਮਤਲਬ ਇਹ ਸ਼ਬਦ ਆ ਜਿਹੜਾ, ਇਹਨੂੰ ਸਹੀ ਨਹੀਂ ਮੰਨਿਆ ਜਾਂਦਾ। ਇਹ ਦਲਿਤ ਕਹਿਣ 'ਤੇ ਸਾਡਾ ਜਿਹੜਾ ਭਾਈਚਾਰਾ ਉਹ ਗੁੱਸਾ ਕਰਦਾ। ਇਹ ਮਤਲਬ ਪਛੜੇ ਵਰਗ ਕਹਿ ਸਕਦੇ ਹਾਂ, ਜਾਂ ਆਪਾਂ ਮਜ਼ਦੂਰ ਵਰਗ, ਮੈਂ ਸ਼ਬਦ ਵਰਤਦਾ ਹੁੰਦਾ ਕਿਉਂਕਿ ਕਮਿਊਨਿਸਟ ਵਿਚਾਰਧਾਰਾ ਦੇ ਅਧੀਨ ਜਦੋਂ ਮੈਂ ਦੇਖਿਆ ਕਿ ਖੇਤ ਮਜ਼ਦੂਰ ਵਰਗ ਇੱਦਾਂ ਦਾ ਕੀਤਾ ਜਾਂਦਾ। ਉਹ ਇਹ ਆ ਗੱਲ ਪਹਿਲੀ ਤਾਂ ਕਿ ਮੇਰੀ ਫਿਲਮ 'ਚ ਉਹ ਸੀਗਾ, ਸਰਦਾਰ ਸੋਹੀ ਜੋਰਾ 10 ਨੰਬਰੀਆ ਦੇ ਵਿੱਚ ਉਸੇ ਹੀ ਵਰਗ 'ਚੋਂ ਆਉਂਦਾ। ਔਰ ਉਹਦੇ ਵਿੱਚ ਇੱਕ ਉਹਦਾ ਫਲੈਸ਼ਬੈਕ ਵੀ ਆ ਕਿ ਜਦੋਂ ਜੱਟ ਕਹਿੰਦਾ ਵੀ ਮੈਂ ਤੈਨੂੰ ਇੱਥੇ ਘਾਹ ਦੀ ਤਿੜ ਨਹੀਂ ਕੱਟਣ ਦਿੰਦਾ, ਅਤੇ ਉਹਨੂੰ ਲੱਗਦਾ ਵੀ ਹੁਣ ਜੱਟ ਲੋਟ ਆਏ ਆ, ਹੈ ਨਾ। ਉਹ ਇੱਕ ਵਰਗ ਜਿਹੜਾ ਆਪਸ ਵਿੱਚ ਦੀ ਟਸਲ ਆ, ਹੈ ਨਾ, ਉਹਦਾ ਇੱਕ ਹਲਕਾ ਜਿਹਾ ਉਹਦੇ 'ਚ ਝਲਕਾਰਾ ਮੈਂ ਦਿਖਾਇਆ ਸੀਗਾ। ਔਰ ਦੂਸਰੀ ਗੱਲ ਆ ਕਿ ਜਿਹੜੇ ਬੰਦੇ ਚੇਤਨ ਨੇ, ਚੇਤਨ ਫਿਲਮ ਮੇਕਰ ਨੇ, ਜਿਹੜੇ ਵਰਗ ਵੰਡ ਤੋਂ ਚੇਤਨ ਨੇ, ਜਿਨ੍ਹਾਂ ਦੇ ਸਬਜੈਕਟ ਉੱਦਾਂ ਦੇ ਨੇ, ਜਿਨ੍ਹਾਂ ਨੂੰ ਇਹ ਪਤਾ ਕਿ ਇਹ ਰੌਲਾ ਜਿਹੜਾ ਇਹ ਜਿਹਨੂੰ ਜਾਤਾਂ ਦਾ ਦਿਖਾਇਆ ਜਾ ਰਿਹਾ ਹੈ, ਅਸਲ 'ਚ ਜਮਾਤਾਂ ਦਾ ਰੌਲਾ, ਇਹ ਕਾਸਟ ਦਾ ਰੌਲਾ ਨਹੀਂ ਗਾ, ਇਹ ਕਲਾਸਿਸ ਦਾ ਰੌਲਾ, ਹੈ ਨਾ।
ਮਤਲਬ ਗਰੀਬ ਜੱਟ ਆ ਜਿਹੜਾ ਹੈ ਨਾ, ਉਹ ਵੀ ਗਰੀਬ ਮਜ਼ਦੂਰ ਵਰਗਾ ਹੀ ਆ, ਕਹਿਣ ਨੂੰ ਉਹ ਜੱਟ ਆ ਹੈ ਨਾ। ਦੂਸਰੇ ਪਾਸੇ ਮਜ਼ਦੂਰ ਵਰਗ ਦਾ ਜਿਹੜਾ ਕੋਈ ਹੈਗਾ ਹੈ ਨਾ, ਉਹ ਅਮੀਰ ਹੈ, ਤਾਂ ਉਹ ਅਮੀਰ ਜੱਟ ਵਰਗਾ ਹੀ ਆ ਹੈ ਨਾ। ਇਸ ਕਰਕੇ ਗੱਲ ਕਿਤੇ ਹੋਰ ਖੜੀ ਹੈ। ਜੇ ਉਹ ਜਿਹੇ ਸਬਜੈਕਟ ਬਣਨਗੇ ਜਿਹਦੇ 'ਚ ਸਮਾਜਿਕ ਚੇਤਨਾ ਜਾਂ ਪਾਤਰਾਂ ਦੇ ਵਿੱਚ ਇਹ ਚੇਤਨਾ ਦਿਖਾਉਣ ਦੀ ਜ਼ਰੂਰਤ ਹੋਊਗੀ, ਜਾਂ ਜਦੋਂ ਬਣਨਗੇ ਤਾਂ ਦਿਖਾਉਣੇ ਹੀ ਪੈਣਗੇ। ਜਿੱਦਾਂ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖੀ ਜੈ ਭੀਮ, ਤਾਂ ਉਹ ਬਹੁਤ ਵੱਡੀ ਫਿਲਮ ਆ ਉਹ ਇਸ ਗੱਲ 'ਤੇ। ਪਰ ਸਾਡੇ ਲੋਕਾਂ ਦੇ ਸਾਡੇ ਫਿਲਮ ਮੇਕਰਾਂ ਦੇ ਹਲੇ ਇਹੋ ਜਿਹੇ ਸਬਜੈਕਟ ਬਣੇ ਨਹੀਂ ਗੇ ਹੈ ਨਾ। ਉਹ ਜਿਹੜੀ ਕਮੇਡੀ ਜਾਂ ਜੋ ਵੀ ਫਿਲਮਾਂ ਕਰਨੀਆਂ ਚਾਹੁੰਦੇ ਨੇ, ਉਹ ਉਹਨਾਂ ਦੇ ਲਈ ਇਹ ਵਿਸ਼ਾ ਨਹੀਂ ਗਾ ਕੋਈ ਇਸ ਕਿਸਮ ਦੀਆਂ ਦੇ ਵਰਗ ਦੇ ਪਾਤਰ ਪੇਸ਼ ਕਰਨੇ, ਹਲੇ ਉਹਨਾਂ ਨੂੰ ਜ਼ਰੂਰਤ ਨਹੀਂ ਗੀ। ਬਹੁਤ ਇੱਕ ਗੱਲ ਹੋਰ ਵੀ ਆ ਕਿ ਜੇ ਸ਼ਾਇਦ ਆਪਾਂ ਉਹਨਾਂ ਤੋਂ ਪੁੱਛੀਏ ਤਾਂ ਹੋ ਸਕਦਾ ਉਹ ਦੱਸ ਦੇਣ ਕਿ ਮੇਰੀ ਫਿਲਮ ਦਾ ਜਿਹੜਾ ਫਲਾਨਾ ਪਾਤਰ ਸੀਗਾ ਉਹ ਉਸ ਵਰਗ ਦਾ ਹੀ ਸੀ, ਪਰ ਕਿਉਂਕਿ ਉਹ ਗੈਰ ਸੰਵਿਧਾਨਕ ਸ਼ਬਦ ਆ, ਇਸ ਕਰਕੇ ਅਸੀਂ ਉਹ ਫਿਲਮ 'ਚ ਯੂਜ਼ ਨਹੀਂ ਕੀਤਾ ਕਿ ਤੁਹਾਨੂੰ ਨਹੀਂ ਪਤਾ ਲੱਗਿਆ ਹੈ ਨਾ। ਜਿੱਦਾਂ ਮੈਂ ਵੀ ਉਹ ਜਿਹੜਾ ਬਿੰਬ ਸੀਗਾ ਜੋਰਾ 10 ਨੰਬਰੀਆ 'ਚ, ਉਹ ਜਦੋਂ ਵੱਟ 'ਤੇ ਭੱਜਿਆ ਆਉਂਦਾ ਮਾਂ, ਤਾਂ ਉਹ ਉਹਦੇ ਰਾਹੀਂ ਉਹ ਸਪਸ਼ਟ ਕੀਤਾ ਸੀ ਕਿ ਜਿਹੜਾ ਬਘੇਲ ਸਿੰਘ ਆ ਉਹ ਕਿਸ ਵਰਗ ਦਾ ਜਿਹੜਾ ਹੈਗਾ ਪਾਤਰ ਆ ਹੈ ਨਾ। ਦੂਸਰੀ ਗੱਲ ਆ ਜਿਹੜੇ ਬਿਹਾਰੀ ਮਜ਼ਦੂਰ ਆ, ਬਿਹਾਰੀ ਮਜ਼ਦੂਰ ਸਾਡਾ ਹਿੱਸਾ ਨੇ ਬਹੁਤ ਟਾਈਮ ਤੋਂ, ਖਾਸ ਕਰਕੇ ਜਦੋਂ ਤੋਂ ਝੋਨਾ ਪੰਜਾਬ 'ਚ ਹੋਇਆ ਉਦੋਂ ਤੋਂ ਬਿਹਾਰੀ ਮਜ਼ਦੂਰ ਆਉਣ ਲੱਗ ਗਏ। ਫਿਰ ਬਿਹਾਰੀ ਮਜ਼ਦੂਰ ਇੱਕ ਖਾਸ ਕਿਸਮ ਦੀ ਪੰਜਾਬੀ ਸਿੱਖ ਗਏ, ਮਿਕਸ ਪੰਜਾਬੀ, ਅਤੇ ਉਹ ਸਾਡੇ ਵਾਲਿਆਂ ਲਈ ਉਹ ਕਮੇਡੀ ਦਾ ਵਿਸ਼ਾ ਨੇ, ਉਹ ਕਮੇਡੀ ਕਰਦੇ ਨੇ ਹੈ ਨਾ। 12 ਬੰਦਾ ਖੇਤ ਮੇਂ ਟਾਈਪ ਸਾਡੇ ਗਾਣੇ ਵੀ ਆਏ ਉਹ, ਔਰ ਉਹ ਸਰਦਾਰ ਜੀ ਹੈ ਨਾ, ਉਹ ਸਾਰਾ ਕੁਛ ਕਮੇਡੀ ਦੇ ਰੂਪ 'ਚ। ਉਹ ਵੀ ਕੋਈ ਗੰਭੀਰ ਫਿਲਮਾਂ ਨਹੀਂ ਗੀਆਂ ਕੋਈ ਇੱਦਾਂ ਦੀਆਂ ਜਿਹਦੇ 'ਚ ਕੋਈ ਗੰਭੀਰ ਬਿਹਾਰੀ ਪਾਤਰ ਹੋਵੇ। ਉਹ ਉਵੇਂ ਹੀ ਆ ਜਿਵੇਂ ਸਾਡੇ ਲਈ ਜਿਹੜੇ ਹਿਜੜੇ ਨੇ ਜਿਹੜੇ ਹੈ ਨਾ, ਟਰਾਂਸਜੈਂਡਰ ਨੇ ਜਿਹੜੇ, ਉਹ ਵੀ ਸਾਡੇ ਲਈ ਹਾਸੇ ਦਾ ਪਾਤਰ ਨੇ ਸਾਡੀਆਂ ਫਿਲਮਾਂ ਦੇ ਲਈ। ਉਵੇਂ ਹੀ ਇਹ ਜਿਹੜੇ ਹੈਗੇ ਆ ਬਿਹਾਰੀ ਮਜ਼ਦੂਰ ਵੀ ਕਮੇਡੀ ਕਰਦੇ ਨੇ। ਸਾਡਾ ਕੋਈ ਪੰਜਾਬੀ ਦਾ ਹੀ ਐਕਟਰ ਆ ਜਿਹੜਾ, ਉਹ ਇੰਨੀ ਅੱਛੀ ਬਿਹਾਰੀ ਪੰਜਾਬੀ ਬੋਲਣ ਲੱਗ ਜਾਂਦਾ ਕਿ ਉਹਨੂੰ ਕਹਿੰਦੇ ਯਾਰ ਉਹ ਭਈਏ ਦਾ ਰੋਲ ਬਹੁਤ ਸੋਹਣਾ ਕਰਦਾ, ਉਹਨੂੰ ਬੁਲਾ ਲਓ। ਇਸ ਕਰਕੇ ਹਲੇ ਉਹ ਗੰਭੀਰ ਉਸ ਕਿਸਮ ਦੇ ਵਿਸ਼ਿਆਂ ਦੀ ਵਿਸ਼ੇ ਬਣ ਨਹੀਂ ਰਹੇ ਜੀ। ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਨਿਰਦੇਸ਼ਕ ਨਾਲ ਗੱਲ ਕਰ ਰਹੀ ਸੀਗੀ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਸਿਨੇਮਾ 'ਤੇ ਗੱਲ ਕਰਨਾ ਚਾਹੁੰਦੀ ਹਾਂ, ਤਾਂ ਉਹ ਕਹਿੰਦੇ ਕਿ ਮੇਰਾ ਜਿਹੜਾ ਸਿਨੇਮਾ ਹੈ ਉਹ ਇੱਕ ਤਰ੍ਹਾਂ ਨਾਲ ਵਿਵਾਦਿਤ ਸਿਨੇਮਾ ਹੈ, ਅਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਇੰਟਰਵਿਊ ਦੇ ਵਿੱਚ ਆ ਕੇ ਕੋਈ ਗੱਲ ਕਹਾਂ ਅਤੇ ਉਹ ਇਸ਼ੂ ਬਣ ਜਾਵੇ, ਕਿਉਂਕਿ ਮੈਂ ਸਿਨੇਮਾ ਬਣਾਉਣਾ ਆਪਦੇ ਲਈ। ਤੁਹਾਡਾ ਬਹੁਤ ਲੰਮਾ ਤਜਰਬਾ ਆ, ਭਾਵੇਂ ਤੁਸੀਂ ਫਿਲਮਾਂ 3 ਕੀਤੀਆਂ ਨੇ ਸ਼ਾਰਟ ਫਿਲਮਾਂ ਤੋਂ ਇਲਾਵਾ, ਪਰ ਹਲੇ ਤੱਕ ਵੀ ਜਿਹੜੀ ਪੰਜਾਬੀ ਫਿਲਮਾਂ ਨੇ ਜਾਂ ਪੰਜਾਬੀ ਸਿਨੇਮਾ ਵਾ, ਉਹ ਕਿਹਦੇ ਲਈ ਬਣ ਰਿਹਾ ਵਾ? ਉਹ ਸਿਰਫ ਪੰਜਾਬ ਦੇ ਲੋਕਾਂ ਲਈ, ਪੰਜਾਬੀ ਆਡੀਅנס ਨੂੰ ਹੀ ਸੋਚ ਕੇ ਬਣ ਰਿਹਾ ਵਾ? ਕਿਉਂਕਿ ਹੁਣ ਤਾਂ ਸਾਡੇ ਕੋਲੇ OTT ਪਲੈਟਫਾਰਮਸ ਨੇ, ਸਾਊਥ ਦਾ ਸਿਨੇਮਾ ਇੱਥੇ ਆ ਗਿਆ, ਸਾਡੇ ਕੋਲੇ ਕੋਰੀਅਨ ਸਿਨੇਮਾ, ਅਸੀਂ ਹਰ ਤਰ੍ਹਾਂ ਦਾ ਸਿਨੇਮਾ ਦੇਖ ਰਹੇ ਹਾਂ। ਪਰ ਪੰਜਾਬੀ ਕੰਟੈਂਟ ਜਦੋਂ ਅਸੀਂ ਕ੍ਰੀਏਟ ਕਰਦੇ ਹਾਂ ਤਾਂ ਉਹ ਅਸੀਂ ਗਲੋਬਲ ਆਡੀਅנס ਨੂੰ ਧਿਆਨ 'ਚ ਰੱਖ ਕੇ ਕਿਉਂ ਨਹੀਂ ਕ੍ਰੀਏਟ ਕਰ ਪਾ ਰਹੇ ਹਾਲੇ ਤੱਕ? ਬਿਲਕੁਲ, ਇਹ ਤੁਹਾਡਾ ਸਵਾਲ ਬਹੁਤ ਅੱਛਾ। ਪਰ ਗੱਲ ਅਸਲ 'ਚ ਇਹ ਹੈ ਕਿ ਪੰਜਾਬੀ ਸਿਨੇਮਾ ਹਾਲੇ ਬਹੁਤ ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆ ਇਹਨੂੰ ਬਣਦੇ ਨੂੰ, ਕਿਉਂਕਿ ਪੰਜਾਬੀ ਸਿਨੇਮਾ ਜਦੋਂ ਵੀ ਸ਼ੁਰੂ ਹੋਇਆ ਤਾਂ 5-7 ਸਾਲ ਹੀ ਬਣਿਆ, ਫਿਰ ਵਿੱਚ ਰੁਕ ਗਿਆ। 8-10 ਸਾਲ ਦਾ ਫਿਰ ਗੈਪ ਆ ਗਿਆ। ਪਹਿਲਾਂ ਲਾਹੌਰ ਵਾਲੀਆਂ ਫਿਲਮਾਂ ਸੀ, ਫਿਰ 8-10 ਸਾਲ ਦਾ ਗੈਪ ਆ ਗਿਆ, ਫਿਰ ਬੰਬੇ ਵਾਲੀਆਂ ਫਿਲਮਾਂ ਆਈਆਂ, ਬਲੈਕ ਐਂਡ ਵਾਈਟ ਫਿਲਮਾਂ, ਫਿਰ 8-10 ਸਾਲ ਦਾ ਗੈਪ ਆ ਗਿਆ, ਫਿਰ ਸਤੀਸ਼ ਕੌਲ, ਭਾਵਨਾ ਭੱਟ ਵਾਲੀਆਂ ਫਿਲਮਾਂ ਆਈਆਂ, ਉਹ ਵੀ ਗੈਰ ਪੰਜਾਬੀਆਂ ਦੀਆਂ ਹੀ ਸੀ, ਫਿਰ ਗੈਪ ਆ ਗਿਆ, ਫਿਰ ਗੁੱਗੂ ਗਿੱਲ, ਯੋਗਰਾਜ ਬਾਈ ਵਾਲਾ ਪਾਕਿਸਤਾਨੀ ਫਿਲਮਾਂ ਤੋਂ ਪ੍ਰਭਾਵਿਤ ਆ ਗਿਆ, ਫਿਰ ਗੈਪ ਆ ਗਿਆ, ਫਿਰ ਇਹ ਸਿਨੇਮਾ ਜਿਹੜਾ ਹਰਭਜਨ ਮਾਨ, ਗੁਰਦਾਸ ਮਾਨ, ਮਨੋਜ ਪੁੰਜ ਭਾਜੀ, ਮਨਮੋਹਨ ਸਿੰਘ ਭਾਜੀ ਹੋਰਾਂ ਨੇ ਸ਼ੁਰੂ ਕੀਤਾ, ਇਹ ਸਿਨੇਮਾ ਜਿਹੜਾ ਗਾਇਕਾਂ ਦੇ ਹੀਰੋ ਵਾਲਾ ਜਿਹੜਾ ਆਪਾਂ ਹੁਣ ਚੱਲ ਰਿਹਾ, ਔਰ ਇਹ ਚੰਗੀ ਗੱਲ ਹੈ ਕਿ ਬਹੁਤ ਵੱਧ ਫੁੱਲ ਰਿਹਾ ਔਰ ਪੰਜਾਬੀ ਇੰਡਸਟਰੀ ਚੱਲ ਰਹੀ ਹੈ। ਪਰ ਹਾਲੇ ਤੱਕ ਪੰਜਾਬੀ ਸਿਨੇਮੇ ਨੇ ਇਸ ਕਿਸਮ ਦੀ ਆ ਜਿਹੜੀ ਕੋਈ ਬਹੁਤ ਵੱਡੀ ਮੱਲ ਨਹੀਂ ਮਾਰੀ, ਨਾ ਕੋਈ ਇਸ ਕਿਸਮ ਦੀ ਪਹਿਲ ਹੋਈ ਆ ਕਿ ਇਸ ਕਿਸਮ ਦਾ ਸਿਨੇਮਾ ਬਣਾਇਆ ਜਾਵੇ ਜਿਹੜਾ ਗਲੋਬਲ ਇੱਕ ਅਪਰੋਚ ਰੱਖਦਾ ਹੋਵੇ, ਕਿਉਂਕਿ ਉਹਦੀ ਹਲੇ ਜ਼ਰੂਰਤ ਇਸ ਕਰਕੇ ਵੀ ਨਹੀਂ ਕਿ ਪੰਜਾਬੀ ਸਿਨੇਮੇ ਇੱਕ ਸਾਡੀ ਜਿਹੜੀ ਭਾਸ਼ਾ ਹੈ ਪੰਜਾਬੀ, ਸਾਡੀ ਭਾਸ਼ਾ ਹਿੰਦੀ ਨਾਲ ਬਹੁਤ ਰਲਦੀ ਮਿਲਦੀ ਹੈ।
ਇਸ ਕਰਕੇ ਇੱਥੇ ਇਹ ਕਿਹਾ ਜਾਂਦਾ ਕਿ ਵਧੀਆ ਫਿਲਮ ਆ ਜਿਹੜੀ ਉਹ ਤਾਂ ਹਿੰਦੀ ਫਿਲਮ ਹੁੰਦੀ ਹੈ, ਕਿਉਂਕਿ ਉਹਦੇ 'ਤੇ ਵੱਧ ਪੈਸੇ ਲੱਗਦੇ ਆ, ਉਹਦੇ 'ਤੇ ਵੱਡੇ ਐਕਟਰ ਹੁੰਦੇ ਨੇ। ਸਾਡੀ ਸ਼ਹਿਰੀ ਆਡੀਅנס ਆ ਜਿਹੜੀ ਦੋ ਮਾਲ 'ਚ ਜਾਂਦੀ ਹੈ, ਇੱਕ ਪਾਸੇ ਪੰਜਾਬੀ ਫਿਲਮ ਲੱਗੀ ਹੋਵੇ, ਇੱਕ ਪਾਸੇ ਹਿੰਦੀ ਲੱਗੀ ਹੋਵੇ, ਤਾਂ ਉਹ ਹਾਲੇ ਵੀ ਹਿੰਦੀ ਫਿਲਮ ਦੇਖਣ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਇਹ ਵੱਡੀ ਫਿਲਮ ਆ, ਇਹ 100 ਕਰੋੜ ਦੀ ਫਿਲਮ ਆ, ਅਤੇ ਪੰਜਾਬੀ ਫਿਲਮ 4 ਕਰੋੜ ਦੀ ਆ, ਹੈ ਨਾ। ਉਹ ਉਹਨਾਂ ਨੂੰ ਲੱਗਦਾ ਇਹ ਛੋਟੀਆਂ ਗੱਲਾਂ ਨੇ, ਹੈ ਨਾ। ਪਰ ਮੈਂ ਇੱਦਾਂ ਨਹੀਂ ਸੋਚਦਾ। ਬਹੁਤ ਸਾਰੇ ਸਬਜੈਕਟ ਇੱਦਾਂ ਦੇ ਹੁੰਦੇ ਨੇ ਜਿਹੜੇ ਤੁਹਾਡੇ ਪੰਜਾਬੀ ਤੋਂ ਬਾਹਰ ਜਾਣੇ ਚਾਹੀਦੇ ਨੇ। ਸਾਡੀਆਂ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਉਹ ਹਿੰਦੀ 'ਚ ਡੱਬ ਹੋਈਆਂ ਨੇ, ਹੋਰਾਂ ਭਾਸ਼ਾਵਾਂ 'ਚ ਵੀ ਡੱਬ ਹੁੰਦੀਆਂ ਨੇ। ਖਾਸ ਕਰਕੇ ਉਹ ਫਿਲਮਾਂ ਜਿਹੜੀਆਂ ਫਿਲਮਾਂ ਐਕਸ਼ਨ ਫਿਲਮਾਂ ਨੇ, ਜਾਂ ਜਿਨ੍ਹਾਂ 'ਚ ਡਰਾਮਾ, ਪੋਲੀਟੀਸ਼ੀਅਨ, ਜਾਂ ਜਿਹੜੀਆਂ ਤੁਸੀਂ ਸਬਜੈਕਟ ਦੀ ਗੱਲ, ਸਾਡੀਆਂ ਫਿਲਮਾਂ ਬਾਹਰ ਜਾਂਦੀਆਂ ਨੇ। ਜੋਰਾ 10 ਨੰਬਰੀਆ ਵੀ ਹਿੰਦੀ ਦੇ ਵਿੱਚ ਬਹੁਤ ਦੇਰ ਪਹਿਲਾਂ ਡੱਬ ਹੋ ਗਈ ਸੀ ਔਰ ਉਹ ਚੱਲਦੀ ਆ। ਇੱਕ ਅਫਰੀਕਨ ਦੇਸ਼ ਆ ਸੋਮਾਲੀਆ, ਉਹ ਸੋਮਾਲੀ ਲੈਂਗੁਏਜ ਦੇ ਵਿੱਚ ਵੀ ਜੋਰਾ ਡੱਬ ਹੋਈ ਵੀ ਆ, ਉੱਥੇ ਵੀ ਚੱਲਦੀ ਆ ਉਹ, ਹੈ ਨਾ। ਇਸੇ ਤਰ੍ਹਾਂ ਹੋਰ ਵੀ ਇੱਦਾਂ ਦੀਆਂ ਫਿਲਮਾਂ ਨੇ ਜਿਨ੍ਹਾਂ ਉਹਨਾਂ ਨੂੰ ਲੱਗਦਾ, ਜਿਹੜਾ ਬੰਬੇ ਦੇ ਵਿੱਚ ਜਿਹੜੇ ਲੋਕ ਫਿਲਮਾਂ ਖਰੀਦ ਕੇ ਡੱਬ ਕਰਦੇ ਨੇ ਕਿ ਇਹ ਫਿਲਮ ਹੋਰ ਭਾਸ਼ਾਵਾਂ 'ਚ ਡੱਬ ਹੋ ਸਕਦੀ ਆ, ਉਹ ਕੀਤੀਆਂ ਜਾਂਦੀਆਂ ਨੇ। ਪਰ ਜਿਹੜੀਆਂ ਬਹੁਤ ਹੀ ਇਸ ਕਿਸਮ ਦੀਆਂ ਫਿਲਮਾਂ ਨੇ, ਕਮੇਡੀ ਫਿਲਮਾਂ, ਜਿਨ੍ਹਾਂ ਦੀ ਕਮੇਡੀ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਨਹੀਂ ਹੋ ਸਕਦੀ, ਉਹ ਨਹੀਂ ਜਾ ਸਕਦੀਆਂ, ਹਨ। ਜਿੱਦਾਂ ਉਦਾਹਰਨ ਦੇ ਤੌਰ 'ਤੇ ਮੰਜੇ ਬਿਸਤਰੇ ਨੂੰ ਤੁਸੀਂ ਹਿੰਦੀ ਦੇ ਵਿੱਚ ਕਿਵੇਂ ਸਮਝਾਓਗੇ ਉਹਨਾਂ ਲੋਕਾਂ ਨੂੰ, ਹਨ। ਉਹ ਫਿਲਮਾਂ ਨਹੀਂ ਡੱਬ ਹੋ ਕੇ ਜਾਂਦੀਆਂ। ਪਰ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਿਹੜਾ ਸਿਨੇਮਾ ਉਹ ਇੱਦਾਂ ਦਾ ਹੋਣਾ ਚਾਹੀਦਾ। ਪੰਜਾਬੀ ਦੇ ਵਿੱਚ ਅਸੀਂ ਇੱਕ ਸਬਜੈਕਟ 'ਤੇ ਕੰਮ ਵੀ ਕਰ ਰਹੇ ਹਾਂ ਕਿ ਸਾਡੀ ਫਿਲਮ ਨੂੰ ਰੀਮੇਕ ਕਰਨ ਸਾਊਥ ਵਾਲੇ। ਸਾਡੀ ਫਿਲਮ ਨੂੰ ਮੰਨ ਲਓ ਕਿਸੇ ਸਮੱਸਿਆ 'ਤੇ, ਮੰਨ ਲਓ ਕਿਸਾਨੀ ਅੰਦੋਲਨ 'ਤੇ ਅਸੀਂ ਫਿਲਮ ਕਰਦੇ ਹਾਂ, ਤਾਂ ਸਾਡੀ ਫਿਲਮ ਇਹੋ ਜਿਹੀ ਹੋਵੇ ਕਿ ਵਰਲਡ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਸਮਝਣ ਲਈ ਲੋਕ ਉਹ ਫਿਲਮ ਦੇਖਣ। ਬਿਲਕੁਲ। ਔਰ ਉਸ ਫਿਲਮ ਨੂੰ ਕੋਰੀਆ ਦੇ ਵਿੱਚ ਵੀ ਦੇਖਿਆ ਜਾਵੇ, ਅਤੇ ਉਸ ਫਿਲਮ ਨੂੰ ਸਾਊਥ 'ਚ ਵੀ ਦੇਖਿਆ ਜਾਵੇ, ਅਤੇ ਹੋਰ ਦੇਸ਼ਾਂ 'ਚ ਵੀ ਦੇਖਿਆ ਜਾਵੇ, ਹੈ ਨਾ। ਅਸੀਂ ਸੁਚੇਤ ਰੂਪ ਦੇ ਵਿੱਚ ਬਹੁਤ ਦਿਲੋਂ ਮੈਂ ਇਸ ਕੋਸ਼ਿਸ਼ ਦੇ ਵਿੱਚ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਿਹੜੀਆਂ ਫਿਲਮਾਂ ਕਰ ਰਿਹਾ, 2-3 ਸਬਜੈਕਟ ਨੇ, ਉਹ ਸਾਰੇ ਹੀ ਮੈਂ ਇਸ ਤਰ੍ਹਾਂ ਦੇ ਹੀ ਕਰ ਰਿਹਾ ਹੈਗਾ ਕਿ ਉਹ ਫਿਲਮਾਂ ਨੇ ਜਿਹੜੀਆਂ ਉਹਨਾਂ ਨੂੰ ਇੰਟਰਨੈਸ਼ਨਲ ਸਿਨੇਮਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਸ਼ੁਮਾਰ ਹੋਵੇ, ਹੈ ਨਾ। ਉਹ ਜਿਸ ਗੱਲ ਬਾਰੇ ਆ ਫਿਲਮ, ਚਾਹੇ ਕਿਸੇ ਵੀ ਘਟਨਾ ਬਾਰੇ ਆ ਫਿਲਮ, ਉਹ, ਹੈ ਨਾ। ਮੰਨ ਲਓ ਕਿਸੇ ਘੱਟ ਗਿਣਤੀਆਂ 'ਤੇ ਹੁੰਦੇ ਅਤਿਆਚਾਰ ਬਾਰੇ ਆ ਉਹ ਫਿਲਮ, ਹੈ ਨਾ। ਜਾਂ ਕਿਸੇ ਗਰੀਬ ਮਜ਼ਦੂਰ ਪਰਿਵਾਰ 'ਤੇ ਹੁੰਦੇ ਜ਼ੁਲਮ ਬਾਰੇ ਆ ਉਹ ਫਿਲਮ, ਜਾਂ ਉਹ ਕਿਸਾਨੀ ਦੀ ਜਿਹੜੀ ਹਾਲਾਤ ਆ ਉਹਦੇ ਬਾਰੇ ਆ ਫਿਲਮ। ਤਾਂ ਉਹਦੀ ਅਪਰੋਚ ਆ ਜਿਹੜੀ ਉਹ ਵੱਡੀ ਹੋਣੀ ਚਾਹੀਦੀ ਹੈ, ਇੰਟਰਨੈਸ਼ਨਲ ਹੋਣੀ ਚਾਹੀਦੀ ਹੈ। ਅਸੀਂ ਇਸ ਗੱਲ ਬਾਰੇ ਕੋਸ਼ਿਸ਼ ਕਰ ਰਹੇ ਹਾਂ। ਆਉਣ ਵਾਲੇ ਟਾਈਮ 'ਚ ਮੈਂ ਜਿਹੜੀ ਫਿਲਮ ਕਰ ਰਿਹਾ ਹਾਂ 2-3 ਮਹੀਨਿਆਂ ਨੂੰ ਹੀ ਸ਼ੁਰੂ, ਉਹ ਇੱਦਾਂ ਦੀ ਹੀ ਫਿਲਮ ਹੋਊਗੀ। ਔਰ ਮੈਨੂੰ ਇਸ ਗੱਲ ਤੋਂ ਵੀ ਬੜੀ ਉਮੀਦ ਆ। ਕੋਈ ਮੈਂ ਨਹੀਂ ਕਹਿੰਦਾ ਕਿ ਮੈਂ ਹੀ ਬਹੁਤ ਜ਼ਿਆਦਾ ਸਿਆਣਾ ਜਾਂ ਵੱਡਾ ਨਿਰਦੇਸ਼ਕ ਹਾਂ। ਮੇਰੇ ਹੋਰ ਭਰਾ ਵੀ ਇੱਦਾਂ ਦੀਆਂ ਫਿਲਮਾਂ ਬਣਾਉਣਗੇ ਔਰ ਕੋਸ਼ਿਸ਼ ਵੀ ਕਰ ਰਹੇ ਨੇ। ਪੰਜਾਬੀ ਸਿੱਖ ਹਿਸਟਰੀ ਨਾਲ ਸੰਬੰਧਿਤ ਫਿਲਮਾਂ ਵੀ ਪਿਛਲੇ ਦਿਨਾਂ 'ਚ ਅਨਾਊਂਸ ਹੋਈਆਂ ਨੇ, ਜਿਹੜੀਆਂ ਬਹੁਤ ਵੱਡੇ ਲੈਵਲ 'ਤੇ ਬਣਨਗੀਆਂ, ਜਿਨ੍ਹਾਂ ਨੂੰ ਹੋਰ ਡਾਇਰੈਕਟਰ, ਹੋਰ ਜਿਹੜੇ ਆ ਉਹ ਬੰਦੇ ਬਣਾ ਰਹੇ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਫਿਲਮ ਹੀ ਹੈ ਜਿਹੜੀ ਉਹ ਸੱਚ ਦੇ, ਯਥਾਰਥ ਦੇ ਨੇੜੇ ਹੋਵੇ, ਜਾਂ ਹਰ ਫਿਲਮ ਹੀ ਜਿਹੜਾ ਮੈਸੇਜ ਕਨਵੇ ਕਰੇ, ਕਿਉਂਕਿ ਸਿਨੇਮਾ ਦਾ ਜਿਹੜਾ ਇੱਕ ਰੂਪ ਹੈ ਉਹ ਇੰਟਰਟੇਨਮੈਂਟ ਵੀ ਹੈ। ਇੰਟਰਟੇਨਮੈਂਟ ਕਰਦੀਆਂ ਫਿਲਮਾਂ ਵੀ ਸਾਨੂੰ ਜ਼ਰੂਰ ਬਣਾਉਣੀਆਂ ਚਾਹੀਦੀਆਂ ਨੇ। ਪਰ ਤੁਹਾਡੇ ਸਮਕਾਲੀ ਨਿਰਦੇਸ਼ਕ ਨੇ ਜਤਿੰਦਰ ਮਾਹਰ, ਤਾਂ ਉਹ ਕਹਿੰਦੇ ਨੇ ਕਿ ਇਸ ਸਮੇਂ ਪੰਜਾਬ ਨੂੰ ਨੌਨ ਫਿਕਸ਼ਨਲ ਫਿਲਮਾਂ ਦੀ ਬਹੁਤ ਜ਼ਰੂਰਤ ਹੈ, ਨੌਨ ਫਿਕਸ਼ਨਲ ਕਹਾਣੀਆਂ ਦੀ ਬਹੁਤ ਜ਼ਰੂਰਤ ਆ। ਅਤੇ ਅਸੀਂ ਨਿੱਜੀ ਤੌਰ 'ਤੇ ਮੈਂ ਵੀ ਇਹ ਮਹਿਸੂਸ ਕਰਦੀ ਹਾਂ ਕਿ ਅਸੀਂ ਬਹੁਤ ਆਰਟੀਫਿਸ਼ਲ ਕਹਾਣੀਆਂ ਲੈ ਕੇ ਆ ਰਹੇ ਹਾਂ, ਜਿਹਦੀ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਹਾਲੇ ਜ਼ਰੂਰਤ ਨਹੀਂ ਆ ਉਹਨਾਂ ਕਹਾਣੀਆਂ ਦੀ। ਇੱਕ ਦਿਨ ਅਸੀਂ ਵੈਸੇ ਹੀ ਬੈਠੇ ਗੱਲ ਕਰ ਰਹੇ ਸੀਗੇ, ਤਾਂ ਸਾਡੇ ਵਿੱਚੋਂ ਕੋਈ ਫਿਲਮ ਨਿਰਦੇਸ਼ਕ ਜਾਂ ਫਿਲਮ ਲੇਖਕ ਨਹੀਂ ਹੈ, ਥੋੜ੍ਹਾ ਬਹੁਤਾ ਹੀ ਲਿਖਣ ਵਾਲੇ ਨੇਗੇ ਸਾਰੇ। ਤਾਂ ਉਹਨਾਂ ਨੇ ਆਪਸ 'ਚ ਪੰਜਾਬ ਦੀਆਂ ਜਿਹੜੀਆਂ ਅਸਲ ਜ਼ਿੰਦਗੀ ਦੀਆਂ ਕਹਾਣੀਆਂ ਇੱਕ ਦੂਜੇ ਦੇ ਨਾਲ ਸਾਂਝੀਆਂ ਕੀਤੀਆਂ ਕਿ ਫਲਾਣੇ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਆਹ ਘਟਨਾ ਵਾਪਰੀ ਸੀਗੀ, ਜਾਂ ਪੰਜਾਬ ਦਾ ਜਿਹੜਾ ਇੱਕ ਇਹ ਬੰਦਾ ਸੀਗਾ ਉਹ ਇਸ ਨਾਂ ਦੇ ਨਾਲ ਬਹੁਤ ਮਸ਼ਹੂਰ ਹੋਇਆ, ਉਹਦੀ ਕਹਾਣੀ ਇਹ ਹੈ। ਬੇਅੰਤ ਕਹਾਣੀਆਂ ਸਾਡੇ ਕੋਲੇ ਜਿਹੜੀਆਂ ਨੌਨ ਫਿਕਸ਼ਨਲ ਪਈਆਂ ਨੇ। ਤਾਂ ਤੁਸੀਂ ਜਤਿੰਦਰ ਮਾਹਰ ਹੋਰਾਂ ਦੀ ਇਹ ਸਟੇਟਮੈਂਟ ਦੇ ਨਾਲ ਕਿੰਨਾ ਕੁ ਸਹਿਮਤ ਹੋ ਕਿ ਇਸ ਸਮੇਂ ਪੰਜਾਬ ਨੂੰ ਨੌਨ ਫਿਕਸ਼ਨਲ ਕਹਾਣੀਆਂ ਦੀ ਬਹੁਤ ਜ਼ਰੂਰਤ ਹੈ? ਇਸ ਕਿਸਮ ਦੇ ਸਿਨੇਮਾ ਦੀ
ਜ਼ਰੂਰਤ ਹਮੇਸ਼ਾ ਹੀ ਹੁੰਦੀ ਹੈ। ਗੱਲ ਇਹ ਹੈ ਕਿ ਜਿਹੜੇ ਬਣਾਉਣ ਵਾਲੇ ਨੇ ਉਹਨਾਂ ਨੂੰ ਇਹ ਗੱਲ ਕਿਵੇਂ ਪਤਾ ਲੱਗੇ ਕਿ ਇਹ ਗੱਲ ਆ ਜਿਹੜੀ ਉਹ ਫਿਲਮ ਦਾ ਵਿਸ਼ਾ ਹੋ ਸਕਦੀ ਹੈ। ਮੰਨ ਲਓ ਤੁਸੀਂ ਇੱਕ ਗੱਲ ਮੈਨੂੰ ਸੁਣਾਈ, ਉਹ ਗੱਲ ਤੁਸੀਂ ਮੰਨ ਲਓ 10 ਨਿਰਦੇਸ਼ਕਾਂ ਨੂੰ ਹੋਰ ਵੀ ਸੁਣਾਈ, ਹੈ ਨਾ, 11ਵਾਂ ਮੈਂ ਆ। ਉਹ ਤੁਸੀਂ ਇਹ ਗੱਲ ਦਾ ਕਦੇ ਅਨੁਭਵ ਕਰਿਓ ਕਿ ਉਹ 11 ਨਿਰਦੇਸ਼ਕਾਂ 'ਚੋਂ ਕਿਹੜੇ ਬੰਦੇ ਨੇ ਤੁਹਾਨੂੰ ਇਹ ਗੱਲ ਕਹੀ ਕਿ ਇਹ ਫਿਲਮ ਦਾ ਵਿਸ਼ਾ। ਉਹ ਨਜ਼ਰੀਆ ਵੀ ਚਾਹੀਦਾ ਨਾ ਕਿ ਕਿਹੜੀ ਗੱਲ ਆ ਜਿਹੜੀ ਫਿਲਮ ਬਣ ਸਕਦੀ ਹੈ ਨਾ, ਕਿ ਕਿਹੜੀ ਗੱਲ 'ਤੇ ਫਿਲਮ ਬਣਾਈ ਜਾ ਸਕਦੀ ਹੈ, ਕਿਹੜੀ ਗੱਲ ਫਿਲਮ ਦਾ ਵਿਸ਼ਾ ਬਣ ਸਕਦੀ ਹੈ। ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ, ਰੋਜ਼ ਦਾ ਅਨੁਭਵ ਆ ਮੇਰਾ। ਮਤਲਬ ਮੈਂ ਮੰਨ ਲਓ ਕਿ ਕੋਈ ਫਿਲਮ ਦਾ ਸ਼ੂਟ ਕਰਨ ਖਾਤਰ ਬਿਲਕੁਲ ਹੀ ਝੌਂਪੜ ਪੱਟੀ ਵਰਗੇ ਇਲਾਕੇ 'ਚ ਚਲਾ ਗਿਆ। ਮੈਂ ਜਦੋਂ ਕਿ ਜਾਣਦਾ ਹੀ ਹਾਂ, ਜੋਰਾ ਚ ਅਮਰਪੁਰਾ ਬਸਤੀ ਸੀ, ਮਰ ਜਾਣੇ 'ਚ ਧੋਬੀਆਣਾ ਬਸਤੀ ਹੈ। ਉਹ ਜਦੋਂ ਮੈਂ ਗਿਆ ਲੋਕੇਸ਼ਨ ਦੇਖਣ ਪਹਿਲਾਂ ਰੇਕੀ ਕਰਨ, ਉਹ ਲੋਕ ਹੱਸਣੋਂ ਹੀ ਨਹੀਂ ਹਟੇ। ਅੱਛਾ। ਉਹ ਵਾਰੀ ਮੈਨੂੰ ਆਖਣ, ਬਾਈ ਜੀ ਇੱਥੇ ਤੁਸੀਂ ਕੀ ਦੇਖ ਲਿਆ ਜੀ ਫਿਲਮ ਬਣਾਉਣ ਖਾਤਰ, ਬਾਈ ਜੀ ਇੱਥੇ ਕਿਵੇਂ ਫਿਲਮ ਬਣ ਜੂਗੀ ਜੀ। ਉਹਨਾਂ ਨੂੰ ਮੈਂ ਇਹ ਗੱਲ ਸਮਝਾ ਹੀ ਨਹੀਂ ਸਕਿਆ ਜਿੰਨਾ ਚਿਰ ਮੈਂ ਫਿਲਮ ਸ਼ੂਟ ਨਹੀਂ ਕੀਤੀ ਕਿ ਮੈਂ ਇੱਥੇ ਕੀ ਸ਼ੂਟ ਕਰਨਾ। ਫਿਲਮ ਤਾਂ ਸੋਹਣੇ ਸੋਹਣੇ ਘਰਾਂ 'ਚ ਬਣਦੀ ਹੈ ਜੀ, ਫਿਲਮ ਤਾਂ ਵੱਡੇ ਵੱਡੇ ਬੰਗਲਿਆਂ 'ਚ ਬਣਦੀਆਂ ਜੀ, ਫਿਲਮ ਦੇ ਵਿੱਚ ਤਾਂ ਵੱਡੇ ਵੱਡੇ ਫਾਰਮ ਹਾਊਸ ਹੁੰਦੇ ਆ ਜੀ। ਇੱਥੇ ਤੁਸੀਂ ਕੀ ਫਿਲਮ ਬਣਾਓਗੇ ਜੀ, ਇਹਨਾਂ ਘਰਾਂ 'ਚ ਇਹਨਾਂ ਗਲੀਆਂ 'ਚ ਕੀ ਫਿਲਮ ਬਣਾਓਗੇ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਜੋਰਾ ਦੇਖੀ ਆ? ਕਹਿੰਦੇ ਹਾਂ ਦੇਖੀ ਆ। ਮੈਂ ਉਹਦੇ 'ਚ ਜਿਹੜਾ ਪੰਮੀ ਦਾ ਘਰ ਸੀ ਉਹ ਕਿੱਥੇ ਆ ਤੁਹਾਨੂੰ ਪਤਾ? ਇਹ ਨਹੀਂ ਜੀ। ਮੈਂ ਕਿਹਾ ਉਹ ਅਮਰਪੁਰਾ ਬਸਤੀ ਆ, ਉਹ ਸ਼ਹਿਰ ਦੇ ਦੂਜੇ ਪਾਸੇ ਆ, ਇਹ ਧੋਬੀਆਣਾ ਬਸਤੀ ਦੂਜੇ ਪਾਸੇ। ਜਾਣੀ ਸਾਡੇ ਲੋਕਾਂ ਨੂੰ ਵੀ ਇਹ ਲੱਗਦਾ ਕਿ ਫਿਲਮਾਂ ਨਾ ਜਿਹੜੀਆਂ ਉਹ ਸੋਹਣੇ ਸੋਹਣੇ ਘਰਾਂ 'ਚ ਸੋਹਣੀਆਂ ਸੋਹਣੀਆਂ ਕਾਰਾਂ, ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਸੋਹਣੇ ਲੋਕਾਂ ਦੇ ਨਾਲ ਬਣਦੀਆਂ ਨੇ, ਹੈ ਨਾ। ਉਹ ਸਧਾਰਨ ਚਿਹਰਿਆਂ ਦੇ ਨਾਲ ਸਧਾਰਨ ਸ਼ਹਿਰਾਂ 'ਚ ਸਧਾਰਨ ਛੋਟੀਆਂ ਛੋਟੀਆਂ ਲੋਕੇਸ਼ਨਾਂ 'ਤੇ ਛੋਟੇ ਘਰਾਂ 'ਚ ਫਿਲਮਾਂ ਉਹ ਨਹੀਂ ਬਣਦੀਆਂ। ਮਤਲਬ ਫਿਲਮ ਹੀ ਨਹੀਂ ਬਣਦੀ। ਫਿਲਮ ਦਾ ਮਤਲਬ ਆ ਬਹੁਤ ਵੱਡੇ ਵੱਡੇ ਘਰ, ਵੱਡੀਆਂ ਗੱਡੀਆਂ, ਸੋਹਣੇ ਬੰਦੇ, ਗੋਰੇ ਚਿੱਟੇ ਰੰਗ ਉਹਨਾਂ ਦੇ, ਸਾਰਾ ਕੁਝ, ਸੋਹਣੀਆਂ ਕੁੜੀਆਂ, ਉਹ ਨਾ ਉਹ ਇਹ ਹੁੰਦੀਆਂ ਫਿਲਮਾਂ। ਉਹਨਾਂ ਨੂੰ ਲੱਗਦਾ ਇਹ ਫਿਲਮਾਂ ਹੁੰਦੀਆਂ ਨੇ, ਵੀ ਇਹ ਕਿਹੜੀ ਫਿਲਮ ਹੋਈ, ਹੈ ਨਾ। ਜਿਵੇਂ ਮੰਨ ਲਓ ਕਿ ਆਪਾਂ ਮੰਨ ਲਈਏ ਅੰਨੇ ਘੋੜੇ ਦਾ ਦਾਨ, ਉਹ ਇਹ ਕਿਹੜੀ ਫਿਲਮ ਆ ਯਾਰ, ਇੱਕ ਸਾਡੇ ਵਰਗਾ ਹੀ ਮਜ਼ਦੂਰ ਆ ਉਹ ਰਕਸ਼ਾ ਲਈ ਤੁਰਿਆ ਫਿਰਦਾ ਯਾਰ। ਮਤਲਬ ਇਹ ਫਿਲਮ ਕਿਹੜੇ ਪਾਸਿਓਂ ਆ, ਉਹਨਾਂ ਨੂੰ ਇਹ ਗੱਲ ਹੀ ਨਹੀਂ ਸਮਝ। ਜਿਵੇਂ ਸਾਡੇ ਦਰਸ਼ਕ ਨੂੰ ਨਹੀਂ ਸਮਝ, ਉਵੇਂ ਮਾਫ਼ ਕਰਨਾ ਸਾਡੇ ਫਿਲਮਕਾਰਾਂ ਨੂੰ ਵੀ ਨਹੀਂ ਇਹ ਸਮਝ ਕਿ ਕਿਹੜੀ ਗੱਲ ਆ ਜਿਹੜੀ ਉਹ ਫਿਲਮ ਦਾ ਸਬਜੈਕਟ ਬਣ ਸਕਦੀ ਹੈ। ਸਾਡੇ ਇੱਕ ਛੋਟੀ ਜਿਹੀ ਘਟਨਾ ਵਾਪਰੀ ਕਿ ਮੇਰੇ ਜਾਣਕਾਰ ਪਰਿਵਾਰ ਦਾ ਇੱਕ ਬੱਚਾ, ਥੋੜ੍ਹੇ ਜਿਹੇ ਕਾਲਜ ਦੇ ਸ਼ਰਾਰਤੀ ਜਵਾਕ ਹੁੰਦੇ ਆ ਜਿਵੇਂ, ਤਾਂ ਉਹ ਨਸ਼ਾ ਕਰਦਾ, ਹੈ ਨਾ। ਥੋੜ੍ਹੇ ਬਹੁਤੇ ਨਸ਼ੇ ਸਾਰੇ ਹੀ ਜਵਾਕ ਸਾਡੇ ਮਾੜੇ ਮੋਟੇ, ਹੈ ਨਾ, ਪੰਜਾਬ ਦੇ ਹਾਲਾਤ ਇੱਦਾਂ ਦੇ ਹੈਗੇ ਆ ਹੁਣ ਵੀ ਕਿ ਉਹ ਛੋਟਾ ਮੋਟਾ ਨਸ਼ਾ ਕਰ ਲੈਂਦੇ ਆ ਨਾ, ਚੌੜ 'ਚ ਇੱਕ ਦੂਜੇ ਨਾਲ। ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੋਂ ਤੱਕ ਇਹਦਾ। ਅਤੇ ਉਹ ਜਿਨ੍ਹਾਂ ਦੇ ਨਾਲ ਉਹ ਨਸ਼ਾ ਕਰ ਰਿਹਾ ਸੀ, ਉਹ ਉਹਨੂੰ ਬਠਿੰਡੇ ਤੋਂ ਸੰਗਰੀਏ ਲੈ ਗਏ ਕਿ ਯਾਰ ਜਿਹੜੀ ਦਵਾਈ ਆਪਾਂ ਨਸ਼ੇ ਦੇ ਤੌਰ 'ਤੇ ਇੱਥੇ ਮਸਾਂ ਲੈਂਦੇ ਆ ਨਾ, ਉਹ ਸੰਗਰੀਏ ਤੋਂ ਮਿਲਦੀ ਹੈ, ਅਤੇ ਸੰਗਰੀਏ ਤੋਂ ਉਹ ਸਪਲਾਈ ਹੁੰਦੀ ਆ ਬਠਿੰਡੇ ਨੂੰ। ਅਤੇ ਚੱਲ ਆਪਾਂ ਉੱਥੇ ਚੱਲਦੇ ਹਾਂ। ਜਦੋਂ ਉੱਥੇ ਗਏ ਅਤੇ ਉਹ ਉਸ ਘਰੇ ਗਏ, ਉਸ ਅੱਡੇ 'ਤੇ ਜਿੱਥੇ ਉਹ ਦਵਾਈ ਦੇ ਡੱਬੇ ਸਪਲਾਈ ਹੁੰਦੇ ਸੀ, ਤਾਂ ਉਹ ਮੇਜ਼ ਸੀਗਾ ਜਿਹੜਾ ਉਹ ਡਰੱਗ ਦੀਆਂ ਸ਼ੀਸ਼ੀਆਂ ਨਾਲ ਭਰਿਆ ਪਿਆ ਸੀ। ਅੱਛਾ। ਉਹਦੇ 'ਤੇ 200-300 ਸ਼ੀਸ਼ੀ ਰੱਖੀ ਵੀ ਸੀ। ਉਹ ਜਵਾਕ ਉਹਨੂੰ ਦੇਖ ਕੇ ਮਤਲਬ ਇੱਕਦਮ ਐਂ ਹੋ ਗਿਆ ਵੀ ਅੱਛਾ ਜੀ, ਵੀ ਇੰਨੀਆਂ ਯਾਰ, ਅਸੀਂ ਤਾਂ ਇੱਕ ਸ਼ੀਸ਼ੀ ਪਿੱਛੇ ਮਤਲਬ, ਹੈ ਨਾ। ਉਹ ਜਿਹੜੇ ਬੰਦੇ ਦੇ ਨਾਲ ਗਿਆ ਸੀ ਉਹਨੂੰ ਕਹਿੰਦਾ ਵੀ ਐਂ ਕਰ, ਵੀ ਉਹ ਬਹਿ ਗਿਆ ਕੁਰਸੀ 'ਤੇ ਮੂਹਰੇ ਸ਼ੀਸ਼ੀਆਂ। ਉਹ ਕਹਿੰਦਾ ਬਾਈ ਵੀ ਫੋਟੋ ਖਿੱਚ ਮੇਰੀ। ਉਹਨੇ ਉਹਨੂੰ ਫੋਨ ਫੜਾਤਾ ਅਤੇ ਉਹਨੇ ਫੋਟੋ ਖਿੱਚ ਲਈ। ਉਦੋਂ ਬਾਅਦ ਉਹ ਆ ਗਏ ਘਰੇ ਆ ਕੇ ਉਹਨਾਂ ਨੇ ਸਪਲਾਈ ਕਰਨੀ ਸੀ, ਜਿਹੜੇ ਉਹ ਡੱਬੇ ਆਪ ਲੈ ਗਏ, 1-2 ਸ਼ੀਸ਼ੀਆਂ ਉਹ ਮੁੰਡੇ ਨੂੰ ਦੇ ਦਿੱਤੀਆਂ। 15-20 ਦਿਨਾਂ ਬਾਅਦ ਉਹ ਜਿਹੜੇ ਸਪਲਾਈ ਹੋਏ ਸੀਗੇ ਉਹ ਫੜੇ ਗਏ। ਉਹਦੇ ਫੋਨ 'ਚ ਉਹ ਮੁੰਡੇ ਦੀ ਫੋਟੋ ਸੀ, ਜਵਾਕ ਦੀ ਜੀ। ਉਹ ਕਹਿੰਦਾ ਵੀ ਆਹ ਕਿੱਥੇ ਆ? ਉਹ ਕਹਿੰਦਾ ਜੀ ਵੀ ਤੁਸੀਂ ਮੈਨੂੰ ਛੱਡੋ, ਪੈਸੇ ਲਓ, ਕੁਛ ਕਰੋ, ਅਤੇ ਤੁਸੀਂ ਇਹਨੂੰ ਫੜ ਲਓ।
ਉਹਨਾਂ ਨੇ ਕਹਿਤਾ ਵੀ ਆ ਫਲਾਨੇ ਇੰਨੇ ਫਲਾਨਾ ਜਿਹੜਾ ਮਹੱਲਾ ਉਹਦੇ 'ਚ ਇੰਨੇ ਨੰਬਰ ਗਲੀ 'ਚ ਘਰ ਆ ਇਹਨਾਂ ਦਾ। ਤੁਸੀਂ ਸੱਚ ਜਾਣਿਓ 5 ਵਜੇ ਅਗਲੇ ਦਿਨ ਤੜਕੇ ਪੁਲਿਸ ਨੇ ਉਹ ਮੁੰਡਾ ਚੱਕ ਲਿਆ ਔਰ ਭੈਣ ਜੀ ਉਹਨੂੰ 10 ਸਾਲ ਦੀ ਕੈਦ ਹੈ। ਪਹਿਲਾਂ 6 ਮਹੀਨਿਆਂ ਦੀ ਹੋਈ, ਫਿਰ ਉਹਦੀ ਬੇਲ ਹੋਈ, ਆਇਆ, ਫਿਰ ਕੇਸ ਚੱਲਿਆ, ਉਹ ਤੋਂ ਕੋਈ ਛੋਟੀ ਮੋਟੀ ਗਲਤੀ ਫਿਰ ਹੋ ਗਈ ਕੋਈ ਗੱਲ, ਉਹਨੂੰ 10 ਸਾਲ ਦੀ ਕੈਦ ਹੋ ਗਈ। ਇਹ ਮੇਰੀ ਮਰ ਜਾਣੇ ਦਾ ਮੇਨ ਆਈਡੀਆ ਹੈ। ਮਰ ਜਾਣੇ ਜਦੋਂ ਇਹ ਗੱਲ ਦੇਖੀ ਮੈਂ ਯਾਰ ਵੀ ਜਵਾਕ ਦੀ ਫੋਟੋ ਯਾਰ, ਔਰ ਮੈਨੂੰ ਪਤਾ ਸਾਡੇ ਜਵਾਕ ਕੀ ਕਰਦੇ ਆ ਵੀ ਕਿਸੇ ਕੋਲੇ ਹਥਿਆਰ ਆ ਉਹਨਾਂ ਨੂੰ ਫੋਟੋ ਚਾਹੀਏ, ਬਾਈ ਫੋਟੋ ਖਿੱਚੀ, ਬਾਈ ਫੋਟੋ ਖਿਚਾਉਣ ਨੂੰ ਦੇ ਦੇ, ਉਹਦੇ ਨਾਲ ਫੋਟੋ ਖਿਚਾ ਲਈ। ਇਹ ਮਰ ਜਾਣੇ ਦਾ ਸੈਂਟਰਲ ਆਈਡੀਆ ਹੈ। ਮਰ ਜਾਣੇ ਇੱਥੋਂ ਆਈ ਮੇਰੇ ਦਿਮਾਗ ਦੇ ਵਿੱਚ ਵੀ ਯਾਰ ਜਵਾਕਾਂ ਨਾਲ ਕਿਵੇਂ ਹੁੰਦੀ ਹੈ। ਜਵਾਕਾਂ ਨੂੰ ਇਹ ਪਤਾ ਲੱਗ ਜਾਏ ਵੀ ਆਹ ਜਿਹੜੀ ਗੱਡੀ ਆ ਇਹ ਫਲਾਣੇ ਗੈਂਗਸਟਰ ਦੀ ਗੱਡੀ ਆ ਅਤੇ ਉਹ ਕਿੱਥੇ ਆ, ਉਹ ਅੰਦਰ ਗਿਆ ਹੋਇਆ, ਅੱਛਾ ਹੁਣ ਤਾਂ ਨਹੀਂ ਮਿਲ ਸਕਦੇ, ਗੱਲ ਸੁਣੋ ਯਾਰ ਫੋਨ ਫੜ ਯਾਰ ਮੇਰੀ ਗੱਡੀ ਨਾਲ ਫੋਟੋ ਖਿੱਚ ਦੇ। ਉਹ ਗੱਡੀ ਨਾਲ ਉਹ ਮੈਂ ਜੋਰਾ 'ਚ ਵੀ ਦਿਖਾਇਆ ਸੀਗਾ, ਉਹ ਗੱਡੀਆਂ ਫਿਰ ਉਹ ਪਾਉਣਗੇ ਵੀ ਫਲਾਣੇ ਬਾਈ ਦੀ ਗੱਡੀ ਹੈ ਨਾ, ਕੋਈ ਵੱਡਾ ਗਾਇਕ ਆ ਹੈ ਨਾ, ਕੋਈ ਵੱਡਾ ਐਕਟਰ ਆ, ਕੋਈ ਵੱਡਾ ਗੈਂਗਸਟਰ ਆ, ਜਿਹੜੇ ਉਹਨਾਂ ਦੇ ਹੀਰੋ ਨੇ ਸਾਡੇ ਯੰਗਸਟਰ ਦੇ, ਉਹ ਉਹਨਾਂ ਦੀਆਂ ਗੱਡੀਆਂ ਨਾਲ ਫੋਟੋਆਂ ਖਿਚਾ ਲੈਂਦੇ ਆ। ਹਥਿਆਰ ਕਿਤੋਂ ਮਿਲ ਗਿਆ, ਹਥਿਆਰ ਫੜ ਕੇ ਫੋਟੋ ਖਿਚਾ ਲਈ। ਬਿਲਕੁਲ। ਉਹ ਕਿਵੇਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਵੇਂ ਵੱਡੇ ਉਹਨਾਂ 'ਚ ਫਸਦੇ ਨੇ, ਇਸ ਗੱਲ 'ਤੇ ਆ ਮਰ ਜਾਣੇ। ਹੁਣ ਇਹ ਗੱਲ ਆ ਜਿਹੜੀ ਮੇਰੇ ਦਿਮਾਗ 'ਚ ਆ ਗਈ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਤੁਸੀਂ ਜਦੋਂ ਸਧਾਰਨ ਗੱਲਾਂ ਸੁਣਾਉਂਦੇ ਹੋ ਫਿਲਮ ਕਿਵੇਂ ਬਣਦੀਆਂ ਨੇ, ਇਹ ਫਿਲਮਕਾਰ 'ਤੇ ਮੁਨੱਸਰ ਆ ਕਿ ਉਹਨੂੰ ਉਹ ਲੱਗਿਆ ਸਬਜੈਕਟ ਵੀ ਇਹ ਫਿਲਮ ਬਣ ਸਕਦੀ ਹੈ। ਮੈਨੂੰ ਲੱਗਿਆ ਮੈਂ ਬਣਾ ਲਈ ਹੈ ਨਾ। ਹੋਰ ਫਿਲਮਾਂ ਵਾਲੇ ਜਿਹੜੇ ਹੋਰ ਤਰ੍ਹਾਂ ਦੇ ਜਿੱਦਾਂ ਦੀਆਂ ਫਿਲਮਾਂ ਬਣਾਉਂਦੇ ਨੇ ਉਵੇਂ ਉਹਨਾਂ ਨੂੰ ਲੱਗਦਾ ਹੋਊ, ਉਹਨਾਂ ਦੇ ਜਿਹੋ ਜਿਹੀ ਸੋਚ ਆ ਉਹ ਉਸ ਕਿਸਮ ਦੇ ਸਬਜੈਕਟ ਉਹਨਾਂ ਨੂੰ ਲੱਗਦਾ ਹੋਊ ਕਿ ਫਿਲਮ ਇਸ 'ਤੇ ਬਣ ਸਕਦੀ ਹੈ। ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਜਿੱਦਾਂ 1.5-2 ਸਾਲ ਦਾ ਜਿਹੜਾ ਇਹ ਲੋਕਡਾਊਨ ਰਿਹਾ ਨਾ, ਇਹਨੇ ਸਿਨੇਮੇ ਨੂੰ ਬਹੁਤ ਚੇਂਜ ਕਰਨ ਦੇ ਵਿੱਚ ਮਦਦ ਕੀਤੀ ਹੈ। ਕਿਉਂਕਿ ਇੱਕ ਤਾਂ ਅਸੀਂ OTT ਬਹੁਤ ਜ਼ਿਆਦਾ ਦੇਖਿਆ ਘਰੇ ਬਹਿ ਕੇ, ਇੱਕ ਅਸੀਂ ਵਰਲਡ ਸਿਨੇਮਾ ਬਹੁਤ ਦੇਖਿਆ, ਇੱਕ ਅਸੀਂ ਸਾਊਥ ਦੀਆਂ ਡਬ ਫਿਲਮਾਂ ਬਹੁਤ ਦੇਖੀਆਂ। ਮੈਂ ਜਿੰਨੀਆਂ ਫਿਲਮਾਂ ਮੈਨੂੰ ਉਹਦੇ 'ਚ ਮੈਂ ਦੇਖੀਆਂ ਡਬ, ਮੈਨੂੰ ਸਾਰੀਆਂ ਦਾ ਪਤਾ ਸੀ ਵੀ ਇਹ ਨਾ ਰੀਮੇਕ ਹੋਣਗੀਆਂ। ਉਹਨਾਂ 'ਚੋਂ 3 ਫਿਲਮਾਂ ਰੀਮੇਕ ਹੋ ਵੀ ਚੁੱਕੀਆਂ, ਜਿਨ੍ਹਾਂ 'ਚੋਂ ਇੱਕ ਚੰਡੀਗੜ੍ਹ ਹੀ ਬਣੀ ਸੀ, ਬਣ ਵੀ ਗਈ ਉਹ ਫਿਲਮ, ਹਿੰਦੀ ਵਾਲੇ ਬਣਾ ਵੀ ਗਏ ਉਹ ਫਿਲਮ ਹੈ ਨਾ। ਇੱਕ ਸਾਊਥ ਦੀ ਫਿਲਮ ਸੀਗੀ ਉਹ ਯੂ ਟਰਨ ਫਿਲਮ ਆ ਇੱਕ ਉਹ ਹਨੀ। ਇਸ ਕਰਕੇ ਜਿਹੜਾ ਪੰਜਾਬੀ ਦੇ ਵਿੱਚ ਆਉਣ ਵਾਲਾ ਦਿਨਾਂ ਦੇ ਵਿੱਚ ਸਿਨੇਮਾ ਹੋਊਗਾ, ਉਹ ਇਹਨਾਂ ਗੱਲਾਂ ਬਾਰੇ ਸੋਚਣਾ ਪਊਗਾ। ਤੁਸੀਂ ਐਂ ਹੀ ਨਹੀਂਗਾ ਵੀ ਤੁਸੀਂ ਕਮੇਡੀ ਕ੍ਰੀਏਟ ਕਰਨ ਖਾਤਰ ਹੈ ਨਾ ਕੋਈ ਇਸ ਕਿਸਮ ਦੇ ਕੋਈ ਵਿਆਹ ਕਰ ਲਿਆ, ਉਹਦੇ 'ਚ ਰਿਸ਼ਤਿਆਂ ਦਾ ਇੱਕ ਦੂਜੇ ਨੂੰ ਮਜ਼ਾਕ ਕਰੀ ਗਏ, ਕੋਈ ਕੁਛ ਕਰੀ ਗਿਆ, ਕੋਈ ਟਾਈਮ ਪੀਰੀਅਡ ਬਣਾ, ਉਹ ਨਹੀਂ। ਤੁਹਾਨੂੰ ਬਹੁਤ ਸਾਰੀਆਂ ਗੱਲਾਂ ਹੋਰ ਸੋਚਣੀਆਂ ਪੈਣਗੀਆਂ। ਜਿਹੜੀ ਜਤਿੰਦਰ ਮੋਹਰ ਵਾਲੀ ਗੱਲ ਆ ਉਹ ਵੀ ਇਹਨਾਂ ਦੇ ਵਿੱਚ ਹੀ ਆ ਕਿ ਤੁਹਾਨੂੰ ਫੈਸਲੇ ਲੈਣੇ ਪੈਣਗੇ ਹੈ ਨਾ। ਜਤਿੰਦਰ ਦੀ ਖੁਦ ਦੀ ਫਿਲਮ ਆ ਜਿਹੜੀ ਸਾਡੇ ਵਾਲੇ, ਉਹ ਬਹੁਤ ਦੇਰ ਦੀ ਬਣੀ ਪਈ ਹੈ। ਮੈਂ ਉਸ ਫਿਲਮ ਬਾਰੇ ਇਸ ਕਰਕੇ ਜਾਣਦਾ ਕਿਉਂਕਿ ਉਹਦੇ 'ਚ ਦੀਪ ਸਿੱਧੂ ਆ ਔਰ ਉਹ ਬਠਿੰਡੇ ਵਾਲੇ ਬਾਈ ਫਿਲਮਸ ਦੀ ਫਿਲਮ ਆ। ਉਹ ਫਿਲਮ ਵੀ ਜਦੋਂ ਤੁਹਾਡੇ ਸਾਹਮਣੇ ਆਊਗੀ ਤਾਂ ਬਹੁਤ ਪਿਆਰੀ ਫਿਲਮ ਆ। ਉਹ ਫਿਲਮ ਨੂੰ ਦੇਖ ਕੇ ਵੀ ਇੱਦਾਂ ਲੱਗੂਗਾ ਕਿ ਹਾਂ ਯਾਰ ਅੱਛਾ ਇਸ ਘਟਨਾ 'ਤੇ ਵੀ ਫਿਲਮ ਬਣ ਸਕਦੀ ਹੈ ਜਾਂ ਫਿਲਮ ਨੂੰ ਐਂ ਵੀ ਬਣਾਇਆ ਜਾ ਸਕਦਾ। ਇਹ ਇੱਕ ਵਧੀਆ ਗੱਲ ਹੈ, ਹੋਰ ਵੀ ਲੋਕ ਇੱਦਾਂ ਸੋਚਣ। ਸਿੱਪੀ ਗਿੱਲ ਹੋਰਾਂ ਨੂੰ ਮਰ ਜਾਣੇ ਲਈ ਮੁੱਖ ਕਿਰਦਾਰ ਦੇ ਵਿੱਚ ਉਹਨਾਂ ਨੂੰ ਤੁਸੀਂ ਲੈ ਕੇ ਆਏ ਹੋ, ਅਤੇ ਉਹਨਾਂ ਦੀ ਕਾਸਟਿੰਗ ਕਿੱਦਾਂ ਹੋਈ ਹੈ? ਉਹ ਮੈਂ ਤੁਹਾਨੂੰ ਦੱਸਿਆ ਨਾ, ਉਹ ਟੀਜ਼ਰ ਸ਼ਾਇਦ ਤੁਸੀਂ ਦੇਖਿਆ ਹੋਵੇ, ਉਹਦੇ 'ਚ ਉਹ ਬੋਲਦਾ ਕਿ ਤੁਹਾਡੀ ਨਜ਼ਰ ਤਾਂ ਅਸੀਂ ਮੰਡੀਰ ਹੀ ਸੀ ਹੈ ਨਾ, ਲੰਡਰ ਹੈ ਨਾ, ਵਿਗੜੇ ਹੋਏ। ਇਹ ਐਕਚੁਅਲੀ ਸੈਂਟਰਲ ਆਈਡੀਆ ਕਹਾਣੀ ਦਾ ਕਿ ਉਹ ਜਵਾਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਯਾਰ ਇਹ ਤਾਂ ਐਵੇਂ ਹੀ ਨੇ, ਨੌਨ ਸੀਰੀਅਸ ਨੇ, ਕਾਲਜਾਂ 'ਚ ਪੜ੍ਹਦੇ ਆ, ਲੜਾਈਆਂ ਵੀ ਕਰ ਲੈਂਦੇ ਆ, ਕੁੜੀਆਂ ਪਿੱਛੇ ਵੀ ਤੁਰੇ ਫਿਰਦੇ ਆ, ਨਸ਼ੇ ਵੀ ਕਰ ਲੈਂਦੇ ਆ ਹੈ ਨਾ, ਗਾਣੇ ਵੀ ਹਥਿਆਰਾਂ ਵਾਲੇ ਗਾਉਂਦੇ ਆ, ਪ੍ਰਮੋਟ ਕਰਦੇ ਆ। ਉਹ ਕਰਦੇ ਕਰਦੇ ਕਿਵੇਂ ਕਿੱਥੋਂ ਤੱਕ ਉਹਨਾਂ ਦਾ ਸਫ਼ਰ ਹੋ ਸਕਦਾ, ਇਸ ਗੱਲ 'ਤੇ ਹੈਗੀ ਆ ਫਿਲਮ ਜਿਹੜੀ ਮੈਂ ਹੁਣ ਤੁਹਾਨੂੰ ਦੱਸ ਕੇ ਵੀ ਹਟਿਆ ਵੀ ਉਹ ਕਿੰਨਾ ਨਿੱਕੀਆਂ ਨਿੱਕੀਆਂ ਗੱਲਾਂ ਕਿੰਨੀ ਵੱਡੀ ਮੁਸੀਬਤ 'ਚ ਉਹਨਾਂ ਨੂੰ ਫਸਾ ਦਿੰਦੀਆਂ ਨੇ ਹੈ ਨਾ। ਦੂਸਰੀ ਗੱਲ, ਮਰ ਜਾਣੇ ਆਪਣੇ ਆਪ 'ਚ ਹੀ ਸ਼ਬਦ ਆ ਜਿਹੜਾ ਉਹ ਮਾਂ ਨਾਲ ਜੁੜਿਆ ਹੋਇਆ, ਮਤਲਬ ਮਾਂ ਜਾਂ ਸਾਡੇ ਜਿਹੜੇ ਪਰਿਵਾਰਕ ਰਿਸ਼ਤੇ ਨੇ
ਉਹਨਾਂ ਦੇ ਵਿੱਚ ਅਸੀਂ ਮਰ ਜਾਣੇ, ਜਾਂ ਸਾਡੀਆਂ ਆਂਢਣਾ ਗੁਆਂਢਣਾ, ਸਾਡੀਆਂ ਮਾਮੀਆਂ ਭੂਆ, ਮਤਲਬ ਸਾਡੇ ਜਾਂ ਮੁੰਡਿਆਂ ਬਾਰੇ ਗੱਲ ਕਰਦੇ ਆ ਨਾ। ਅਸਲ 'ਚ ਉਹਦੇ ਬਾਰੇ ਇਹ ਗੱਲ ਨਹੀਂ ਹੈ ਵੀ ਜਿਹਨੂੰ ਉਹਦੀ ਉਮਰ ਵੱਧ ਜਾਂਦੀ ਹੈ ਨਾ, ਵੀ ਜਿਵੇਂ ਗੁਰਦਾਸ ਮਾਨ ਸਾਹਿਬ ਸਾਰੀ ਉਮਰ ਇਹ ਗੱਲ ਲਿਖਦੇ ਰਹੇ ਵੀ ਮਾਨ ਮਰ ਜਾਣਾ। ਹਾਂ, ਸਿੱਪੀ ਦੀ ਜਿਹੜੀ ਉਹਦੀ ਪਛਾਣ ਆ, ਉਹਦੇ ਵੀਡੀਓ, ਉਹਦੇ ਜਿਹੜੇ ਗੀਤ ਜੋ ਉਹਨੇ ਗਾਏ, ਤਾਂ ਸ਼ੁਰੂ ਤੋਂ ਮੈਂ ਇਹ ਸੋਚਦਾ ਸੀਗਾ ਕਿ ਸਿੱਪੀ ਉਹ ਮੇਰੀ ਫਿਲਮ ਦਾ ਹੀਰੋ ਹੋ ਸਕਦਾ, ਕਿ ਉਹ ਇੱਦਾਂ ਦਾ ਮੁੰਡਾ ਹੈ ਉਹ, ਹੈ ਨਾ, ਥੋੜ੍ਹਾ ਜਿਹਾ ਵਿਗੜਿਆ ਵਿਆ, ਥੋੜ੍ਹਾ ਜਿਹਾ ਲਾਡਲਾ, ਹੈ ਨਾ, ਔਰ ਚੰਗਾ ਘਰੋਂ, ਹੈ ਨਾ, ਜਿਹੋ ਜਿਹਾ ਉਹ ਪਾਤਰ ਹੈਗਾ, ਜ਼ਮੀਨ ਜਾਇਦਾਦ ਵਾਲੇ, ਹੈ ਨਾ। ਤਾਂ ਮੈਂ ਉਹਦੇ ਨਾਲ ਇਹ ਗੱਲ ਕੀਤੀ ਕਿ ਯਾਰ ਮੇਰੇ ਕੋਲ ਇੱਕ ਫਿਲਮ ਆ, ਮੈਂ ਇਸ ਗੱਲ ਬਾਰੇ ਬਹੁਤ ਜ਼ਿਆਦਾ ਨਾ, ਬਹੁਤ ਪਰਫੈਕਸ਼ਨਿਸਟ ਹਾਂ ਇੱਕ ਤਰ੍ਹਾਂ ਦਾ, ਵੀ ਜਿਹੜੀ ਗੱਲ ਮੇਰੇ ਦਿਮਾਗ 'ਚ ਆ ਗਈ ਮੈਂ ਉਹਦੇ ਨਾਲ ਹੀ ਕਰਨੀ ਆ। ਉਹ ਵੱਖਰੀ ਗੱਲ ਆ, ਅਗਲਾ ਮੇਰੇ ਨਾਲ ਨਾ ਫਿਲਮ ਕਰੇ, ਉਹ ਅੱਡ ਗੱਲ, ਪਰ ਮੈਂ ਇੱਕ ਵਾਰੀ ਅਗਲੇ ਨਾਲ ਗੱਲ ਕਰਨੀ ਹੈ। ਤਾਂ ਮੇਰੇ ਪ੍ਰੋਡਿਊਸਰ ਵਿਵੇਕ ਹੋਰਾਂ ਨੇ ਜਦੋਂ ਮੈਨੂੰ ਕਿਹਾ, ਕਿਉਂਕਿ ਜੋਰਾ ਉਹਨਾਂ ਨੇ ਰਿਲੀਜ਼ ਕੀਤੀ ਸੀ, ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਨਾਲ ਫਿਲਮ ਕਰਨੀ ਹੈ, ਅਤੇ ਮੈਂ ਕਿਹਾ ਠੀਕ ਹੈ। ਉਹਨਾਂ ਕੋਲੇ ਉਹ ਕਹਿੰਦੇ ਵੀ ਸਿੱਪੀ ਗਿੱਲ ਵੀ ਸਾਡੇ ਕੋਲੇ ਹੈਗਾ ਸਾਈਨ, ਅਤੇ ਮੈਂ ਕਿਹਾ ਯਾਰ ਮੈਂ ਸਿੱਪੀ ਨੂੰ ਇੱਕ ਫਿਲਮ ਭਾਜੀ ਸੁਣਾਈ ਸੀਗੀ ਪਹਿਲਾਂ, ਇੱਕ ਆਈਡੀਆ ਸੁਣਾਇਆ ਸੀ, ਆਪਾਂ ਉਹ ਕਰਦੇ ਹਾਂ। ਤੋ ਸਿੱਪੀ ਨੂੰ ਮੈਂ ਕਿਹਾ, ਮੈਂ ਕਿਹਾ ਵੀ ਉਹੀ ਸਿੱਪੀ ਦੇ ਵਿੱਚ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਸੀ। ਉਹ ਹਮੇਸ਼ਾ ਹੀ ਕਹਿੰਦਾ ਹੁੰਦਾ ਸੀ ਕਿ ਬਾਈ ਮਰ ਜਾਣੇ ਕਿਸੇ ਹੋਰ ਨੂੰ ਨਾ ਸੁਣਾਇਓ। ਮੈਂ ਉਹਨੂੰ ਕਹਿ ਦਿੰਦਾ ਸੀ ਕਿ ਮੈਂ ਇੱਦਾਂ ਦਾ ਹੈ ਹੀ ਨਹੀਂਗਾ, ਜਿਹੜੀ ਗੱਲ ਜਿਹਨੂੰ ਸੁਣਾਤੀ ਉਹਦੇ ਨਾਲ ਹੀ ਕਰੂੰਗਾ, ਹੈ ਨਾ। ਅਤੇ ਇਸ ਕਰਕੇ ਜਦੋਂ ਸਾਡੀ ਦੋਹਾਂ ਦੀ ਮਤਲਬ ਇਸ ਗੱਲ 'ਤੇ ਪਸੰਦ ਇੱਕ ਹੋ ਗਈ, ਅਤੇ ਪ੍ਰੋਡਿਊਸਰ ਦਾ ਸਾਡਾ ਮਤਲਬ ਇੰਨਾ ਦੇਵਤਾ ਬੰਦਾ ਉਹ ਵਿਵੇਕ ਹੋਰੀ ਭਾਜੀ ਬਹੁਤ ਚੰਗੇ ਆ। ਉਹ ਕਹਿੰਦੇ ਵੀ ਜਿਹੜੀ ਫਿਲਮ ਸਿੱਪੀ ਨੂੰ ਪਸੰਦ ਆ ਉਹ ਬਣਾ ਲਓ ਜੀ। ਉਹਨਾਂ ਨੇ ਕੁਛ ਨਹੀਂ ਕਿਹਾ। ਸਿੱਪੀ ਨੂੰ ਮਰ ਜਾਣੇ ਪਸੰਦ ਸੀਗੀ, ਮੈਂ ਸਿੱਪੀ ਨੂੰ ਅਤੇ ਵਿਵੇਕ ਹੋਰੀ ਸਾਹਿਬ ਨੂੰ ਬਿਠਾ ਕੇ ਫਿਲਮ ਸੁਣਾਤੀ, ਅਤੇ ਫਿਲਮ ਡਨ ਹੋ ਗਈ। ਬਤੌਰ ਅਦਾਕਾਰ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ? ਉਹ ਬਹੁਤ ਕਮਾਲ ਦਾ ਕਰੈਕਟਰ ਆ ਉਹਦੇ ਲਈ, ਮਤਲਬ ਉਹੀ ਗੱਲ ਹੈ ਨਾ, ਜਿੱਦਾਂ ਮੈਂ ਜੋਰਾ 'ਚ ਜਦੋਂ ਦੀਪ ਸਿੱਧੂ ਨੂੰ ਲਿਆ ਸੀ, ਤਾਂ ਮੈਨੂੰ ਇਹ ਸੀਗਾ ਕਿ ਜਦੋਂ ਉਹਨੂੰ ਮੈਂ ਗੱਲ ਉਹਦੇ ਨਾਲ ਕਰ ਰਿਹਾ ਸੀ, ਤਾਂ ਮੈਨੂੰ ਦੀਪ ਨੇ ਆਪ ਇਹ ਗੱਲ ਕਹੀ, ਉਹ ਕਹਿੰਦਾ ਜੀ ਵੀ ਜੋਰਾ ਕਰਨ ਖਾਤਰ ਮੈਨੂੰ ਐਕਟਿੰਗ ਕਰਨ ਦੀ ਨਹੀਂ ਲੋੜ ਪੈਣੀ, ਹੈ ਨਾ, ਮੈਨੂੰ ਰਮਤਾ ਜੋਗੀ ਕਰਨ ਖਾਤਰ ਐਕਟਿੰਗ ਕਰਨ ਦੀ ਲੋੜ ਪਈ, ਕਿਉਂਕਿ ਉਹ ਮੇਰੇ ਵਰਗਾ ਕਰੈਕਟਰ ਨਹੀਂ ਸੀ। ਅਤੇ ਮੈਂ ਕਿਹਾ ਮੈਂ ਵੀ ਤੁਹਾਡੇ ਕੋਲ ਇਸ ਕਰਕੇ ਹੀ ਆਇਆ ਕਿ ਮੈਨੂੰ ਇੱਦਾਂ ਲੱਗਦਾ ਕਿ ਜੋਰਾ, ਹੈ ਨਾ, ਤੁਸੀਂ ਹੀ ਹੋ ਸਕਦੇ ਹੋ। ਉਵੇਂ ਮੈਂ ਸਿੱਪੀ ਨੂੰ ਕਿਹਾ ਕਿ ਗਗਨਦੀਪ, ਹੈ ਨਾ, ਉਰਫ ਗੁੱਗੂ ਗਿੱਲ ਉਹਦਾ ਨਿਕਨੇਮ ਹੁੰਦਾ, ਕਿ ਤੁਸੀਂ ਹੀ ਹੋ ਸਕਦੇ ਹੋ, ਹੈ ਨਾ। ਤਾਂ ਮੈਨੂੰ ਅੱਧੀ ਜਿਹੜੀ ਜਿਹਨੂੰ ਕਹਿੰਦੇ ਹੁੰਦੇ ਆ ਕੰਮ, ਉਹ ਤਾਂ ਉਦੋਂ ਹੀ ਹੋ ਜਾਂਦਾ ਜਦੋਂ ਤੁਸੀਂ ਐਗਜ਼ੈਕਟ ਸਹੀ ਕਾਸਟਿੰਗ ਕਰ ਲੈਂਦੇ ਹੋ। ਬਿਲਕੁਲ, ਫਿਰ ਤੁਸੀਂ ਉਸ ਮਾਹੌਲ 'ਚ ਛੱਡ ਦਿਓ ਐਕਟਰ ਨੂੰ। ਐਕਟਰ ਬੇਸ਼ੱਕ ਬਹੁਤ ਜ਼ਿਆਦਾ ਵਧੀਆ ਐਕਟਰ ਨਾ ਹੋਵੇ, ਬੇਸ਼ੱਕ ਉਹਨੂੰ ਬਹੁਤ ਜ਼ਿਆਦਾ ਟੈਕਨੀਕ ਨਾ ਪਤਾ ਹੋਵੇ ਐਕਟਿੰਗ ਦੀ, ਪਰ ਜਦੋਂ ਉਹਨੂੰ ਤੁਸੀਂ ਉਸ ਕਰੈਕਟਰ ਦੇ ਵਿੱਚ ਸਾਰੀ ਗੱਲ ਸੁਣਾ ਕੇ ਤਾਂ ਉਸ ਮਾਹੌਲ 'ਚ ਛੱਡੋਗੇ ਨਾ ਉਹਨਾਂ ਪਾਤਰਾਂ 'ਚ, ਤਾਂ ਉਹ ਆਪਣੇ ਆਪ ਹੀ ਨੈਚੁਰਲ ਹੋ ਜਾਂਦਾ, ਹੈ ਨਾ। ਜਦੋਂ ਤੁਸੀਂ ਮਰ ਜਾਣੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਿੱਪੀ ਪਹਿਲੀਆਂ ਫਿਲਮਾਂ ਨਾਲੋਂ ਕਿੰਨਾ ਫਰਕ ਆ ਉਹਦੇ ਵਿੱਚ, ਕਿੰਨਾ ਡਿਫਰੈਂਟ ਕਰੈਕਟਰ ਆ ਇਹ, ਕਿੰਨੀ ਇਹ ਇਸ ਕਰੈਕਟਰ ਦੇ ਵਿੱਚ ਉਹ ਕਿੰਨਾ ਜ਼ਿਆਦਾ ਸਹਿਜ ਆ, ਹੈ ਨਾ। ਔਰ ਦੂਸਰੀ ਗੱਲ ਇਹ ਵੀ ਆ ਕਿ ਉਹਨੇ ਮਿਹਨਤ ਬਹੁਤ ਕੀਤੀ। ਮੈਂ ਗਾਇਕਾਂ ਨਾਲ ਅਸਲ 'ਚ ਇਸ ਕਰਕੇ ਕੰਮ ਨਹੀਂ ਕਰਦਾ ਹੁੰਦਾ ਜ਼ਿਆਦਾਤਰ, ਕਿ ਉਹ ਨਾ ਫਿਲਮ ਦੀ ਸ਼ੂਟ ਦੇ ਵਿੱਚ ਆਖਣਗੇ ਜੀ ਸਾਡਾ ਪ੍ਰੋਗਰਾਮ ਹੈ, ਉਹ ਪ੍ਰੋਗਰਾਮ ਕਰਨ ਵੀ ਜਾਂਦੇ ਆ, ਨਿਰਦੇਸ਼ਕ ਉਹਨਾਂ ਨੂੰ ਜਾਣ ਵੀ ਦਿੰਦੇ ਆ। ਮੈਂ ਨਹੀਂ ਇੱਦਾਂ ਕਰਦਾ। ਮੈਂ ਸਿੱਪੀ ਨੂੰ ਪਹਿਲਾਂ ਕਹਿਤਾ ਸੀਗਾ ਕਿ 30 ਦਿਨ ਸ਼ੂਟਿੰਗ ਹੋਣੀ ਆ, ਅਤੇ 30 ਦਿਨ ਤੁਸੀਂ ਪ੍ਰੋਗਰਾਮ ਨਹੀਂ ਲਾ ਸਕਦੇ। ਔਰ ਚੰਗੀ ਗੱਲ ਇਹ ਆ ਕਿ ਸਿੱਪੀ ਨੇ ਉਹ ਮਹੀਨਾ ਪੂਰਾ ਵਿਹਲਾ ਰੱਖਿਆ, ਉਹਦਾ ਸ਼ੂਟ ਹੁੰਦਾ ਸੀ ਚਾਹੇ ਨਹੀਂ ਹੁੰਦਾ ਸੀ, ਉਹਨੇ ਸਟੇਜ ਪ੍ਰੋਗਰਾਮ ਨਹੀਂ ਲਾਇਆ, ਉਹਨੇ ਪੂਰੀ ਡੈਡੀਕੇਸ਼ਨ ਨਾਲ ਇਹ ਕੰਮ ਕੀਤਾ। ਜਿਹੜਾ ਤੁਸੀਂ ਕੱਲ੍ਹ ਨੂੰ ਟ੍ਰੇਲਰ ਵੀ ਆਊਗਾ, ਉਹਦੇ 'ਚ ਵੀ ਦੇਖ ਲਿਓ, ਮਤਲਬ ਜਦੋਂ ਫਿਲਮ ਆਊਗੀ ਉਹਦੇ 'ਚ ਵੀ ਤੁਸੀਂ ਦੇਖੋਗੇ ਕਿ ਤੁਹਾਨੂੰ ਲੱਗੂਗਾ ਕਿ ਬਹੁਤ ਸਹਿਜ ਹੈ ਇਸ ਕਰੈਕਟਰ 'ਚ। ਉਹ ਇਸ ਕਰਕੇ ਸਹਿਜ ਹੈ ਕਿ ਉਸ ਕਰੈਕਟਰ ਨੂੰ ਉਹੀ ਕਰ ਸਕਦਾ ਸੀ। ਸੋਸ਼ਲ ਮੀਡੀਆ ਇੱਕ ਵਰਚੁਅਲ ਦੁਨੀਆ ਅਸੀਂ ਉਹਨੂੰ ਕਹਿ ਸਕਦੇ ਹਾਂ ਜੀ। ਤਾਂ ਉਸ ਦੁਨੀਆ ਦੇ ਵਿੱਚ ਕਈ ਲੋਕ ਤੁਹਾਨੂੰ ਸਤਿਕਾਰ ਦੇ ਨਾਲ ਬਾਬਾ ਵੀ ਕਹਿੰਦੇ ਨੇ, ਜਿਹੜੇ ਲੋਕੀ ਸਿਰਫ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਨੇ, ਜਾਂ ਤੁਹਾਨੂੰ ਨਿੱਜੀ ਤੌਰ 'ਤੇ ਵੀ ਜਾਣਦੇ ਨੇ, ਜਾਂ ਤੁਹਾਡੀ ਦਿੱਖ ਕਰਕੇ, ਜਾਂ ਹੋ ਸਕਦਾ ਤੁਹਾਡੇ ਸੁਭਾਅ ਕਰਕੇ, ਜਾਂ ਹੋ ਸਕਦਾ ਕਿ ਸੋਸ਼ਲ ਮੀਡੀਆ ਜ਼ਰੀਏ ਜੋ ਤੁਹਾਡੀ ਪਰਸਨੈਲਿਟੀ ਰਿਫਲੈਕਟ ਹੁੰਦੀ ਆ
ਉਸ ਕਰਕੇ ਕੀ ਤੁਸੀਂ ਉਹਨਾਂ ਦੇ ਜਿਹੜਾ ਤੁਹਾਨੂੰ ਬਾਬਾ ਜੀ ਕਹਿੰਦੇ ਨੇ ਉਹਦਾ ਪ੍ਰਭਾਵ ਕਬੂਲਦੇ ਹੋ? ਮੈਂ ਸਿਰਫ ਬਾਈ ਦਾ ਪ੍ਰਭਾਵ ਕਬੂਲਦਾ। ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਹੈ ਕਿ ਕੋਈ ਮੈਨੂੰ ਬਾਈ ਕਹਦੇ ਜੀ, ਕਿਉਂਕਿ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ, ਜਿਨ੍ਹਾਂ ਨੂੰ ਮੈਂ ਬਹੁਤ ਸਤਿਕਾਰ ਦਿੰਦਾ, ਮੈਂ ਉਹਨਾਂ ਨੂੰ ਬਾਈ ਕਹਿਣਾ। ਬਾਈ ਸਾਡੇ ਮਾਲਵੇ ਦਾ ਸ਼ਬਦ ਆ। ਜਿਵੇਂ ਮੈਂ ਜਦੋਂ ਹੰਸ ਭਾਈ ਦੇ ਨੇੜੇ ਹੁੰਦਾ ਸੀਗਾ ਤਾਂ ਉਹ ਦੁਆਬੇ ਦੇ ਨੇ ਤਾਂ ਉਹਨਾਂ ਨੂੰ ਮੈਂ ਭਾਜੀ ਕਹਿੰਦਾ ਹੁੰਦਾ ਸੀਗਾ, ਅਤੇ ਮੇਰੇ ਲਈ ਇਹ ਬਹੁਤ ਪਿਆਰੇ ਸ਼ਬਦ ਨੇ। ਭਾਜੀ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੋਣਾ ਕਿ ਗੁਰਸ਼ਰਨ ਭਾਜੀ ਬਾਰੇ ਹੀ ਸਭ ਤੋਂ ਵੱਧ ਬੋਲਿਆ ਗਿਆ ਸ਼ਬਦ ਆ ਇਹ, ਹੈ ਨਾ। ਉਵੇਂ ਹੀ ਮੈਂ ਜਦੋਂ ਬਠਿੰਡੇ ਦੇ ਵਿੱਚ ਜਾਂ ਮੇਰੇ ਆਸ-ਪਾਸ ਜਦੋਂ ਮੈਂ ਥੋੜ੍ਹਾ ਵੱਡਾ ਹੋਣ ਲੱਗਿਆ ਤਾਂ ਮੈਨੂੰ ਬਾਈ ਕਹਿੰਦੇ ਨੇ ਸਾਰੇ, ਹੈ ਨਾ। ਉਹ ਬਾਈ ਹੌਲੀ ਹੌਲੀ ਮੇਰੀ ਦਿੱਖ ਕਾਰਨ ਕੁਛ ਉਹ ਲੋਕ ਨੇ ਜਿਹੜੇ ਮੈਨੂੰ ਸੋਸ਼ਲ ਮੀਡੀਆ ਰਾਹੀਂ, ਜਿਵੇਂ ਤੁਸੀਂ ਕਿਹਾ, ਜਾਣਦੇ ਆ, ਉਹ ਬਾਬਾ ਜੀ ਵੀ ਕਹਿ ਦਿੰਦੇ ਆ। ਬਾਬਾ ਜੀ ਨੂੰ ਮੈਂ ਇੱਕ ਲਾਡ ਦਾ, ਮੈਨੂੰ ਇੱਦਾਂ ਲੱਗਦਾ ਕਿ ਉਹ ਸਤਿਕਾਰ ਵੀ ਕਰਦੇ ਆ, ਪਿਆਰ ਵੀ ਕਰਦੇ ਆ, ਔਰ ਇੱਕ ਲਾਡ ਵੀ ਆ, ਹੈ ਨਾ। ਇੱਕ ਸਾਡੇ ਵਰਗੇ ਲੋਕਾਂ ਦੀ ਭਾਸ਼ਾ ਦੇ ਵਿੱਚ ਵੈਸੇ ਹੀ ਬਾਬਾ ਜੀ ਫਲਾਨੀ ਗੱਲ ਆਏ ਆਪਾਂ ਕਰਦੇ ਆ ਨਾ, ਜਾਂ ਬਾਬੇ ਉਹ ਆਹ ਗੱਲ ਆਏ। ਪਰ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜਿਹੜੇ ਮੈਨੂੰ ਇੱਕ ਕਈ ਚੀਜ਼ਾਂ ਮੈਨੂੰ ਚਿੜ ਲੱਗਦੀ ਆ। ਜਿਹੜੇ ਮੈਨੂੰ ਗਿੱਲ ਸਾਹਿਬ ਕਹਿੰਦੇ ਆ, ਉਹ ਮੈਂ ਥੋੜ੍ਹਾ ਜਿਹਾ ਚਿੜਦਾ ਉਸ ਗੱਲ ਤੋਂ। ਜੇ ਮੈਨੂੰ ਕੋਈ ਜਨਾਬ ਵੀ ਕਹਿੰਦੇ ਆ ਕਈ, ਹੈ ਨਾ, ਹੁੰਦਾ ਨਾ ਟਾਈਪ, ਉਹ ਵੀ ਮੈਨੂੰ ਥੋੜ੍ਹੀ ਜਿਹੀ ਚਿੜ ਲੱਗਦੀ ਆ ਉਸ ਗੱਲ ਤੋਂ, ਮੈਂ ਚਿੜਦਾ, ਹੈ ਨਾ। ਅਤੇ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਮੈਨੂੰ, ਜੇ ਤੁਸੀਂ ਮੇਰੇ ਤੋਂ ਛੋਟੇ ਹੋ, ਹੈ ਨਾ, ਤਾਂ ਤੁਸੀਂ ਮੈਨੂੰ ਬਾਈ ਕਹੋ ਤਾਂ ਮੈਨੂੰ ਜ਼ਿਆਦਾ ਚੰਗਾ ਲੱਗੂਗਾ। ਬਾਬਾ ਕਹਿਣਾ ਵੀ ਬੁਰਾ ਨਹੀਂ ਲੱਗਦਾ, ਪਰ ਗਿੱਲ ਸਾਹਿਬ ਅਤੇ ਡਾਇਰੈਕਟਰ ਸਾਹਿਬ ਅਤੇ ਜਨਾਬ, ਇਸ ਕਿਸਮ ਦੇ ਜਿਹੜੇ ਸੰਬੋਧਨ ਨੇ, ਇਹ ਥੋੜ੍ਹੇ ਜਿਹੇ ਮੈਨੂੰ ਨਾ ਚਿੜਿਆਉਂਦੇ ਨੇ, ਮੈਨੂੰ ਚੰਗੇ ਨਹੀਂ ਲੱਗਦੇ। ਆਪਣੱਤ ਨਹੀਂ ਗੀ ਇਹਨਾਂ ਦੇ ਵਿੱਚ। ਮੈਂ ਬਹੁਤ ਆਪਣੱਤ ਵਾਲਾ, ਬਹੁਤ ਮੋਹ ਦਾ ਭਰਿਆ ਹੋਇਆ ਬੰਦਾ। ਜੇ ਤੁਹਾਨੂੰ ਮੈਂ ਭੈਣ ਕਹਿਣਾ ਤਾਂ ਮੈਂ ਦਿਲੋਂ ਹੀ ਕਹਿ ਰਿਹਾ, ਜੇ ਕਿਸੇ ਨੂੰ ਮੈਂ ਬਾਈ ਕਹੂੰਗਾ ਤਾਂ ਦਿਲੋਂ ਕਹਿ ਰਿਹਾ, ਜੇ ਮੈਂ ਛੋਟੇ ਨੂੰ ਕਿਸੇ ਨੂੰ ਵੀਰੇ ਕਹੂੰਗਾ ਜਾਂ ਬੇਟਾ ਕਹੂੰਗਾ ਤਾਂ ਮੈਂ ਦਿਲੋਂ ਕਹਿ ਰਿਹਾ ਹੁਣਾ ਇਹ। ਅਤੇ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਨਾਲ ਮਿਲਵਰਤਨ ਰੱਖਣ ਵਾਲੇ ਲੋਕ ਥੋੜ੍ਹਾ ਜਿਹਾ ਮੇਰੇ ਸੁਭਾਅ ਨੂੰ ਇਸ ਪੱਖ ਤੋਂ ਜਾਣਨ। ਜਦੋਂ ਅਸੀਂ ਬਹੁਤ ਲੰਮਾ ਸਮਾਂ ਕਿਸੇ ਇੱਕ ਕਿੱਤੇ ਦੇ ਨਾਲ ਜੁੜੇ ਹੁੰਦੇ ਹਾਂ, ਤਾਂ ਜਿਵੇਂ ਫਿਲਮ ਲੇਖਕ ਜਦੋਂ ਤੁਸੀਂ ਹੋਏ ਤਾਂ ਕਹਾਣੀਆਂ ਤੁਸੀਂ ਲਿਖੀਆਂ, ਤਾਂ ਤੁਹਾਡੇ ਬਾਰੇ ਵੀ ਕੁਛ ਕਹਾਣੀਆਂ ਨੇ ਜਿਹੜੀਆਂ ਉਹ ਆਲੇ ਦੁਆਲੇ ਬਣਨ ਲੱਗ ਜਾਂਦੀਆਂ ਨੇਗੀਆਂ। ਤਾਂ ਤੁਹਾਡੇ ਬਾਰੇ ਇਹ ਵੀ ਕਹਾਣੀਆਂ ਨੇ ਕਿ ਅਮਰਦੀਪ ਗਿੱਲ ਹੁਰੀ ਜਾਂ ਬਾਈ ਜੀ ਹੁਰੀ ਰੁੱਸ ਬਹੁਤ ਛੇਤੀ ਜਾਂਦੇ ਨੇ। ਜੀ ਬਿਲਕੁਲ। ਇਹ ਕੀ ਕਾਰਨ ਹੈ? ਤੁਹਾਡੇ ਬਾਰੇ ਇਹ ਕਿਉਂ ਕਹਾਣੀਆਂ ਨੇ? ਲੋਕ ਜਿੱਦਾਂ ਦਾ ਮੈਂ ਤੁਹਾਡੇ ਨਾਲ ਬਿਹੇਵ ਕਰ ਰਿਹਾ, ਤੁਹਾਡੇ ਨਾਲ ਵਿਵਹਾਰ ਕਰ ਰਿਹਾ, ਉਹ ਮੈਂ ਚਾਹੁੰਦਾ ਕਿ ਤੁਸੀਂ ਵੀ ਮੇਰੇ ਨਾਲ ਉਵੇਂ ਹੀ ਕਰੋ। ਜਦੋਂ ਤੁਸੀਂ ਉਵੇਂ ਨਹੀਂ ਕਰਦੇ ਤਾਂ ਮੈਂ ਬਹੁਤ ਮਾਸੂਮ ਹਾਂ, ਮੇਰੇ ਅੰਦਰ ਬੱਚਾ ਹੈ। ਤੁਹਾਨੂੰ ਉਮਰ ਮੇਰੀ 53 ਸਾਲ ਆ, ਤੁਹਾਨੂੰ ਮੈਂ ਚਿੱਟੀ ਦਾੜੀ ਕਰਕੇ ਕੁਝ ਲੋਕਾਂ ਨੂੰ 60 ਸਾਲ ਦਾ ਵੀ ਲੱਗ ਸਕਦਾ, ਪਰ ਮੈਂ ਹੈਗਾ 5-6 ਸਾਲ ਦਾ ਜਵਾਕ ਹੀ ਅੰਦਰੋਂ। ਰਿਸ਼ਤੇ ਨਿਭਾਉਣ, ਮੋਹ, ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਤੰਗ ਕਰਦੀਆਂ ਨੇ। ਕਈ ਬੰਦਿਆਂ ਨੂੰ ਕਈ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਪਤਾ, ਮੈਂ ਇੰਨਾ ਜ਼ਿਆਦਾ ਬਰੀਕ ਹਾਂ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਈ ਇਸ ਗੱਲ ਦਾ ਵੀ ਗੁੱਸਾ ਕਰ ਜੂਗਾ, ਪਰ ਮੈਂ ਕਰ ਜਾਂਦਾ ਗੁੱਸਾ, ਕਿਉਂਕਿ ਮੈਂ ਅੰਦਰੋਂ ਤੁਹਾਨੂੰ ਪਿਆਰ ਬਹੁਤ ਕਰਦਾ, ਹੈ ਨਾ। ਮੈਂ ਤੁਹਾਨੂੰ ਅੰਦਰੋਂ ਹੀ ਸੱਚੀ ਮੁੱਚੀ ਹੋਈ ਚਾਹੁੰਦਾ। ਤੁਸੀਂ ਇਸ ਕਰਕੇ ਹੀ ਮੇਰੀ ਫਿਲਮ 'ਚ ਕੰਮ ਕਰ ਰਹੇ ਹੋ, ਤੁਸੀਂ ਇਸ ਕਰਕੇ ਮੇਰੇ ਨਾਲ ਹੋ, ਤੁਸੀਂ ਇਸ ਕਰਕੇ ਮੈਨੂੰ ਮਿਲਦੇ ਹੋ, ਜਾਂ ਤੁਸੀਂ ਦੁਨੀਆ ਦੇ ਵਿੱਚ ਵੀ ਮੇਰੇ ਦੋਸਤ ਹੋ ਜਾਂ ਮੇਰੇ ਨੇੜਲੇ ਹੋ, ਚਾਹੇ ਮੈਥੋਂ ਛੋਟੇ ਹੋ, ਚਾਹੇ ਮੈਥੋਂ ਵੱਡੇ ਹੋ, ਚਾਹੇ ਮੇਰੇ ਹਾਣੀ ਹੋ, ਤਾਂ ਤੁਹਾਨੂੰ ਇਹ ਪਤਾ ਹੈ ਕਿ ਮੇਰਾ ਜਿਹੜਾ ਵਿਵਹਾਰ ਆ ਉਹ ਫੇਕ ਨਹੀਂ ਗਾ, ਮੈਂ 100% ਹੀ ਸਹੀ ਹਾਂ। ਮੈਂ ਤੁਹਾਨੂੰ ਅੰਦਰੋਂ ਤੁਹਾਡੇ ਨਾਲ ਕੋਈ ਇਹੋ ਜਿਹਾ ਬਿਹੇਵ ਨਹੀਂ ਕੀਤਾ, ਕਦੇ ਇਹੋ ਜਿਹਾ ਵਿਵਹਾਰ ਨਹੀਂ ਕੀਤਾ ਜਿੱਥੇ ਤੁਹਾਨੂੰ ਇਹ ਲੱਗਿਆ ਹੋਵੇ ਕਿ ਅਮਰਦੀਪ ਬਾਈ ਯਾਰ ਬੇਈਮਾਨੀ ਕਰ ਗਿਆ ਇਸ ਗੱਲ 'ਤੇ, ਕਦੇ ਨਹੀਂ ਕੀਤਾ। ਇਸ ਕਰਕੇ ਤੁਸੀਂ ਜਦੋਂ ਮੇਰੇ ਨਾਲ ਕੋਈ ਇਸ ਕਿਸਮ ਦਾ ਗੱਲ ਕਰੋਗੇ ਤਾਂ ਮੈਨੂੰ ਉਹ ਬਹੁਤ ਜ਼ਿਆਦਾ ਤੰਗ ਕਰਦੀ ਹੈ, ਕਿਉਂਕਿ ਉਹ ਆਪਣੀ ਜਗ੍ਹਾ ਸਹੀ ਹੁੰਦੇ ਨੇ। ਹਰ ਕੋਈ ਬੰਦਾ ਆਪਦਾ ਫਾਇਦਾ ਦੇਖਦਾ, ਉਹ ਆਪਣੇ ਰਿਲੇਸ਼ਨ ਬਣਾਉਣੇ, ਉਹਨਾਂ ਦੇ ਵਿੱਚ ਸਾਡੀ ਦੌੜ ਇੰਨੀ ਲੱਗੀ ਵੀ ਆ ਕਿ ਅਸੀਂ ਰਾਤੋਂ ਰਾਤ ਸਫਲ ਹੋਣਾ ਚਾਹੁੰਦੇ ਹਾਂ, ਰਾਤੋਂ ਰਾਤ ਵੱਡੇ ਵੱਡੇ ਮੌਕੇ ਚਾਹੀਦੇ ਆ ਸਾਨੂੰ ਕੰਮ ਦੇ, ਅਸੀਂ ਹਰ ਕਿਸੇ ਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਹੈ ਨਾ। ਹੁਣ
ਮੈਂ ਇਦਾਂ ਨਹੀਂ ਕਰਦਾ। ਕੋਈ ਬੰਦਾ ਮੈਨੂੰ ਕਹਿ ਦੇ, ਕੋਈ ਬੰਦੇ ਜਿਵੇਂ ਕੋਈ ਐਕਟਰ ਆ, ਉਹਨੂੰ ਪੁੱਛੋ ਤੁਹਾਡਾ ਪਸੰਦੀਦਾ ਡਾਇਰੈਕਟਰ ਕੌਣ, ਸਾਰੇ ਹੀ ਵਧੀਆ ਨੇ ਜੀ। ਐ ਨਹੀਂ ਹੁੰਦਾ, ਸਾਰੇ ਥੋੜ੍ਹੀ ਵਧੀਆ ਹੁੰਦੇ, ਹੈ ਨਾ। ਮੈਂ ਆ, ਕੋਈ ਹੋਰ ਬੰਦਾ ਹੋਰ ਬੰਦਾ, ਹੈ ਨਾ। ਹੁਣ ਤੁਸੀਂ ਪਿਆਰ ਮੇਰੇ ਨਾਲ ਕਰਦੇ ਹੋ, ਦਿਖਾਉਣੇ ਮੇਰੇ ਨਾਲ ਹੋ, ਮੈਂ ਤੁਹਾਨੂੰ ਪਿਆਰ ਕਰਦਾ, ਤੁਹਾਨੂੰ ਇਹ ਪਤਾ। ਜਿੱਥੇ ਤੁਹਾਨੂੰ ਲੋਕਾਂ 'ਚ ਕਹਿਣ ਦੀ ਜਦੋਂ ਜ਼ਰੂਰਤ ਪਈ ਤੁਸੀਂ ਕਹੋ ਉਹ ਸਾਰੇ ਇੱਕੋ ਜਿਹੇ ਹੈ ਜੀ, ਸਾਰੇ ਹੀ ਬਹੁਤ ਵਧੀਆ ਨੇ, ਜਦੋਂ ਕਿ ਜਿਹੜੇ ਬੰਦੇ ਦੂਜੇ ਨੇ ਉਹਨਾਂ ਬਾਰੇ ਤੁਸੀਂ ਮੈਨੂੰ ਦੱਸ ਚੁੱਕੇ ਹੋ ਕਿ ਉਹ ਵਧੀਆ ਨਹੀਂ ਗੇ। ਮੈਨੂੰ ਤੁਸੀਂ ਪਰਸਨਲੀ ਦੱਸਿਆ ਹੋਇਆ ਇਹ ਗੱਲ, ਹੈ ਨਾ। ਇਹੋ ਜਿਹੀਆਂ ਗੱਲਾਂ ਫਿਰ ਮੈਨੂੰ ਲੱਗਦਾ ਯਾਰ ਐਂ ਕਿਉਂ। ਮੈਂ ਤਾਂ ਨਹੀਂ ਕਹਿੰਦਾ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਵਧੀਆ ਨੇ, ਹੈ ਨਾ। ਮੇਰੇ ਲਈ ਤਾਂ ਉਹ ਵਧੀਆ ਲੋਕ ਨੇ ਜਿਹੜੇ ਮੇਰੇ ਨਾਲ ਵਰਤਦੇ ਨੇ, ਜਿਹੜਿਆਂ ਦਾ ਮੈਂ ਵਧੀਆਪਣ ਦੇਖਿਆ ਵਾ। ਦੂਜੇ ਵਧੀਆ ਹੋਣਗੇ, ਫਿਰ ਉਹ ਲੋਕ ਮਾੜੇ ਨੇ ਜਿਨ੍ਹਾਂ ਨੇ ਮੇਰੇ ਨਾਲ ਮਾੜਾ ਕੀਤਾ, ਹੈ ਨਾ। ਮੈਨੂੰ ਪਤਾ ਇਸ ਗੱਲ ਦਾ, ਮੈਨੂੰ ਰੱਖਣੇ ਆਉਂਦੇ ਆ ਰਿਸ਼ਤੇ, ਹੈ ਨਾ। ਪਰ ਛੋਟੀ ਗੱਲ ਖ਼ਤਮ ਕਰਦੇ ਹਾਂ ਆਪਾਂ। ਗੱਲ ਇਹ ਆ ਕਿ ਰੁੱਸਦਾ ਉਹ ਹੁੰਦਾ ਜੀ ਜਿਹੜਾ ਤੁਹਾਨੂੰ ਅਹਿਮੀਅਤ ਦਿੰਦਾ, ਬਿਲਕੁਲ, ਹਾਂ। ਜਿਹੜਾ ਤੁਹਾਨੂੰ ਅਹਿਮੀਅਤ ਨਹੀਂ ਦਿੰਦਾ, ਜਿਹਦੀ ਹੈ ਨਾ, ਤੁਸੀਂ ਮੈਨੂੰ ਨਾ ਬੁਲਾਓ, ਹੈ ਨਾ, ਅਤੇ ਮੈਂ ਤੁਹਾਨੂੰ ਕੋਈ ਅਹਿਮੀਅਤ ਨਹੀਂ ਦਿੰਦਾ ਅਤੇ ਮੈਂ ਭੁੱਲ ਜਾ। ਕਦੇ ਗੁਰਦੀਪ ਕੌਰ ਨਹੀਂ ਮਿਲੇ, ਮੈਨੂੰ ਕੋਈ ਲੋੜ ਹੀ ਨਹੀਂ, ਹੈ ਨਾ। ਅਗਰ ਤੁਸੀਂ ਮੈਨੂੰ ਮਿਲੇ ਤਾਂ ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਸਾਰਾ ਕੁਛ ਕਰੋਗੇ ਨਾ, ਤਾਂ ਮੈਨੂੰ ਇੱਕ ਫੀਲ ਹੋ, ਕਿਉਂਕਿ ਮੈਂ ਸਭ ਨੂੰ ਇੱਦਾਂ ਹੀ ਕਰਦਾ। ਪਰ ਅੱਜ ਕੱਲ੍ਹ ਲੋਕ ਐਂ ਕਰਦੇ ਨਹੀਂ, ਮਾਹੌਲ ਬਹੁਤ ਜ਼ਿਆਦਾ ਨਾ ਕਰਪਟ ਹੋ ਗਿਆ। ਤੁਸੀਂ ਮਿਸਫਿਟ ਤਾਂ ਨਹੀਂ ਫੀਲ ਕਰਦੇ ਕਦੇ ਕਦੇ ਆਪਣੇ? ਨਹੀਂ, ਮਿਸਫਿਟ ਨਹੀਂ ਫੀਲ ਕਰਦਾ। ਮੇਰਾ ਤਾਂ ਬਹੁਤ ਵੱਡਾ ਅਤੇ ਬਹੁਤ ਖੂਬਸੂਰਤ ਅਤੇ ਬਹੁਤ ਸਟਰੋਂਗ ਸੰਸਾਰ ਆ ਇਸ ਸਾਰੇ ਕਾਸੇ ਦੇ ਵਿੱਚ। ਇਹਨਾਂ ਸਾਰੇ ਚੰਗੇ ਮੰਦੇ ਸਾਰੇ ਲੋਕਾਂ ਦੇ ਵਿੱਚ, ਗਲਤ ਲੋਕਾਂ 'ਚ, ਠੀਕ ਲੋਕਾਂ 'ਚ ਮੇਰੀ ਇੱਕ ਆਪਣੀ ਦੁਨੀਆ ਹੈ। ਮੈਂ ਜਿੱਥੇ ਜਾਂਦਾ ਮੈਨੂੰ ਪਿਆਰ ਕਰਨ ਵਾਲੇ ਨੇ, ਪੰਜਾਬ 'ਚ ਵੀ, ਬਾਹਰ ਵੀ ਬੈਠੇ ਨੇ, ਕੈਨੇਡਾ ਅਮਰੀਕਾ ਸਭ ਕਿਤੇ ਬੈਠੇ ਨੇ, ਬੰਬੇ ਬੈਠੇ ਨੇ। ਮੈਨੂੰ ਪਤਾ ਮੈਂ ਉਹਨਾਂ ਲੋਕਾਂ ਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ ਨੇ, ਹੈ ਨਾ। ਮੇਰੀ ਗਲਤੀ ਕਈ ਵਾਰੀ ਇਹ ਹੋ ਜਾਂਦੀ ਹੈ ਕਿ ਮੈਂ ਉਹਨਾਂ ਲੋਕਾਂ ਤੋਂ ਐਕਸਪੈਕਟ ਕਰਨ ਲੱਗ ਜਾਂਦਾ ਜਿਹੜੇ ਉਸ ਗੱਲ ਦੇ ਕਾਬਿਲ ਹੀ ਨਹੀਂ ਹੁੰਦੇ। ਇਹ ਮੇਰੀ ਗਲਤੀ ਜ਼ਰੂਰ ਹੈ ਕਿ ਯਾਰ ਮੈਂ ਫਲਾਣੇ ਥਾਂ ਗਿਆ ਸੀ, ਉੱਥੇ ਯਾਰ ਅਸੀਂ ਨਾਟਕ ਦੇਖਣ ਗਏ, ਉੱਥੇ ਉਹ ਫਲਾਨਾ ਡਾਇਰੈਕਟਰ ਵੀ ਆਇਆ। ਮੰਨ ਲਓ ਅਸੀਂ ਪ੍ਰਿਥਵੀ ਥੀਏਟਰ 'ਚ ਮੈਂ ਇੱਕ ਦਿਨ ਨਾਟਕ ਦੇਖਣ ਗਿਆ ਬੰਬੇ, ਉੱਥੇ ਇੱਕ ਹੋਰ ਡਾਇਰੈਕਟਰ ਵੀ ਆਇਆ ਜਿਹੜਾ ਬਹੁਤ ਵੱਡਾ ਡਾਇਰੈਕਟਰ ਆ ਪੰਜਾਬੀ ਫਿਲਮਾਂ ਦਾ, ਬੰਬੇ ਰਹਿੰਦਾ। ਮੈਂ ਉਹਨੂੰ ਦੇਖਿਆ, ਮੈਂ ਉਹਨੂੰ ਦੇਖ ਕੇ ਪਛਾਣ ਗਿਆ, ਮਿਲੇ ਅਸੀਂ ਕਦੇ ਨਹੀਂ ਸੀ ਕਿ ਫਲਾਨਾ ਬੰਦਾ। ਉਹਨੇ ਵੀ ਮੈਨੂੰ ਦੇਖਿਆ, ਪਰ ਉਹ ਮੇਰੇ ਤੋਂ ਛੋਟਾ ਸੀ, ਉਹਨੂੰ ਚਾਹੀਦਾ ਸੀ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ, ਉਹਨੇ ਮੈਨੂੰ ਬੁਲਾਇਆ ਹੀ ਨਹੀਂ। ਮੈਂ ਬਹਿ ਗਿਆ ਜਾ ਕੇ, ਉਹਨੇ ਦੇਖਿਆ ਵੀ ਇਸ ਲਾਈਨ 'ਚ ਬੈਠਾ ਵੀ ਇਹਦੇ ਨਾਲ ਤਾਂ ਨਹੀਂ ਬੈਠਣਾ, ਉਹ ਕਿਸੇ ਹੋਰ ਲਾਈਨ 'ਚ ਬੈਠਾ ਜਾ ਕੇ, ਉਹਨੇ ਮੈਨੂੰ ਬੁਲਾਇਆ ਹੀ ਨਹੀਂ, ਇਗਨੋਰ ਕੀਤਾ ਮੈਨੂੰ। ਮੈਨੂੰ ਯਾਰ ਮੈਨੂੰ ਪਤਾ ਵੀ ਤੂੰ ਕੌਣ ਆ, ਔਰ ਤੈਨੂੰ ਵੀ ਇਹ ਪਤਾ ਕਿ ਮੈਂ ਕੌਣ ਆ, ਹੈ ਨਾ। ਮਤਲਬ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ ਬੰਦੇ ਨੇ ਯਾਰ। ਫਿਰ ਉਹ ਬਹੁਤ ਪਿਆਰ ਦੇ ਇਸ਼ਕ ਰਿਸ਼ਤਿਆਂ ਦੀਆਂ ਫਿਲਮਾਂ 'ਤੇ ਅਸੀਂ ਐਂ ਕਰਦੇ ਹਾਂ ਅਤੇ ਕਹਾਣੀਆਂ ਉਹਨਾਂ ਨੂੰ ਸੁਣਾਉਂਦੇ ਨੇ। ਯਾਰ ਇੱਦਾਂ ਨਹੀਂ ਹੁੰਦਾ। ਮੈਨੂੰ ਕੋਈ ਬੰਦਾ ਮਿਲ ਜੇ, ਮਤਲਬ ਜਿਹੜੇ ਨੂੰ ਮੈਂ ਪਛਾਣਦਾ, ਕੋਈ ਵੀ ਵੱਡਾ ਬੰਦਾ, ਕੋਈ ਐਕਟਰ, ਕੋਈ ਲੇਖਕ, ਮੈਂ ਅੱਜ ਵੀ ਸਤਿ ਸ਼੍ਰੀ ਕੋਈ ਆਏ ਏਅਰਪੋਰਟ 'ਤੇ ਮਿਲ ਜਾਂਦਾ, ਪਹਿਲਾਂ ਬੱਸ ਅੱਡੇ 'ਤੇ ਮਿਲ ਜਾਂਦੇ ਸੀ, ਕਿਤੇ ਬਾਜ਼ਾਰ 'ਚ ਮਿਲ ਜਾਂਦੇ, ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ, ਤੁਹਾਡੇ ਅਸੀਂ ਬਹੁਤ ਤੁਹਾਡੇ, ਹੈ ਨਾ। ਇੱਥੇ ਵੀ ਹੁਣ ਮਨਜੀਤ ਰਾਜਪੁਰਾ ਬਾਈ ਮੈਨੂੰ ਪਹਿਲੀ ਵਾਰੀ ਮਿਲਿਆ, ਇਦੋਂ ਬਾਅਦ ਮੈਨੂੰ ਕਦੇ ਨਹੀਂ ਮਿਲੇ ਉਹ। ਮੈਂ ਉਹਨੂੰ ਪਿਆਰ ਕਰਦਾ, ਮੈਂ ਉਹਨੂੰ ਪਤਾ ਮੈਨੂੰ ਮਨਜੀਤ ਰਾਜਪੁਰਾ ਕੌਣ। ਹੁਣ ਮੈਨੂੰ ਪਤਾ ਹੁੰਦਾ ਤੇ ਮੈਂ ਹੋਰ ਕੀ ਹਾਲ, ਠੀਕ ਠੀਕ ਬਹਿ ਜਾਂਦਾ ਇੱਥੇ। ਮੈਂ ਜੇ ਜਿਸ ਤਰ੍ਹਾਂ ਨਾਲ ਮੈਂ ਮਿਲਿਆ ਮਨਜੀਤ ਰਾਜਪੁਰੇ ਨੂੰ, ਜੇ ਮੈਂ ਨਾ ਮਿਲਦਾ ਤਾਂ ਵੀ ਉਹ ਕੀ ਕਰ ਲੈਂਦਾ ਮੇਰਾ, ਹੈ ਨਾ। ਪਰ ਮੈਂ ਉਹਨੂੰ ਇਹ ਸ਼ੋਅ ਕੀਤਾ ਨਾ ਕਿ ਮੈਂ ਤੈਨੂੰ ਜਾਣਦਾ ਯਾਰ, ਮੈਂ ਤੇਰੇ ਪ੍ਰੋਗਰਾਮ ਦੇਖਿਆ, ਤੇਰੀਆਂ ਕਿਤਾਬਾਂ ਪੜ੍ਹੀਆਂ, ਤੂੰ ਇੱਕ ਪੁਆਧ ਭਾਸ਼ਾ ਬਾਰੇ ਬਹੁਤ ਚੰਗਾ ਕੰਮ ਕਰ ਰਿਹਾ, ਔਰ ਮੇਰਾ ਇਹਦੇ 'ਚ ਕੋਈ ਘਟਿਆ ਨਹੀਂ ਕੁਛ, ਜੋ ਮੈਂ ਹੈਗਾ ਉਹ ਮੈਂ ਉਹਦੇ ਸਾਹਮਣੇ। ਬਿਲਕੁਲ ਸਹੀ ਗੱਲ ਹੈ। ਆਖਰੀ ਸਵਾਲ ਹੈ ਕਿ ਬਹੁਤ ਸਾਰੇ ਲੋਕ ਤੁਹਾਨੂੰ ਤੁਹਾਡੇ ਪ੍ਰਸ਼ੰਸਕ ਦੇ ਤੌਰ 'ਤੇ ਮਿਲਦੇ ਨੇ, ਤੁਸੀਂ ਕਦੇ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਪ੍ਰਸ਼ੰਸਕ ਦੇ ਤੌਰ 'ਤੇ ਮਿਲੇ ਹੋ ਕਿ ਮੈਂ ਤੁਹਾਡਾ ਪ੍ਰਸ਼ੰਸਕ ਹਾਂ? ਮੈਂ ਜਿਨ੍ਹਾਂ ਦਾ ਮੈਂ ਸਭ ਤੋਂ ਵੱਡਾ, ਜਿਨ੍ਹਾਂ ਦਾ ਮੈਂ ਸਭ ਤੋਂ ਜ਼ਿਆਦਾ ਪ੍ਰਸ਼ੰਸਕ ਹਾਂ, ਉਹਨਾਂ ਨੂੰ ਮੈਂ ਮਿਲ ਨਹੀਂ ਸਕਿਆ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਮੈਂ ਮਿਲ ਨਹੀਂ ਸਕਿਆ। ਗੁਲਾਮ ਅਲੀ ਸਾਹਿਬ ਨੂੰ ਮੈਂ ਮਿਲਿਆ, ਹੈ ਨਾ, ਉਹਨਾਂ ਦੇ ਮੱਥਾ ਟੇਕ ਕੇ ਮਿਲਿਆ ਮੈਂ ਉਹਨਾਂ ਨੂੰ।
ਆਪਦੇ ਟਾਈਮ ਦੇ ਵਿੱਚ ਜਦੋਂ ਮੈਂ ਹੰਸ ਭਾਈ ਨੂੰ ਮਿਲਿਆ, ਮੈਂ ਉਹਨਾਂ ਦਾ ਵੀ ਪ੍ਰਸ਼ੰਸਕ ਸੀ। ਸਰਦੂਲ ਭਾਈ ਦਾ ਵੀ ਮੈਂ ਪ੍ਰਸ਼ੰਸਕ ਸੀ, ਉਹਨਾਂ ਨੂੰ ਵੀ ਜਦੋਂ ਮਿਲਿਆ। ਪੂਰਨ ਸ਼ਾਹ ਕੋਟੀ ਹੋਰਾਂ ਦਾ ਵੀ ਮੈਂ ਪ੍ਰਸ਼ੰਸਕ ਸੀ। ਬਰਕਤ ਸਿੱਧੂ ਸਾਹਿਬ ਦਾ ਵੀ ਮੈਂ ਪ੍ਰਸ਼ੰਸਕ ਸੀ। ਸੁਰਜੀਤ ਪਾਤਰ ਸਾਹਿਬ ਦਾ ਵੀ ਮੈਂ ਪ੍ਰਸ਼ੰਸਕ, ਉਹਨਾਂ ਨੂੰ ਉਵੇਂ ਮਿਲਿਆ। ਧਰਮਿੰਦਰ ਹੋਰਾਂ ਦਾ ਵੀ ਮੈਂ ਪ੍ਰਸ਼ੰਸਕ ਹਾਂ, ਉਹਨਾਂ ਨੂੰ ਮਿਲਿਆ, ਉਵੇਂ ਹੀ ਮਿਲਿਆ ਜਿਵੇਂ ਇੱਕ ਪ੍ਰਸ਼ੰਸਕ ਮਿਲਦਾ ਹੁੰਦਾ। ਪਰ ਹਾਲੇ ਮੈਂ ਗੁਲਜ਼ਾਰ ਸਾਹਿਬ ਨੂੰ ਨਹੀਂ ਮਿਲ ਸਕਿਆ। ਮੈਂ ਬੰਬੇ ਰਹਿਣਾ, ਮੈਂ ਬੰਬੇ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਨ੍ਹਾਂ ਦਾ ਮੈਂ ਪ੍ਰਸ਼ੰਸਕ ਹਾਂ। ਅਨੁਰਾਗ ਕਸ਼ਯਪ ਹੈ, ਰਾਮ ਗੋਪਾਲ ਵਰਮਾ ਹੈ, ਵਿਸ਼ਾਲ ਭਾਰਤਵਾਜ ਹੈ, ਗੁਲਜ਼ਾਰ ਸਾਹਿਬ ਸਭ ਤੋਂ ਉੱਪਰ ਨੇ। ਮੈਂ ਇਹਨਾਂ ਲੋਕਾਂ ਨੂੰ ਨਹੀਂ ਮਿਲ ਸਕਿਆ। ਇਹਨਾਂ ਬਾਰੇ ਮੈਂ ਉੱਦਾਂ ਹੀ ਜਿੱਦਾਂ ਇੱਕ ਨਵਾਂ ਮੁੰਡੇ ਦੇ ਅੰਦਰ ਹੁੰਦੀ ਹੈ, ਮੇਰੇ ਅੰਦਰ ਉਹੀ ਉਸੇ ਕਿਸਮ ਦਾ ਸਤਿਕਾਰ ਹੈ, ਉਸੇ ਕਿਸਮ ਦੀ ਭਾਵਨਾ ਹੈ। ਮੈਂ ਉਸੇ ਤਰ੍ਹਾਂ ਹੀ ਜਦੋਂ ਵੀ ਮਿਲੂੰਗਾ ਤਾਂ ਮੈਂ ਉਸੇ ਤਰ੍ਹਾਂ ਨਾਲ ਹੀ ਮਿਲੂੰਗਾ, ਹੈ ਨਾ, ਕਿ ਯਾਰ ਤੁਹਾਡਾ ਪ੍ਰਸ਼ੰਸਕ ਹਾਂ ਮੈਂ ਜੀ। ਸੋ ਤੁਹਾਡੀ 10 ਦਸੰਬਰ ਨੂੰ ਆਉਣ ਵਾਲੀ ਫਿਲਮ ਮਰ ਜਾਣੇ ਦੇ ਲਈ ਅਸੀਂ ਸ਼ੁਭੇਛਾਵਾਂ ਦਿੰਦੇ ਹਾਂ ਕਿ ਫਿਲਮ ਚੰਗੀ ਰਹੇ ਅਤੇ ਇਸ ਫਿਲਮ ਤੋਂ ਬਾਅਦ ਹੋਰ ਤੁਹਾਡੀਆਂ ਫਿਲਮਾਂ ਨੇ ਸਾਨੂੰ ਵੇਖਣ ਨੂੰ ਮਿਲਣ, ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਮਿਲਣ, ਅਤੇ ਬਹੁਤ ਸਾਰਾ ਜਿਹੜਾ ਪੰਜਾਬ ਦਾ ਉਹ ਟੈਲੈਂਟ ਜਿਹਨੂੰ ਅਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ, ਮੇਨ ਸਟ੍ਰੀਮ ਸਿਨੇਮਾ ਦੇ ਵਿੱਚ ਜਿਨ੍ਹਾਂ ਨੂੰ ਸਮਝਦੇ ਕਿ ਨਹੀਂ ਇਹ ਹਿੱਸਾ ਨਹੀਂ ਬਣ ਸਕਦੇ, ਉਹ ਬਹੁਤ ਸਾਰੇ ਆਰਟਿਸਟ ਸਾਨੂੰ ਤੁਹਾਡੇ ਸਿਨੇਮਾ ਦੇ ਵਿੱਚ ਵੇਖਣ ਨੂੰ ਮਿਲਦੇ ਨੇ। ਅਤੇ ਉਹਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਅਤੇ ਇਸ ਗੱਲ ਲਈ ਵੀ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ, ਸਾਡੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ, ਦਰਸ਼ਕਾਂ ਦੀ ਵੀ ਬਹੁਤ ਬਹੁਤ ਮਿਹਰਬਾਨੀ। ਗੱਲਾਂ ਬਹੁਤ ਲੰਮੀਆਂ ਹੋ ਗਈਆਂ ਪਰ ਸਾਰੀ ਇੰਟਰਵਿਊ ਹੀ ਦੇਖਿਓ। ਸੋ ਬਹੁਤ ਮਿਹਰਬਾਨੀ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ।